ਸਿੰਘ ਜੀ ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਤੁਹਾਡੇ ਤੋਂ ਸ਼ਾਇਦ ਅੱਜ ਕੱਲ੍ਹ ਦੇ ਨਵੇਂ ਲੜਕਿਆਂ ਨੂੰ ਬਿਲਕੁਲ ਨਹੀਂ ਪਤਾ ਹੋਣਾ ਵੀ ਸਤਿਗੁਰੂ ਰਾਮ ਸਿੰਘ ਕੌਣ ਹਨ। ਇਹਦੇ 'ਚ ਸਾਡੀ ਕਮਜ਼ੋਰੀ ਹੈ। ਸਤਿਗੁਰੂ ਰਾਮ ਸਿੰਘ ਨੇ ਗੁਰੂ ਬਾਲਕ ਸਿੰਘ ਜੀ ਤੋਂ ਭਜਨ ਪੁੱਛਿਆ। ਗੁਰੂ ਬਾਲਕ ਸਿੰਘ ਜੀ ਨੂੰ ਗੁਰੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰਿਆਈ ਦਿੱਤੀ। ਸਤਿਗੁਰੂ ਰਾਮ ਸਿੰਘ ਨੇ ਆ ਕੇ ਬਹੁਤ ਸਾਰੇ ਜਿਹੜੇ ਗਲਤ ਕੰਮ ਸਨ ਉਹਨਾਂ ਨੂੰ ਠੀਕ ਕੀਤਾ। ਪਰ ਸਭ ਤੋਂ ਪਹਿਲੋਂ ਜਿਨ੍ਹਾਂ ਨੂੰ ਆਪਣੇ ਸੇਵਾਦਾਰ ਬਣਾਇਆ ਉਹਨਾਂ ਨੂੰ ਆਪਣੇ ਅੰਦਰਲੇ ਜਿਹੜੇ ਵਿਅਸਨ ਨੇ ਉਹਨਾਂ ਤੋਂ ਆਜ਼ਾਦੀ ਦਿਵਾਈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਆਇਸ਼ ਤੋਂ ਉਹਨਾਂ ਨੂੰ ਮੁਕਤ ਕਰ ਦਿੱਤਾ। ਫਿਰ ਉਹਨਾਂ ਨੇ ਧਰਮ ਦਾ ਬੀੜਾ ਚੁੱਕਿਆ। ਗਊਆਂ ਵਾਸਤੇ, ਗਰੀਬਾਂ ਵਾਸਤੇ, ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ। ਇਹ ਇਤਿਹਾਸ ਪੜ੍ਹੋ ਅਤੇ ਇਤਿਹਾਸ ਗਵਾਹ ਹੈ ਵੀ ਜਿੰਨੀ ਕਿਰਪਾ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਦੇ ਰਾਹੀਂ ਹੋਈ, ਹੋਰ ਕੋਈ ਉਹਦਾ ਸਾਨੀ ਨਹੀਂ। ਸਤਿਗੁਰਾਂ ਨੇ ਆਪਣੇ ਆਪਣੇ ਵਕਤ ਵਿੱਚ ਸਾਰੇ ਗੁਰੂਆਂ ਨੇ ਵੱਖਰੇ ਵੱਖਰੇ ਕੰਮ ਕੀਤੇ। ਗੁਰੂ ਨਾਨਕ ਤੋਂ ਲੱਗ ਕੇ ਗੁਰੂ ਹਰਗੋਬਿੰਦ ਤੱਕ ਮਾਲਾ ਫੜੀ ਰੱਖੀ, ਫਿਰ ਤਲਵਾਰ ਫੜ ਲਈ, ਫਿਰ ਮਾਲਾ ਫੜੀ, ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹਥਿਆਰ ਫੜਾਏ। ਉਹ ਜਿਸ ਤਰ੍ਹਾਂ ਉਹਨਾਂ ਦੀ ਰਜਾ ਹੈ, ਫਿਰ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਉਹਨਾਂ ਨੇ ਮਾਲਾ ਫੜਾ ਕੇ ਬਹੁਤ ਵੱਡਾ ਕੰਮ ਕੀਤਾ। ਸਤਿਗੁਰੂ ਰਾਮ ਸਿੰਘ ਨੇ ਬੀਬੀਆਂ ਨੂੰ, ਮਾਈਆਂ ਨੂੰ ਅੰਮ੍ਰਿਤ ਜਿਹੜੀ ਦਾਤ ਦਿੱਤੀ ਉਹ ਸਤਿਗੁਰੂ ਰਾਮ ਸਿੰਘ ਨੇ ਦਿੱਤੀ। ਬੇਸ਼ੱਕ ਤੁਸੀਂ ਇਤਿਹਾਸ ਪੜ੍ਹੋ, ਪਿਛਲੇ ਗੁਰੂ ਸਾਹਿਬ ਵਾਸਤੇ ਉਹਨਾਂ ਦੇ ਵੇਲੇ 'ਚ ਨਹੀਂ ਅੰਮ੍ਰਿਤ ਛਕਾਇਆ, ਬੀਬੀਆਂ ਨੂੰ ਬਰਾਬਰਤਾ ਦਿੱਤੀ, ਅੰਮ੍ਰਿਤ ਛਕਾਇਆ। ਸਤਿਗੁਰੂ ਰਾਮ ਸਿੰਘ ਨੇ ਵਿਧਵਾ ਵਿਆਹ ਜਿਹੜੇ ਸਨ ਉਹ ਕਰਵਾਏ। ਇੱਥੋਂ ਤੱਕ ਜਿਹੜੇ 50-50 ਸਾਲ ਦੇ ਮਾਈਆਂ ਸਨ ਉਹਨਾਂ ਨੇ ਵੀ ਹੁਕਮ ਮੰਨਿਆ ਕਿ ਸਤਿਗੁਰਾਂ ਦਾ ਹੁਕਮ ਹੈ ਅਸਾਂ ਵਿਆਹ ਕਰਾਉਣਾ ਹੈ। ਉਹ ਵੱਡੇ ਵੱਡੇ ਜਿਹੜੇ ਬਜ਼ੁਰਗ ਸਨ 60-60 ਸਾਲ ਦੇ, ਉਹਨਾਂ ਨਾਲ ਵਿਆਹ ਕਰਾ ਕੇ ਉਹਨਾਂ ਨੇ ਇਹ ਪ੍ਰਥਾ ਤੋਰੀ, ਜਿਨ੍ਹਾਂ ਦਾ ਕੋਈ ਵਿਸ਼ੇ ਵਿਕਾਰ ਨਾਲ ਕੰਮ ਨਹੀਂ ਸੀ, ਪਰ ਸਤਿਗੁਰਾਂ ਦਾ ਹੁਕਮ ਮੰਨਿਆ। ਇੱਥੋਂ ਤੱਕ ਹੁਕਮ ਮੰਨਿਆ ਗਿਆ। ਇੱਕ ਗੁਮਟੀ ਪਿੰਡ ਹੈਗਾ ਮਲੋਟ ਦੇ ਨੇੜੇ, ਉੱਥੋਂ ਦੇ ਸਿੰਘ ਸਨ। ਉਹਨਾਂ ਨੇ ਜਦ ਸਤਿਗੁਰੂ ਰਾਮ ਸਿੰਘ ਨੇ ਆਖਿਆ ਭਈ ਲਾਵਾਂ ਪੜ੍ਹਨੀਆਂ ਨੇ, ਵੇਦਾਂ ਦੇ ਫੇਰਿਆਂ ਨਾਲ ਨਹੀਂ ਵਿਆਹ ਹੋਣਾ, ਗੁਰਮਤਿ ਨਾਲ ਵਿਆਹ ਹੋਣਾ ਅਤੇ ਉਹਨਾਂ ਦੇ ਪੁੱਤਰਾਂ ਨੇ ਲਾਵਾਂ ਪੜ੍ਹੀਆਂ ਅਤੇ ਮਾਤਾ ਪਿਤਾ ਨੇ ਫੇਰੇ ਲਏ ਹੁਕਮ ਮੰਨ ਕੇ ਸਤਿਗੁਰਾਂ ਦਾ। ਕਿਉਂਕਿ ਸਤਿਗੁਰੂ ਜਿਸ ਵੇਲੇ ਆਉਂਦਾ, ਜਿਹੜਾ ਉਹਦਾ ਹੁਕਮ ਮੰਨਦਾ ਅੱਗੇ ਦਰਗਾਹ ਵਿੱਚ ਜਾ ਕੇ ਉਸੇ ਨੂੰ ਥਾਂ ਮਿਲਦਾ। ਸਤਿਗੁਰ ਸੇਤੀ ਰਤਿਆ ਦਰਗਾਹ ਪਾਈਆ ਠਾਓ। ਮੈਂ ਸਿਰਫ ਤੁਹਾਨੂੰ ਹੁਣ ਥੋੜ੍ਹੇ ਸਮੇਂ 'ਚ ਇੰਨੀ ਅਰਜ਼ੀ ਕਰਨੀ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਵਕੀਲ ਬਣਾਓ, ਡਾਕਟਰ ਬਣਾਓ, ਕੁਛ ਬਣਾਓ, ਪਰ ਸਿੱਖ ਬਣਾਓ। ਤੁਹਾਡੇ ਬੱਚੇ ਜਿਹੜੇ ਤੁਸੀਂ ਬਜ਼ੁਰਗ ਹੋ, ਤੁਹਾਨੂੰ ਪਤਾ ਹੈ ਵੀ ਉਹ TV ਬੜਾ ਵੇਖਦੇ ਨੇ ਅਤੇ ਸਿਨੇਮਾ ਵੇਖਣਗੇ, ਅਮਰੀਕਾ ਨੂੰ ਭੱਜਣਗੇ, ਦਾੜ੍ਹੀਆਂ ਕੱਟਦੇ ਨੇ, ਸ਼ਰਾਬ ਪੀਂਦੇ ਨੇ, ਆਂਡੇ ਖਾਂਦੇ ਨੇ। ਇਹ ਸਾਰੀਆਂ ਗੱਲਾਂ ਬਹੁਤ ਮਾੜੀਆਂ ਨੇ ਜਿਹਦਾ ਸਾਨੂੰ ਕੋਈ ਫਿਕਰ ਨਹੀਂ, ਕਿਉਂਕਿ ਸਾਡੀ ਸਿਹਤ ਇਹ ਹੈ, ਸਿਹਤ ਜਿਹੜੀ ਸਾਡੀ ਜਿਹੜੀ ਡਾਇਰੈਕਸ਼ਨ ਜਿਹੜੀ ਸਿਹਤ ਸਾਡੀ ਉਹ ਇਹ ਹੈ, ਨਿਸ਼ਾਨਾ ਇਹ ਹੈ ਕਿ ਮੁੰਡਾ ਪੜ੍ਹ ਜਾਏ, ਪੈਸੇ ਕਮਾਵੇ, ਜਿਹੜੇ ਪੈਸੇ ਇੱਥੇ ਹੀ ਰਹਿ ਜਾਣੇ ਨੇ। ਬਾਣੀ ਦੀ ਤੁਕ ਲਿਖੀ ਹੈ ਅਵਰ ਮਰਤ ਮਾਇਆ ਮਨ ਤੋਲੇ। ਇੱਕ ਬੰਦਾ ਮਰਦਾ ਪਿਆ, ਦੂਜੇ ਉਹਦੇ ਰਿਸ਼ਤੇਦਾਰ ਉਹਦੀ ਮਾਇਆ ਤੋਲਦੇ ਨੇ। ਕਿੰਨੀ ਕੁ ਇਹਦੀ ਮਾਇਆ, ਸਾਹਮਣੇ ਪਤਾ ਵੀ ਉਹ ਲੈ ਕੇ ਤੇ ਗਿਆ ਨਹੀਂ, ਤੁਹਾਡਾ ਵੀ ਇਹੋ ਹਾਲ ਹੋਣਾ। ਉਹ ਇਹ ਹੈ ਦੁਨੀਆਦਾਰੀ ਦਾ ਕੰਮ। ਤੁਸੀਂ ਸਿੱਖ ਹੋ ਸਤਿਗੁਰਾਂ ਦੇ, ਅਤੇ ਜਿਨ੍ਹਾਂ ਨੇ ਕੋਈ ਮਾਸ ਸ਼ਰਾਬ ਵੀ ਖਾਂਦੇ ਪੀਂਦੇ ਹੁਣ ਉਹ ਛੱਡ ਦਿਓ, ਭਜਨ ਪੁੱਛੋ ਅਤੇ ਭਜਨ ਪੁੱਛ ਕੇ ਸਤਿਗੁਰੂ ਵਾਲੇ ਰਾਹ 'ਤੇ ਲੱਗੋ। ਕੁਛ ਆਦਮੀ ਇਸ ਤਰ੍ਹਾਂ ਦੇ ਚੱਕਰ 'ਚ ਨੇ ਭਈ ਅੰਮ੍ਰਿਤ ਛਕਿਆ ਹੈ ਜੀ। ਅੰਮ੍ਰਿਤ ਜਿਹੜਾ ਨਾ ਉਹ ਇੱਕ ਸਾਡੀ ਬਾਹਰ ਦੀ ਚੀਜ਼ ਹੈ, ਅੰਦਰ ਜਿਹੜਾ ਹੈ ਉਹ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਾ ਭਾਈ। ਉਹ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਹੈਗਾ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨਾ ਨੂੰ ਪਠਾਏ। ਇਹ ਭਜਨ ਪੁੱਛੋ, ਭਜਨ ਪੁੱਛ ਕੇ ਅਤੇ ਕਰਿਆ ਕਰੋ।
जिस वेले इस संसार तो जाना, इस नाम ने सहायता करनी है। पिछले युगां 'च अपना अपना धर्म सी, ते इस युग 'च लिखिया कि सतयुग सत, तेता जगी, द्वापर पूजा चार, तीनों जुग तीनों दिड़े, कर केवल नाम आधार। जे नहीं जपदा तो फिर आंदे ने पार कैसे पाए बोरे, बोको को भी ना कहे समझाए। मैनू दसो पार किस तरह लंघोगे जे इस नाम के बेड़े नहीं चढ़ोगे। तो साध संगत जी, जिन्होंने ने कोई मास शराब खाते पीते ने, वो छड्ड के भजन पुछो, तो भजन पुछ के भजन करया करो। भजन पुछ भी लिया ना तो तुसीं घर लिया के 10 बोरियां कणक दियां रख दो, जो पी के खाओगे नहीं ढिड च नहीं जाणगियां। भजन पुछ के भजन करया करो। और हुक्म ये है कि हर साह नाल नाम जपया जावे, पर घट्टो घट्ट एक एक घंटा नाम सिमरन जरूर करो। जिन्होंने भजन पुछना होवे वो 10 दिन सूबा जी भजन दसणगे ते भजन करया करो। अपना मिलन दा इस थां बैठ के, गुरुद्वारिਆਂ 'ਚ बैठ के फायदा ये है कि असीं सतगुरू वाली गल करिए, नाम जपण दी गल करिए, भजन बाणी दी गल करिए। ਤੇ ਜਿੱਥੇ ਇਹ ਗੱਲ ਨਹੀਂ ਹੁੰਦੀ ਉੱਥੇ ਗੁਰਦੁਆਰਿਆਂ 'ਚ ਪੈਸਿਆਂ ਤੋਂ ਲੜਦੇ ਨੇ, ਮਰਦੇ ਨੇ, ਇੱਕ ਦੂਜੇ ਨੂੰ ਗੋਲੀਆਂ ਮਾਰ ਦਿੰਦੇ ਨੇ। ਬਾਹਰ ਜਾ ਕੇ ਚੰਗੇ ਭਲੇ ਹੁੰਦੇ ਨੇ, ਦੁਕਾਨਾਂ 'ਤੇ ਗੁਰਦੁਆਰੇ ਜਾ ਕੇ ਲੜਨ ਲੱਗ ਪੈਂਦੇ ਨੇ। ਤੁਹਾਨੂੰ ਸਭ ਪੜ੍ਹਦੇ ਹੋ ਬਾਰੇ ਨੂੰ ਸਾਰਾ ਪਤਾ ਹੀ ਹੈ। ਸੋ ਇੱਥੇ ਆ ਕੇ ਬਹਿ ਕੇ ਕੋਈ ਗੱਲ ਵਿਹਾਰ ਦੀ ਨਾ ਕੀਤੀ ਜਾਵੇ ਬਗੈਰ ਇਸ ਗੱਲ ਤੋਂ। ਜਿਹੜਾ ਇੱਥੇ ਕੰਮ ਕਰਨਾ ਉਹ ਕੀਤਾ ਜਾਵੇ, ਜਿਹੜੀ ਗੱਲ ਇੱਥੋਂ ਵਾਲੀ ਉਹ ਕੀਤੀ ਜਾਵੇ। ਇੱਥੇ ਬੈਠ ਕੇ ਨਾਮ ਸਿਮਰਨ ਕਰਿਆ ਕਰੋ ਸਾਰੇ। ਮੈਂ ਤੁਹਾਨੂੰ ਇੰਨੀ ਅਰਜ਼ ਕਰਨੀ। परम सत्कारयोग साध संगत डॉक्टर अवतार सिंह जी, बाकी डॉक्टर साहिबान, जिला प्रशासन, प्रैस वाले तो होर आए सज्जनों, सब तो पहलों मेरा जी करता है असीं उन्हां सतगुरां नूं याद करिए जिन्हां दी किरपा नाल इह इलाका वसिया। एक उन्हें सब गज के आखो धन श्री सतगुरु प्रताप सिंह। हर ਇਹੋ ਜਿਹਾ ਕੰਮ ਹੈ ਵੀ ਜਿਸ ਤਰ੍ਹਾਂ ਹੁਣ ਅਸੀਂ ਮਰੀਜ਼ਾਂ ਨੂੰ ਬੜੀ ਪ੍ਰੇਰਨਾ ਦੇ ਦੇ ਕੇ ਬੜੀ ਮੁਸ਼ਕਿਲ ਨਾਲ ਇੱਥੇ ਲਿਆਉਂਦੇ ਹਾਂ ਨਾ, ਪਾਕਿਸਤਾਨ ਨੂੰ ਕੱਢਣ ਵਾਸਤੇ ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ। ਡੰਡੇ ਨਾਲ ਵੀ ਕੱਢ ਕੇ ਲਿਆਂਦਾ, ਕਈਆਂ ਨੂੰ ਸੁਪਨਿਆਂ 'ਚ ਦਰਸ਼ਨ ਦੇ ਕੇ ਆਖਿਆ ਵੀ ਛੇਤੀ ਨਿਕਲਿਆ, ਉਹ ਸਾਰੇ ਮੌਜੂਦ ਨੇ ਇੱਥੇ। ਫਿਰ ਇਹ ਇਲਾਕਾ ਇਹੋ ਜਿਹਾ ਚੁਣਿਆ ਜਿਹਦੀ ਕੀਮਤ ਪੈਸਿਆਂ ਵਿੱਚ ਬਹੁਤ ਘੱਟ ਸੀ, ਅਤੇ ਜਿਹੜੇ ਉੱਥੋਂ ਛੱਡ ਕੇ ਆਏ ਉਹ ਜ਼ਮੀਨਾਂ ਬੜੀਆਂ ਕੀਮਤ ਵਾਲੀਆਂ ਸਨ। ਇੱਕ ਇੱਕ ਮੁਰੱਬੇ ਦੇ 7-7 ਮੁਰੱਬੇ ਹੋ ਗਏ ਉਹਨਾਂ ਦੇ। ਫਿਰ ਜਿਹੜੇ ਪਹਿਲੇ ਦਿਨ ਲੰਘੇ ਨੇ, ਮੈਨੂੰ ਪਤਾ ਮੈਂ ਟਰੈਕਟਰ 'ਤੇ 1600 ਮਣ ਦਾਣਾ ਮਹੀਨੇ ਦਾ ਢੋਂਦਾ ਰਿਹਾ ਆਪ। ਇੱਥੇ ਟਰੈਕਟਰ ਹੈਗਾ ਸੀ ਕਾਰਮਿਕ ਡੇਅਰਿੰਗ WD9, ਲਾਹੌਰੋਂ ਨਵਾਂ ਲਿਆ ਸੀ। ਉਹਨਾਂ ਦਿਨਾਂ 'ਚ ਉਹ 15,000 ਦਾ ਸੀ। ਉਹ ਦਿਨ ਇਹੋ ਜਿਹੇ ਸਨ ਵੀ ਕੋਈ ਸੜਕ ਨਹੀਂ ਸੀ, ਅਤੇ ਬੜਾ ਘੱਟੇ ਅਤੇ ਮਿੱਟੀ ਵਾਲਾ ਰਾਹ ਸੀ। ਉਹ ਸਾਈਕਲਾਂ 'ਤੇ ਵੀ ਮੈਂ ਕਈ ਵਾਰ ਘੋੜੀਆਂ 'ਤੇ ਜਾਂਦਾ ਰਿਹਾ ਸਰਸੇ ਤੱਕ। ਸਤਿਗੁਰਾਂ ਨੇ ਕਿਰਪਾ ਕੀਤੀ। ਇਹ ਉਹ ਇਲਾਕਾ ਸੀ ਜਿਹਦੇ ਵਿੱਚ ਪਾਣੀ ਨਹੀਂ ਸੀ ਲੱਭਦਾ। ਜੀਵਨਗਰ ਸਾਡੇ ਬਿਲਕੁਲ ਪਰਲੇ ਪਾਸੇ ਚੜ੍ਹਦੇ ਪਾਸੇ ਥੋੜ੍ਹੀ ਜਿਹੀ ਦੂਰ ਇੱਕ ਬੋਰ ਕੀਤਾ ਐਗਰੀਕਲਚਰ ਮਹਿਕਮੇ ਵੱਲੋਂ, ਜਿਹੜਾ 550 ਫੁੱਟ ਤੱਕ ਗਿਆ ਅਤੇ ਪਾਣੀ ਨਹੀਂ ਲੱਭਾ ਉਹਦੇ 'ਚ। ਅਤੇ ਉਹ ਫਿਰ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਪੁੱਟਿਆ ਸੀ, ਕੱਢਿਆ ਬਾਹਰ। ਪਰ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਵੀ ਇੱਥੇ ਪਾਣੀ ਜਿਹੜਾ ਉਹ ਫਿਲਟਰ ਪਾਉਣ ਦੀ ਵੀ ਲੋੜ ਨਹੀਂ, ਥੱਲੇ ਕੈਵਿਟੀ ਬਣ ਜਾਣੀ 60-70 ਫੁੱਟ 'ਤੇ ਜਿੰਨੇ ਵੀ ਦੂਰ 'ਤੇ, ਅਤੇ ਦਵਾ ਦਵ ਪਾਣੀ ਲੱਗ। ਇਹਨਾਂ ਗੱਲਾਂ ਦਾ ਪਤਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਉਹ ਵੇਲਾ ਵੇਖਿਆ ਜਦੋਂ ਪਾਣੀ ਨਹੀਂ ਸੀ, ਸੜਕਾਂ ਨਹੀਂ ਸਨ, ਬਿਜਲੀ ਨਹੀਂ ਸੀ, ਕੋਈ ਸਾਧਨ ਨਹੀਂ ਸਨ। ਅਤੇ ਸਾਧਨ ਇੱਕੋ ਸੀ ਜਿਹੜਾ ਘੱਟੇ ਦਾ ਹੁੰਦਾ ਸੀ, ਗਰਦੇ ਦਾ। ਅੰਦਰ ਬੈਠੇ ਟਰੰਕਾਂ ਦੇ ਵਿੱਚ ਕੱਪੜੇ ਜਿਹੜੇ ਨੇ ਉਹਨਾਂ ਦੇ ਟਰੰਕਾਂ ਦੇ ਬੂਹਿਆਂ ਅੱਗੇ ਰਿੱਝ ਬਣ ਜਾਂਦੀ ਸੀ ਘੱਟੇ ਦੀ ਜਦੋਂ ਟਰੱਕ ਖੋਲ੍ਹਦੇ ਸਨ। ਇਸ ਤਰ੍ਹਾਂ ਦੀ ਹਾਲਤ ਸੀ। ਉਹਨਾਂ ਸਤਿਗੁਰਾਂ ਨੇ ਕਿਰਪਾ ਕੀਤੀ ਅਤੇ ਇਹ ਆਖਿਆ ਪਾਣੀ ਇੱਥੇ ਬਥੇਰਾ, ਤੁਸੀਂ ਘਬਰਾਓ ਨਾ। ਕਈ 1949-50 ਦੇ ਵਿੱਚ ਇੱਕ ਫੈਮਿਨ ਜਿਹਾ ਹੋ ਗਿਆ ਅਤੇ ਇੱਥੋਂ ਬਹੁਤ ਸਾਰੇ ਸਰੀਰ ਚਲੇ ਗਏ ਨਾਭੇ, ਪਟਿਆਲੇ, ਲੁਧਿਆਣੇ, ਡੰਗਰ ਲੈ ਕੇ। ਸਤਿਗੁਰਾਂ ਨੇ ਕਿਰਪਾ ਕੀਤੀ, ਤੁਸੀਂ ਘਬਰਾਓ ਨਾ, ਸਭ ਕੁਛ ਮਿਲੇਗਾ। ਸਤਿਗੁਰਾਂ ਨੇ ਕਿਰਪਾ ਕੀਤੀ, ਪਾਣੀ ਮਿਲਿਆ, ਸਾਰਾ ਕੁਛ ਹੋਇਆ, ਮੀਂਹ ਵੀ ਪੈ ਗਿਆ। ਫਿਰ ਆਹ ਨਾਲੀ ਦਾ ਬੰਨ੍ਹ ਜਿਹੜਾ ਇਹ ਕਿਸੇ ਸੰਸਥਾ ਨੇ ਨਹੀਂ ਬਣਵਾਇਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ। ਮੈਂ ਨਾਲ ਜਾਂਦਾ ਰਿਹਾ ਬਹੁਤ ਵੇਰਾ, ਪੰਜਾਬ ਸਰਕਾਰ ਨੂੰ ਆਖ ਕੇ ਉਹਨਾਂ ਆਖਣਾ ਪਿਛਲੇ ਪਾਸੇ 2 ਪਿੰਡ ਨੇ, 3 ਪਿੰਡ ਨੇ, ਉਹ ਉਜੜ ਜਾਣਗੇ। ਸਤਿਗੁਰੂ ਆਖਿਆ ਅਗਲੇ ਪਾਸੇ ਕਿੰਨੇ ਪਿੰਡ ਉਜੜਦੇ ਨੇ, ਅਤੇ ਤੁਸੀਂ ਇਹਨੂੰ ਉਹ ਬੰਨ੍ਹ ਬਣਾ ਕੇ ਇਹਦਾ ਹੈੱਡ ਬਣਾਓ ਇੱਥੇ, ਅਤੇ ਅੱਗੋਂ ਪਾਣੀ ਚੱਜ ਨਾਲ ਦਿਓ ਸਾਰਿਆਂ ਨੂੰ। ਸਤਿਗੁਰਾਂ ਨੇ ਹੁੰਦਿਆਂ ਨਹੀਂ ਬਣਿਆ, ਲੇਕਿਨ ਬਾਅਦ ਵਿੱਚ ਉਹ ਸਾਰਾ ਕੰਮ ਹੋਇਆ।
ਸੋ ਇੱਥੇ ਮੈਨੂੰ ਇਹ ਚੇਤਾ ਵੀ ਸਰਦਾਰ ਹਰਦਿਆਲ ਸਿੰਘ SDM ਹੁੰਦੇ ਸਨ ਅਤੇ ਬਦਰੂ ਰਾਮ ਤਹਿਸੀਲਦਾਰ ਸੀ। ਉਹਨਾਂ ਦਿਨਾਂ 'ਚ ਉਹ ਆਪ ਵੀ ਆ ਕੇ ਇੱਥੇ, ਮੈਂ ਆਪ ਜਾਂਦਾ ਨੇ ਸੜਕਾਂ ਬਣਾਉਣ ਵਾਸਤੇ, ਅਤੇ ਜਿੰਨੀ ਕੁ ਮਿੱਟੀ ਸੜਕ 'ਤੇ ਪਾਉਣੀ ਹਨੇਰੀ ਨੇ ਉਡਾ ਕੇ ਲੈ ਜਾਣੀ, ਇਸ ਤਰ੍ਹਾਂ ਦੀ ਹਾਲਤ ਸੀ। ਅਤੇ ਸਹੁਰਾ ਕਿਰਪਾ ਕੀਤੀ। ਸਹੁਰਾ ਨੇ ਆਖਿਆ ਸੀ ਵੀ ਮੇਰਾ ਦਿਲ ਉਦੋਂ ਖੁਸ਼ ਹੋਏਗਾ ਜਦੋਂ ਤੁਹਾਡੇ ਘਰ ਬਿਜਲੀਆਂ ਦੇ ਪੱਖੇ ਲੱਗਣਗੇ ਅਤੇ ਤੁਸੀਂ ਸੁੱਖ ਲਓਗੇ। ਭਾਵੇਂ ਉਹਨਾਂ ਸਹੁਰਾ ਨੂੰ ਅਸਾਂ ਸਮਝਿਆ ਨਹੀਂ ਅਤੇ ਉਹਨਾਂ ਦੀ ਮੁਖਾਲਫਤ ਕੀਤੀ। ਕੋਈ ਵੀ ਕੰਮ ਚੰਗਾ ਹੋਵੇ ਤਾਂ ਮੁਖਾਲਫਤ ਜ਼ਰੂਰ ਹੋ ਜਾਂਦੀ ਆ, ਪਰ ਸਹੁਰਾ ਨੇ ਇਹ ਆਖਿਆ ਕਿ ਮੇਰਾ ਨਿੰਦਿਆਂ ਨਾਲ ਕੁਛ ਘਟਦਾ ਨਹੀਂ ਅਤੇ ਉਸਤਤ ਨਾਲ ਮੇਰਾ ਕੁਛ ਵੱਧਦਾ ਨਹੀਂ। ਮੈਨੂੰ ਖੁਸ਼ੀ ਹੈ ਕਿ ਮੇਰੀ ਕੌਮ ਜਿਹੜੀ ਹੈ ਨਾ, ਪਾਕਿਸਤਾਨੋਂ ਇੰਨਾ ਧਨ ਲੈ ਕੇ, ਜ਼ਮੀਨ ਲੈ ਕੇ ਇੱਥੇ ਆ ਗਈ ਹੈ ਅਤੇ ਇੱਥੇ ਆ ਕੇ ਵਸ ਗਏ ਨੇ। ਸਗੋਂ ਨੇ ਭੱਠਾ ਲਵਾਇਆ ਜਿਹਦੇ 'ਚ ਇੱਟਾਂ ਪੱਕੀਆਂ ਕਰਵਾਈਆਂ ਇੱਥੇ ਥੇੜ ਦੇ ਉੱਤੇ। ਉਦੋਂ ਭੱਠਾ ਲੱਕੜਾਂ ਨਾਲ ਚੱਲਦਾ ਸੀ। ਲੱਕੜਾਂ ਨਾਲ ਭੱਠਾ ਚਲਾ ਕੇ ਕਈਆਂ ਨੂੰ ਮੁਫਤ ਇੱਟਾਂ ਦਿੱਤੀਆਂ, ਕਈਆਂ ਨੂੰ ਵੱਧੀ ਕੀਮਤ 'ਤੇ ਦਿੱਤੀਆਂ, ਕਿਸੇ ਤਰ੍ਹਾਂ ਕਰਕੇ ਇੱਥੇ ਖੂਹ ਲਵਾਏ। ਉਸ ਤੋਂ ਬਾਅਦ ਜਿਹੜੇ ਪਹਿਲੋਂ ਲੱਗੇ ਨੇ, ਮੈਨੂੰ ਚੇਤਾ ਚੰਗੀ ਤਰ੍ਹਾਂ ਤਾਂ ਨਹੀਂ, ਪਰ 11 ਕੁ ਟਿਊਬਵੈੱਲ ਬੜੀ ਮੁਸ਼ਕਿਲ ਨਾਲ ਪਹਿਲੋਂ ਲੱਗੇ ਸਨ ਅਤੇ ਪਾਣੀ ਸਹੁਰਾਂ ਨੇ ਕਿਰਪਾ ਕਰਕੇ ਦਿੱਤਾ। ਇਸ ਵਾਸਤੇ ਉਹਨਾਂ ਸਹੁਰਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਭਗਤ ਸਿੰਘ ਦੇ ਨਾਂ ਨਾਲ ਇੱਥੇ ਕਲੱਬ ਦੀ ਗੱਲਬਾਤ ਚੱਲਦੀ ਹੈ, ਪਰ ਭਗਤ ਸਿੰਘ ਨੇ ਸਤਿਗੁਰੂ ਰਾਮ ਸਿੰਘ ਨੂੰ ਕਿਵੇਂ ਯਾਦ ਕੀਤਾ ਹੈ, ਇਹ ਕਲੱਬ ਵਾਲਿਆਂ ਨੂੰ ਭੁੱਲਣਾ ਨਹੀਂ ਚਾਹੀਦਾ। ਵਰਿਆਮ ਅਖਬਾਰ ਜਿਹੜਾ ਜਗਦੀਸ਼ ਸਿੰਘ ਉਹਦੇ ਜਲੰਧਰ ਤੋਂ ਕੱਢ ਕੇ 1992 ਦਾ ਬਸੰਤ ਅੰਕ ਜਿਹੜਾ ਤੁਸੀਂ ਪੜ੍ਹ ਕੇ ਵੇਖੋ, ਉਹਦੇ ਵਿੱਚ ਸਫਾ 121 'ਤੇ ਉਹ ਭਗਤ ਉਹਨਾਂ ਨੇ ਨਾਂ ਲਿਖਿਆ ਗੁਰੂ ਰਾਮ ਸਿੰਘ ਬੜੇ ਪ੍ਰਤਾਪੀ। ਭਗਤ ਸਿੰਘ ਨੇ ਲਿਖਿਆ ਅਤੇ ਉਹਦੇ 'ਚ ਉਹਨਾਂ ਨੇ ਲਿਖਿਆ ਹੈ ਕਿ ਜਿਹੜੇ ਇਹ ਗੱਲ ਪ੍ਰਸਿੱਧ ਹੋਈ ਕਿ ਤਾਂ ਜੋ 2 ਬਦਮਾਸ਼ ਅੰਗਰੇਜ਼ਾਂ ਵੱਲੋਂ ਉਹਨਾਂ ਦੀ ਸ਼ਕਤੀ ਪ੍ਰੀਖਿਆ ਲਈ ਲੈਣ ਗਏ, ਉਹਨਾਂ ਕਿਹਾ ਸੀ ਵੇਖਾਂਗੇ ਸਾਡੇ ਉੱਤੇ ਕੀ ਅਸਰ ਪੈਂਦਾ, ਪਰ ਸਿੱਖਿਆ ਬਾਅਦ ਉਹਨਾਂ ਦੇ ਸ਼ਖਸੀ ਦੋਸ਼ ਵੀ ਦੂਰ ਹੋ ਗਏ। ਇਸ ਤਰ੍ਹਾਂ ਡਾਕਟਰ ਗੋਕਲ ਚੰਦ ਇੱਕ ਲੇਖ ਲਿਖਦੇ ਹਨ ਕਿ ਉਹਨਾਂ ਦੀ ਦਾਦੀ ਦਾ ਭਰਾ ਇੱਕ ਮਾੜੇ ਚਾਲ ਚੱਲਣ ਵਾਲਾ ਬੰਦਾ ਸੀ। ਉਸਨੂੰ ਹੁੱਕਾ ਪੀਣ ਦੀ ਆਦਤ ਸੀ। ਸਿਰਫ ਇੱਕ ਵਾਰ ਹੀ ਗੁਰੂ ਜੀ ਦੇ ਦਰਸ਼ਨਾਂ ਨੇ ਉਹਨਾਂ ਦਾ ਜੀਵਨ ਇੱਕਦਮ ਬਦਲ ਦਿੱਤਾ। ਇਸ ਤਰ੍ਹਾਂ ਇੱਕ ਹੋਰ ਆਦਮੀ ਜਿਸ ਨੇ ਕਤਲ ਕੀਤਾ ਸੀ, ਗੁਰੂ ਜੀ ਨੇ ਸੁਧਰਿਆ। ਫਿਰ ਉਸਨੇ ਆਪਣੇ ਆਪ ਕਚਹਿਰੀ ਵਿੱਚ ਪੇਸ਼ ਹੋ ਕੇ ਆਖਿਆ ਕਿ ਮੈਂ ਜੁਰਮ ਮੰਨਿਆ ਕਿ ਮੈਂ ਇਹ ਕਤਲ ਕੀਤਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ। ਇੱਕ ਪੁਲਿਸ ਦਾ ਇੰਸਪੈਕਟਰ ਕੋਈ ਸੀ, ਉਹ ਸਰਕਾਰ ਨੇ ਸਬ ਇੰਸਪੈਕਟਰ ਸੀ ਭੇਜਿਆ। ਉਹ ਬੜਾ ਖੁਸ਼ ਸੀ, ਉਸਨੂੰ ਆਸ ਸੀ ਕਿ ਸਾਰੇ ਭੇਦ ਖੋਲ੍ਹ ਕੇ ਕੁਝ ਇਨਾਮ ਲਏਗਾ। ਗੁਰੂ ਜੀ ਦੇ ਦਰਸ਼ਨ ਕੀਤੇ, ਅਜੇ ਵਾਪਸ ਆ ਗਿਆ। ਆਉਂਦਿਆਂ ਹੀ ਅਸਤੀਫਾ ਦੇ ਦਿੱਤਾ। ਅਫਸਰਾਂ ਨੇ ਪੁੱਛਿਆ ਅਸਤੀਫਾ ਕਿਉਂ ਦਿੰਦਾ ਹੈ? ਉੱਤਰ ਦਿੱਤਾ ਗੁਰੂ ਜੀ ਦਾ ਇਹ ਹੁਕਮ ਹੈ ਕਿ ਉਹ ਕਹਿੰਦੇ ਹਨ ਕਿ ਵਿਦੇਸ਼ੀ ਹਾਕਮਾਂ ਦੀ ਨੌਕਰੀ ਬਿਲਕੁਲ ਨਾ ਕਰੋ। ਇਸ ਤਰ੍ਹਾਂ ਦਾ ਸਤਿਗੁਰੂ ਰਾਮ ਸਿੰਘ ਨੂੰ ਭਗਤ ਸਿੰਘ ਨੇ ਯਾਦ ਕੀਤਾ ਅਤੇ ਤੁਹਾਨੂੰ ਵੀ ਚਾਹੀਦਾ ਕਿ ਸਤਿਗੁਰੂ ਰਾਮ ਸਿੰਘ ਨੂੰ ਯਾਦ ਕਰੋ। ਉਹ ਕਿਉਂ ਹੋਇਆ ਕਿ ਬਾਣੀ ਸਤਿਗੁਰਾਂ ਨੇ ਲਿਖਿਆ ਕਿ ਜਿੰਨੀ ਨਾਮ ਦੀ ਤਾਕਤ ਹੈ ਹੋਰ ਕੋਈ ਦੁਨੀਆ ਦੀ ਤਾਕਤ ਨਹੀਂ, ਜਿੰਨੀ ਸਤਿਗੁਰਾਂ ਦੇ ਚਰਨਾਂ ਦੀ ਤਾਕਤ ਹੈ ਹੋਰ ਕੋਈ ਦੁਨੀਆ ਦੀ ਤਾਕਤ ਨਹੀਂ। ਬਾਣੀ ਵਿੱਚ ਲਿਖ ਦਿੱਤਾ ਹੈ ਕਿ ਆਵਦ ਕੱਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ। ਉਹ ਆਦਮੀ ਜਿਹਦਾ ਚਰਨਾਂ ਨਾਲ ਪ੍ਰੇਮ ਲੱਗਾ ਹੈ ਕਿਸੇ ਹਥਿਆਰ ਨਾਲ ਨਹੀਂ ਕੱਟਿਆ ਜਾਂਦਾ। ਸੋ ਤੁਸੀਂ ਆਪਾਂ ਧਰਮ ਨੂੰ ਮੰਨਣ ਵਾਲੇ ਹਾਂ ਸਾਰੇ, ਪਰ ਧਰਮ ਨੂੰ ਮੰਨਣ ਵਾਲੇ ਇਸ ਤਰ੍ਹਾਂ ਕਿ ਜਿਹੜੇ ਨਹੀਂ ਧਰਮ ਨੂੰ ਮੰਨਣ ਵਾਲੇ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ, ਉਹ ਵੀ ਸਾਡੇ ਨੇ। ਸਤਿਗੁਰਾਂ ਨੇ ਜਦੋਂ ਪਾਕਿਸਤਾਨ ਬਣਿਆ ਤਾਂ ਇਹ ਨਹੀਂ ਵੀ ਸਿਰਫ ਨਾਮਧਾਰੀਆਂ ਨੂੰ ਆਖਿਆ, ਸਭ ਧਰਮਾਂ ਵਾਲਿਆਂ ਨੂੰ, ਜਿਹੜੇ ਨਹੀਂ ਧਰਮ ਨੂੰ ਮੰਨਣ ਵਾਲੇ ਉਹਨਾਂ ਨੂੰ ਵੀ ਆਖਿਆ ਜੇ ਮੇਰੀ ਗੱਲ ਸੱਚੀ ਨਾ ਹੋਈ ਤਾਂ ਵਾਪਸ ਆ ਜਾਏ, ਪੂਰਾ ਨਿਕਲੇ ਹੋਏ ਸੋ ਸਾਰੇ ਤੁਸੀਂ। ਸੋ ਉਹਨਾਂ ਨੇ ਕਿਰਪਾ ਕੀਤੀ ਹੈ ਅਤੇ ਇਸ ਇਲਾਕੇ 'ਚ ਅਸੀਂ ਜਿੰਨੀ ਸੇਵਾ ਕਰ ਲਵਾਂਗੇ ਓਨਾ ਹੀ ਸਾਡੇ ਲਈ ਬਹੁਤ ਚੰਗੀ ਗੱਲ ਹੈ। ਦਰਪਿੰਦਰ ਸਿੰਘ ਉਹਨਾਂ ਨੇ ਹੋਰ ਵੀ ਕਈਆਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਇਲਾਕੇ ਵਿੱਚ। ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਰਹਿ ਗਈ ਹੈ, ਮੈਨੂੰ ਜਿਸ ਤਰ੍ਹਾਂ ਚੇਤਾ ਵੀ ਕਿਸੇ ਨੇ ਇਹ ਨਹੀਂ ਹੈ ਦੱਸਿਆ ਕਿ ਇੱਥੇ ਡਰੱਗ ਜਿਹੜੇ ਨੇ ਉਹ ਵਰਤੋਂ ਉਹਨਾਂ ਦੀ ਹੁੰਦੀ ਹੈ। ਉਹ ਬਹੁਤ ਜ਼ਰੂਰੀ ਚੀਜ਼ ਹੈ ਕਿ ਉਹ ਅਮਲ ਜਿਹੜੇ ਨੇ ਉਹ ਛਡਾਏ ਜਾਣ। ਮੇਰੇ ਕੋਲ ਜਿਹੜੇ ਕੋਈ ਬੰਦੇ ਆਉਂਦੇ ਨੇ, ਮੈਂ ਕੋਸ਼ਿਸ਼ ਕਰਦਾ ਲੁਧਿਆਣੇ ਡਾਕਟਰ ਦੇ ਹਸਪਤਾਲ ਦਾਖਲ ਕਰਾ ਕੇ ਉਹਨਾਂ ਦੇ ਅਮਲ ਜਿੰਨੇ ਕੁ ਹੋ ਸਕਦੇ ਨੇ ਛਡਾਈ ਦੇ ਨੇ। ਪਰ ਇਹ ਆਖਦੇ ਨੇ ਜਣੇ ਜਿਹੜੀ ਲੱਕੜੀ ਇੱਕ ਜਣੇ ਦੇ ਬੋਝ ਸਾਰੇ ਇਕੱਠੇ ਹੋ ਕੇ ਕਰਾਂਗੇ ਤਾਂ ਬਹੁਤ ਛੇਤੀ ਕੰਮ ਹੋ ਜਾਏਗਾ। ਘਰ ਜਿੱਥੇ ਪਰਿਵਾਰ 'ਚ ਬੱਚਾ ਇਸ ਤਰ੍ਹਾਂ ਕਰਦਾ ਉਹਨੂੰ ਪ੍ਰੇਮ ਨਾਲ ਸਮਝਾਓ, ਮੇਰੇ ਕੋਲ ਲੈ ਆਓ, ਹੋਰ ਕੋਈ ਜਿਹਦੇ ਆਖੇ ਲੱਗਦਾ ਉਹਨੂੰ ਲੈ ਆਓ। ਇਹ ਚੀਜ਼ ਸਾਡੇ ਵਿੱਚ ਬਿਲਕੁਲ ਛੱਡਣੀ ਚਾਹੀਦੀ ਹੈ ਤਾਂ ਕਿ ਸਾਡੀ ਜਿਹੜੀ ਜਵਾਨੀ ਹੈ ਉਹ ਸੰਭਲੇ। ਜਵਾਨ ਹੀ ਬੰਦੇ ਜਿਹੜੇ ਨੇ ਉਹ ਸਾਰਾ ਕੁਝ ਕਰ ਸਕਦੇ ਨੇ, ਬਿਰਧ ਉਸ ਤਰ੍ਹਾਂ ਨਹੀਂ ਕਰ ਸਕਦੇ। ਹੁਣ ਉਹ ਜਿਹੜਾ ਅਸੀਂ ਸਤਿਗੁਰਾਂ ਦੀ ਕਿਰਪਾ ਨਾਲ ਸੜਕਾਂ ਬਣਾਉਂਦੇ ਸਾਂ ਅਤੇ ਮੈਂ ਵੀ ਨਾਲ ਲੱਗ ਪੈਂਦਾ, ਪਰ ਹੁਣ ਲੱਗਾ ਤਾਂ ਨਹੀਂ ਲੱਗ ਸਕਦਾ। ਜਵਾਨ ਉਮਰ ਵਾਲੇ ਬੱਚੇ ਨੇ, ਉਹਨਾਂ ਨੂੰ ਸਾਂਭੋ, ਉਹ ਆਪਣੇ ਧਰਮ ਦੀ, ਆਪਣੇ ਦੇਸ਼ ਦੀ ਰੱਖਿਆ ਕਰਨ ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਇੱਥੇ ਮੇਰਾ ਧੰਨਵਾਦ ਬਹੁਤ ਕੀਤਾ ਗਿਆ। ਮੈਂ ਸਮਝਦਾ ਕਿ ਧੰਨਵਾਦ ਉਹਦਾ ਹੈ ਜਿਹੜਾ ਸੇਵਾ ਕਰਵਾਉਂਦਾ ਹੈ।
ਉਹਦਾ ਸੇਵਾ ਕਰਨ ਵਾਲੇ ਨੂੰ ਧੰਨਵਾਦ ਕਰਾਉਣਾ ਚਾਹੀਦਾ ਕਿ ਤੂੰ ਮੇਰੇ ਕੋਲੋਂ ਇਹ ਸੇਵਾ ਲੈ ਲਈ, ਮੈਂ ਤੇਰਾ ਬਹੁਤ ਧੰਨਵਾਦ ਕਰਦਾ। ਮੈਂ ਇਹ ਅਰਜ਼ ਕਰਾਂਗਾ ਵੀ ਜਿਹੜੇ ਧਰਮ ਨੂੰ ਕੋਈ ਮੰਨਦੇ ਹੋ ਤੁਸੀਂ, ਉਸ ਧਰਮ ਦੇ ਮੁਤਾਬਕ ਆਪਣੇ ਵਿਹਾਰ ਆਚਾਰ ਆਪਣਾ ਸਾਰਾ ਕੁਝ ਠੀਕ ਕਰੋ। ਮੈਂ ਇੱਕ ਵਾਰ ਜਾਪਾਨ ਗਿਆ, ਟੋਕੀਓ, ਉੱਥੇ ਇੱਕ ਬੁੱਧ ਧਰਮ ਦੀ ਯੂਨੀਵਰਸਿਟੀ ਹੈ। ਉਹਦੇ 'ਚ 13 ਯੂਨੀਵਰਸਿਟੀਆਂ ਦੇ ਲੜਕੇ ਬੁੱਧ ਧਰਮ ਪੜ੍ਹਦੇ ਨੇ, ਆ ਕੇ ਮੁੰਡੇ ਕੁੜੀਆਂ ਬਹੁਤ ਸਾਰੇ ਇਕੱਠੇ ਹੋਏ। ਅਤੇ ਉਸ ਡਾਕਟਰ ਗੋਪਾਲ ਸਿੰਘ ਦਰਦੀ ਹੈਗੇ ਸਨ, ਜਿਨ੍ਹਾਂ ਨੇ ਗ੍ਰੰਥ ਸਾਹਿਬ ਦਾ ਤਰਜਮਾ ਵੀ ਕੀਤਾ ਸੀ। ਉਹ ਗਵਰਨਰ ਲੱਗੇ ਰਹੇ ਸਨ ਗੋਆ ਵਿੱਚ ਜਾ ਕੇ, ਉਹ ਮੇਰੇ ਨਾਲ ਸਨ। ਉਹਨਾਂ ਨੇ ਲੈਕਚਰ ਕੀਤਾ ਅਤੇ ਉਹਨਾਂ ਮੁੰਡਿਆਂ ਕੁੜੀਆਂ ਨੇ ਪੁੱਛਿਆ ਵੀ ਸਾਨੂੰ ਇਹ ਦੱਸੋ ਕਿ ਸਾਰਿਆਂ ਦਾ ਸਾਂਝਾ ਧਰਮ ਕਿਹੜਾ ਹੈ। ਮੈਂ ਡਾਕਟਰ ਗੋਪਾਲ ਸਿੰਘ ਨੂੰ ਆਖਿਆ ਵੀ ਮੈਂ ਤਾਂ ਅੰਗਰੇਜ਼ੀ ਨਹੀਂ ਬੋਲ ਸਕਦਾ, ਮੈਂ ਤੈਨੂੰ ਪੰਜਾਬੀ ਦੱਸਾਂਗਾ ਅਤੇ ਤੂੰ ਇਹਨਾਂ ਨੂੰ ਸਾਰਾ ਅੰਗਰੇਜ਼ੀ ਦੱਸ ਦੇ। ਮੈਂ ਉਹਨਾਂ ਨੂੰ ਆਖਿਆ ਕਿ ਸਾਡੇ ਸਤਿਗੁਰਾਂ ਨੇ ਲਿਖਿਆ ਹੈ, ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਮੈਂ ਕਿਹਾ ਇਹਦੇ 'ਚ ਕੋਈ ਵੀ ਜਿਹੜਾ ਨਹੀਂ ਧਰਮ ਨੂੰ ਮੰਨਣ ਵਾਲਾ ਇਹ ਨਹੀਂ ਆਖੇਗਾ ਵੀ ਝੂਠ ਜ਼ਰੂਰ ਬੋਲੋ, ਸੱਚ ਬੋਲਣ ਨੂੰ ਆਖੇਗਾ। ਅਤੇ ਉਹ ਬੜੇ ਸਾਰੇ ਖੁਸ਼ ਹੋਏ। ਉਹ ਦਖਲ ਕਰਾਉਣ ਵਾਸਤੇ ਮੈਂ ਦਖਤ ਕਰਕੇ ਨਹੀਂ ਦਿੰਦਾ ਕਿਸੇ ਨੂੰ। ਉਹ ਮੇਰਾ ਮਤਲਬ ਇਹ ਹੈ ਵੀ ਇਹ ਸਾਰੀਆਂ ਗੱਲਾਂ ਸਾਰੀਆਂ ਸਾਂਝੀਆਂ ਹੋ ਜਾਣ, ਆਪਸ ਵਿੱਚ ਪ੍ਰੇਮ ਪਿਆਰ ਨਾਲ ਰਿਹਾ ਜਾਵੇ ਇੱਕ ਦੂਸਰੇ ਨਾਲ। ਇਦੋਂ ਅਗਾਂਹ ਇਹ ਜਿੰਨੇ ਜੀਵ ਜੰਤ ਨੇ, ਉਹ ਕਈ ਥਾਈਂ ਇਸ਼ਤਿਹਾਰ ਲੱਗੇ ਨੇ ਕਿ ਇਹਨਾਂ ਨੂੰ ਜੀਵ ਜੰਤੂਆਂ ਨੂੰ ਬਚਾਓ। ਜੇ ਉਹ ਜੀਵ ਜੰਤ ਆਖਣ ਵੀ ਬੰਦੇ ਨੂੰ ਮਾਰ ਕੇ ਅਸਾਂ ਖਾਣਾ ਹੈ, ਅਤੇ ਫਿਰ ਬੰਦਾ ਕੀ ਸੋਚੇਗਾ। ਉਹ ਸਾਡੇ ਵਿੱਚ ਰਹਿਣ ਵਾਲੇ ਨੇ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਬਾਅਦ ਵਿੱਚ ਬਦਲਾ ਲੈਣਾ ਦੇਣਾ ਪੈਂਦਾ ਹੈ। ਸਾਨੂੰ ਤਾਂ ਸੱਪ ਮਾਰਨ ਦਾ ਹੁਕਮ ਨਹੀਂ। ਇਸ ਵਾਸਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਪੂਰੀ ਤਰ੍ਹਾਂ ਸੇਵਾ ਕਰੋ। ਜਿਸ ਤਰ੍ਹਾਂ ਇੱਥੇ ਪਤਾ ਨਹੀਂ ਕਿਸੇ ਨੇ ਆਖਿਆ ਸੀ ਵੀ ਨਾਮਧਾਰੀ ਜਿਹੜੇ ਨੂੰ ਅਜੇ ਵੀ ਸੇਵਾ ਸਫਾਈ ਕਰਦੇ ਨੇ ਆਪਣੇ ਘਰਾਂ ਦੀ। ਹੁਣ ਬਹੁਤ ਨਹੀਂ ਰਹਿ ਗਏ। ਇਲਨਾਬਾਦ ਵਿੱਚ ਇੱਕ ਦੋ ਸਰੀਰ ਹੈਗੇ ਨੇ ਜਿਹੜੇ ਝਾੜੂ ਦਿੰਦੇ ਨੇ ਤੜਕੇ ਉੱਠ ਕੇ। ਉਹ ਇਹ ਸੇਵਾ ਬਹੁਤ ਜ਼ਰੂਰੀ ਹੈ। ਜਿਹੜਾ ਉਹਨਾਂ ਨੇ ਬਾਣੀ ਵਿੱਚ ਲਿਖਿਆ ਹੈ ਕਿ ਜਿੰਨੀ ਸਤਿਗੁਰ ਪਿਆਰਾ ਸੇਵਾ ਤਿੰਨਾ ਸੁੱਖ ਸਦ ਹੋਈ, ਗਰਮੀਆਂ ਸਿਆਲ ਵਿੱਚ ਇੱਕੋ ਜਿਹਾ ਸਾਰਾ ਸੁੱਖ। ਇਹ ਤਾਂ ਹੋਵੇਗਾ ਜੇ ਅਸੀਂ ਆਪਣੇ ਤਰੀਕੇ ਨਾਲ ਨਾਮ ਜਪਾਂਗੇ। ਭਰੀਆ ਮਤ ਪਾਪਾ ਕਹਿ ਸੰਗ ਉਹ ਧੁੱਪ ਹੈ ਨਾਵਾ ਕਹਿ ਰੰਗ। ਇੱਕ ਮੀਲ ਪੱਥਰ ਲਿਖਿਆ ਹੈ ਕਿ ਇਹ ਸਰਸੇ ਨੂੰ ਸੜਕ ਜਾਂਦੀ ਹੈ, ਇੰਨੀ ਦੂਰ ਸਰਸਾ ਹੈ। ਉਹ ਬੰਦਾ ਮੀਲ ਦੇ ਦੁਆਲੇ ਬਹਿ ਜਾਵੇ ਕਿ ਇਹ ਸਰਸਾ ਤਾਂ ਹੋਣਾ ਨਹੀਂ, ਉਹ ਸੜਕੇ ਪਏਗਾ ਤਾਂ ਸਰਸੇ ਪਹੁੰਚੇਗਾ। ਉਹ ਭਰੀਆ ਮਤ ਪਾਪਾ ਕਹਿ ਸੰਗ ਉਹ ਧੁੱਪ ਹੈ ਨਾਵਾ ਕਹਿ ਰੰਗ। ਇਹਦੇ ਅਨੁਸਾਰ ਨਾਮ ਜਪੋ, ਸਤਿਗੁਰੂ ਕਿਰਪਾ ਕਰਨ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਡਾਕਟਰ ਅਵਤਾਰ ਸਿੰਘ ਉਹਨਾਂ ਨੇ ਬੜਾ ਧਿਆਨ ਦਿੱਤਾ ਇਸ ਜ਼ਿਲ੍ਹੇ ਵੱਲ। ਇੱਕ ਜਿਹੜੇ ਪਹਿਲੇ ਕੋਈ ਆਏ ਨੇ ਉਹਨਾਂ ਦਾ ਕਸੂਰ ਨਹੀਂ, ਇਹ ਟਾਈਮ ਆਉਂਦਾ ਜਿਹਦੇ ਜਿੰਮੇ ਕੋਈ ਕੰਮ ਲੱਗਾ ਹੁੰਦਾ ਅਕਾਲ ਪੁਰਖ ਵੱਲੋਂ ਉਹ ਹੋ ਜਾਂਦਾ। ਉਹ ਬਹੁਤ ਵਧੀਆ ਗੱਲ ਹੈ। ਇਹ ਖੁਦ ਵੀ ਡਾਕਟਰ ਨੇ ਅੱਖਾਂ ਦੇ। ਮੈਂ ਇੱਕ ਗੱਲ ਸਾਰਿਆਂ ਨੂੰ ਆਖਾਂਗਾ, ਆਪਣੇ ਨਾਮਧਾਰੀ ਸਿੰਘਾਂ ਨੂੰ ਜ਼ੋਰ ਨਾਲ, ਦੂਜਿਆਂ ਨੂੰ ਵੀ ਅਦਬ ਨਾਲ ਬੇਨਤੀ ਕਰਾਂਗਾ ਵੀ ਜਿਹੜੇ ਫਾਰਮ ਇਹਨਾਂ ਨੇ ਨੇਤਰਦਾਨ ਵਾਲੇ ਆਖੇ ਨੇ ਉਹ ਵੱਧ ਤੋਂ ਵੱਧ ਲਵੋ। ਜਦੋਂ ਤੁਸੀਂ ਸਰੀਰ ਛੱਡ ਦੇਣਾ ਤੁਹਾਡੇ ਕਿਸ ਕੰਮ ਨਹੀਂ ਆਉਣੀ ਅੱਖ। ਸਾਡੇ ਵਿੱਚ ਇਹ ਰਵਾਇਤ ਹੈਗੀ ਹੈ ਵੀ ਜੇ ਅੱਜ ਆਖਦੀ ਹੈ ਨਾ ਵੀ ਜਿਉਂਦਾ ਹੀ ਅੱਖ ਦੇ ਦੇਵੇ ਸਤਿਗੁਰਾਂ ਦੀ ਕਿਰਪਾ ਨਾਲ ਉਹ ਦੇ ਦੇਗਾ। ਪਰ ਤੁਸੀਂ ਉਹ ਫਾਰਮ ਭਰੋ, ਉਹ ਫਾਰਮ ਆਪਣੇ ਜ਼ਿਲ੍ਹੇ ਦੇ ਅਫਸਰਾਂ ਨੂੰ ਦਿਓ ਤਾਂ ਕਿ ਜਿਸ ਵੇਲੇ ਤੁਹਾਡਾ ਸਰੀਰ ਚੱਲੇ ਉਹ ਆ ਕੇ ਕਿਸੇ ਨੂੰ ਉਹ ਅੱਖ ਦਾ ਉਹ ਕੰਮ ਕਰ ਸਕਣ। ਹੋਰ ਕੋਈ ਗੱਲ ਆਖਣ ਵਾਲੀ ਜਿਹੜੀ ਨਹੀਂ ਬਹੁਤੀ ਰਹਿ ਗਈ। ਸਮਾਂ ਜਿਹੜਾ ਨਾ, ਪੈਸੇ ਹੋਰ ਬਹੁਤ ਸਾਰੀ ਚੀਜ਼ਾਂ ਨੇ, ਪਰ ਸਭ ਤੋਂ ਸਮਾਂ ਕੀਮਤੀ ਹੈ। ਜਿਹੜਾ 1 ਮਿੰਟ ਲੱਗ ਗਿਆ ਨਾ ਬੰਦੇ ਦਾ, ਉਹ ਵਾਪਸ ਕਦੇ ਨਹੀਂ ਆ ਸਕਦਾ ਭਾਵੇਂ ਸਾਰਾ ਜੋ ਲਾ ਲਵੇ। ਇਸ ਮੁਤਾਬਕ ਸਮੇਂ ਦੇ ਵੱਧ ਤੋਂ ਵੱਧ ਸਮੇਂ ਦਾ ਵਕਤ ਫਾਇਦਾ ਉਠਾਇਆ ਜਾਵੇ। ਨਾਮਧਾਰੀ ਨੂੰ ਮੈਂ ਆਖਾਂਗਾ ਉਹ ਕਰਿਓ। ਨਾਮਧਾਰੀ ਨੇ ਜਿਹਨਾਂ ਨੂੰ ਅੱਧੀ ਰਾਤ ਤੋਂ ਬਾਅਦ ਫਿਰ ਨੀਂਦ ਨਹੀਂ ਸੀ, ਉੱਠ ਕੇ ਭਜਨ ਕਰਦੇ ਸਨ। ਅਤੇ ਹੁਣ ਤੁਸੀਂ ਦੇਖ ਲਓ, ਜੇ ਕੋਈ ਹੁਣ ਉੱਠ ਕੇ ਪੱਠੇ ਵੱਢਣ ਚਲਾਏ ਤਾਂ ਚੰਗੀ ਗੱਲ ਤਾਂ ਨਹੀਂ ਲੱਗਦੀ। ਅਤੇ ਅੱਗੇ ਤੁਸੀਂ ਜਾਣਦੇ ਹੋ। ਸੋ ਮੈਂ ਇਹ ਆਖਾਂਗਾ ਸਤਿਗੁਰਾਂ ਦੀ ਕਿਰਪਾ ਨਾਲ ਪੁੱਤਾ ਮਾਤਾ ਕੀ ਆਸੀਸ ਨਿਮਕ ਨਾ ਬਿਸਰੋ ਤੁਮ ਕਹੋ ਹਰਿ ਹਰਿ ਸਦਾ ਭਜੋ ਜਗਦੀਸ਼। ਇਹੀ ਅੱਜ ਕਰਕੇ ਆ ਗਿਆ। ਤੁਹਾਡੇ ਵਿੱਚੋਂ ਕੋਈ ਵੀ ਆਦਮੀ 1 ਘੰਟਾ ਨਾਮ ਸਿਮਰਨ ਤੋਂ ਘੱਟ ਨਾ ਹੋਵੇ ਤੇ ਸੂਰਜ ਚੜ੍ਹੇ ਤੋਂ ਪਹਿਲੋਂ ਇਸ਼ਨਾਨ ਕੀਤੇ ਹੋਏ ਹੋਣ ਵਾਲੇ ਹੋਣ। ਘੱਟ ਤੋਂ ਘੱਟ ਸੂਰਜ ਤੋਂ ਚਾਹੀਦਾ ਰਿਹਾ ਵੀ 3-3 ਘੰਟੇ ਨਾਮ ਸਿਮਰਨ ਕਰਿਆ ਕਰੋ ਤੜਕੇ ਉੱਠ ਕੇ। ਪਰ 1 ਘੰਟਾ ਸੂਰਜ ਤੋਂ ਜ਼ਰੂਰ ਪਹਿਲੋਂ ਇਸ਼ਨਾਨ ਕੀਤਾ ਹੋਇਆ ਹੋਵੇ ਤਾਂ ਕਿ ਘੱਟ ਤੋਂ ਘੱਟ ਤੁਸੀਂ ਆਪਣੀ ਬਾਣੀ ਪੜ੍ਹ ਸਕੋ। ਤੇ ਇੱਕ ਜਿਹੜੇ ਮਾਸ ਸ਼ਰਾਬ ਖਾਂਦੇ ਪੀਂਦੇ ਨੇ ਤੁਹਾਡੇ ਵਿੱਚੋਂ, ਉਹਨਾਂ ਦੀ ਸੁੱਕੀ ਰਸਤ ਵੀ ਕਿਸੇ ਨੇ ਲੈ ਕੇ ਨਹੀਂ ਖਾਣੀ।
ਇਹ ਤੁਸੀਂ ਹੀ ਕਰਨਾ ਹੈ, ਤੁਹਾਡਾ ਕਿਰਦਾਰ ਇਹ ਭੁੱਲਦੇ ਜਾਂਦੇ ਆ ਬਿਲਕੁਲ ਆਪਾਂ ਸਾਰੀਆਂ ਜਿਹੜੀ ਇਹ ਗੱਲਾਂ ਨੇ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਇਸੇ ਵਾਸਤੇ ਸਾਡਾ ਨਾਮ ਸਿਮਰਨ ਨੂੰ ਜੀ ਨਹੀਂ ਕਰਦਾ, ਅਸੀਂ ਉਧਰੋਂ ਖਾਂਦੇ ਪੀਂਦੇ ਸਾਰਿਆਂ ਦੇ ਵਿੱਚ ਫਿਰ ਉਹ ਅੰਦਰਲਾ ਭਾਈ ਆ ਜਿਹੜਾ ਉਹ ਖਲੋਂਦਾ ਨਹੀਂ ਰਿਹਾ। ਤੇ ਇਹ ਦੂਸਰਾ ਆਪਣਾ ਦਸਵੰਧ ਕੱਢੋ, ਹੋਰ ਜਿਹੜਾ ਆਖੇ ਲੱਗੇ ਉਹਦਾ ਕਢਾਓ, ਉਹਦਾ ਪੂਰਾ ਹਿਸਾਬ ਰੱਖੋ। ਜਿਹੜੇ ਰੁਪਏ ਦਸਵੰਧ ਦੇ ਇੱਧਰ ਆ ਜਾਣੇ ਨੇ ਨਾ, ਉਹ ਨਾ ਸਿਨੇਮੇ ਤੇ ਲੱਗ ਸਕਦੇ ਨੇ, ਨਾ ਉਹ ਹੋਰ ਕਿਸੇ ਭੈੜੇ ਪਾਸੇ ਲੱਗ ਸਕਦੇ ਨੇ, ਉਹ ਉਹਦਾ ਸੇਫ ਹੋ ਜਾਣੇ ਨੇ। ਥੋੜਾ ਜਿਹਾ ਇਹ ਚੇਤਾ ਰੱਖਿਆ ਕਰੋ। ਥੋੜੀ ਜਿਹੀ ਗੱਲਾਂ ਆਖੀਆਂ ਨੇ ਤੇ ਮੇਲਾ ਤੁਹਾਡਾ ਸੌਰਾ ਨਹੀਂ ਕਰਦਾ। ਇੱਕ ਹੋਰ ਚੀਜ਼ ਹੈ, ਜਿਹੜਾ ਕੋਈ ਕਰ ਸਕੇ ਨਾ, ਕੋਈ ਨਲਕੇ ਦਾ ਪਾਣੀ ਛੱਡੇ, ਕੋਈ ਵੱਡੀ ਮਰਜ਼ਾਦਾ ਰੱਖੇ, ਇਹ ਬਿਲਕੁਲ ਹੱਥ ਰੇਤੇ ਨਾਲ ਮਾਂਜੋ। ਇਹ ਸਾਰਾ ਭੁੱਲ ਗਿਆ ਕੰਮ ਅਸਾਂ ਕਰਨਾ ਹੈ। ਮਦਨ ਮੋਹਨ ਮਾਲਵੀਆ ਹਿੰਦੁਸਤਾਨੀ ਸੀ, ਉਹ ਰੇਤਾ ਆਪਣਾ ਨਾਲ ਲੈ ਗਿਆ ਸੀ ਜਦੋਂ ਪਾਣੀ ਵਾਲਾ ਜਹਾਜ਼ ਗਿਆ ਸਮਾਜ ਦਾ ਲੈ, ਰੇਤੇ ਵਾਲੇ ਜੰਗਲ ਜਾ ਕੇ ਹੱਥ ਰੇਤੇ ਨਾਲ ਮਾਂਜਦੇ। ਗੜਵੇ ਡੋਰੀਆਂ ਆਪਣੀਆਂ ਆਪਣੀ ਮਿਸਾਲ ਹੀ ਸਾਡੇ ਉਹ ਚੂੜੇ ਨੇ ਰੱਖ ਜਿਹੜੀ ਝਾੜੂ ਟੋਕਰੀ, ਸਾਡੀ ਗੜਵੀ ਡੋਰੀ ਵਧੀਆ ਚੀਜ਼, ਉਹ ਨਹੀਂ ਭੁੱਲ ਗਿਆ ਸਾਰੀ ਗੱਲ। ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ, ਜਿਨ੍ਹਾਂ ਦੀ ਕਿਰਪਾ ਨਾਲ ਇਸ ਨਾਮਧਾਰੀ ਸੰਗਤ ਦੇ ਵਿੱਚ ਇਸ ਸੰਗੀਤ ਦੀ 2-3 ਢੰਗਾਂ ਨਾਲ ਹੋਂਦ ਲਗਾਤਾਰ ਐਸ ਗਏ ਗੁਜ਼ਰੇ ਜ਼ਮਾਨੇ ਵਿੱਚ ਜਾਰੀ ਹੈ। ਉਹ ਢੰਗ ਕੀ ਨੇ? ਇੱਕ ਤਾਂ ਉਹ ਢੰਗ ਹੈ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਤੋਂ ਢੋਲਕ ਛੈਣਾਂ ਨਾਲ ਸਿੰਘ ਕੀਰਤਨ ਕਰਦੇ ਸਨ। ਤੇ ਉਹ ਪੁਰਾਣੇ ਬਜ਼ੁਰਗ ਜਿਹੜੇ ਸਨ, ਉਹ ਇਸ ਤਰ੍ਹਾਂ ਦੀ ਧਾਰਨਾ ਬੱਠੀ ਬੱਠੀ ਲੈ ਕੇ ਮੁਰਲੀ ਵੱਜਿਓ ਸਤਿਗੁਰੂ ਰਾਮ ਸਿੰਘ ਦੀ ਮੁਰਲੀ ਵੱਜੀ, ਉਹ ਚੀਜ਼ ਜਿਹੜੀ ਹੈ ਨਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਪਵਿੱਤਰ ਉਪਦੇਸ਼ ਵਿੱਚ ਉਹ ਤੁਹਾਨੂੰ ਦੱਸਿਆ। ਇੱਕ ਇਸ ਤਰ੍ਹਾਂ ਹਾਲੇ ਦੇ ਸ਼ਬਦ ਜਿਹੜੇ ਪੜ੍ਹਦੇ ਸਨ। ਦੂਸਰਾ ਉਹ ਸੰਗੀਤ ਜਿਹੜਾ ਅੱਜ ਕੱਲ੍ਹ ਜਿਸ ਨੂੰ ਸ਼ਾਸਤਰੀ ਸੰਗੀਤ ਕਹਿੰਦੇ ਨੇ, ਇੱਕ ਉਹਦਾ ਢੰਗ, ਪਰ ਉਹ ਬੜਾ ਥੋੜ੍ਹਾ ਜਿਹਾ। ਤੇ ਇੱਕ ਅੰਮ੍ਰਿਤਸਰ ਦੇ ਰਬਾਬੀਆਂ ਵੱਲੋਂ ਉਹਨਾਂ ਦੇ ਰਾਹੀਂ ਆਈ ਚੀਜ਼ ਜਿਹੜੀ ਸਤਿਗੁਰੂ ਗੁਰੂ ਰਾਮਦਾਸ ਵੇਲੇ ਤੋਂ ਪ੍ਰਚਲਿਤ ਕੀਰਤਨ ਜਿਹੜੇ ਉੱਥੇ ਹੁੰਦੇ ਸਨ ਅੰਮ੍ਰਿਤਸਰ ਵਿੱਚ, ਉਸ ਦੀ ਪ੍ਰਥਾ ਇਹ ਨਾਮਧਾਰੀ ਸੰਗਤ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਨਾਲ ਅਜੇ ਤੱਕ ਮੌਜੂਦ ਹੈ। ਸਤਿਗੁਰੂ ਇਹ ਕਿਰਪਾ ਕਰਨ, ਜਿਸ ਤਰ੍ਹਾਂ ਸਾਡੇ ਬੱਚਿਆਂ ਨੇ ਉਦਮ ਕੀਤਾ, ਇਸ ਨੂੰ ਫਲ ਲਾਉਣਾ ਜਿਹੜਾ ਉਹ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਲੱਗ ਸਕਦਾ। ਹੁਣ ਤੁਸੀਂ ਇਹ ਵੇਖਦੇ ਹੋ ਭਈ ਮਿਹਨਤਾਂ ਦਾ ਫਰਕ ਜਿਹੜਾ ਹੈ, ਭਈ ਵੱਡੀ ਉਮਰ ਵਾਲੇ ਜਿਹੜੇ ਨੇ ਉਹ ਕਈ ਇੰਨੇ ਮਿਹਨਤ ਕਰ ਕਰਕੇ ਵੀ ਸਫਲਤਾ ਨਹੀਂ ਪ੍ਰਾਪਤ ਕਰਦੇ, ਜਿੰਨੀ ਕਈ ਛੋਟੀ ਉਮਰ ਵਿੱਚ ਹੀ ਘੱਟ ਮਿਹਨਤ ਨਾਲ ਵੀ ਜਿਨ੍ਹਾਂ ਨੂੰ ਸਫਲਤਾ ਵੱਧ ਪ੍ਰਾਪਤ ਹੋ ਜਾਂਦੀ ਹੈ। ਮੈਨੂੰ ਯਾਦ ਆ ਜਾਂਦਾ ਹੈ, ਸੱਜਣ ਮੈਨੂੰ ਆਉਂਦਾ ਹੁੰਦਾ ਸੀ, ਤੂੰ ਆਹ ਫਲਾਣੀ ਕੋਈ ਵੀ ਗੱਲ ਕਰਨੀ ਤੂੰ ਆਉਂਦਾ ਸਤਿਗੁਰਾਂ ਦੀ ਕਿਰਪਾ ਨਾਲ ਨਿੱਕਿਆਂ ਹੁੰਦਿਆਂ ਤੋਂ ਹੀ। ਅਤੇ ਇਹ ਮੈਂ ਸਮਝਦਾ ਭਈ ਜਿਸ ਤਰ੍ਹਾਂ ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਜਿਹਨੂੰ ਅਕਾਲ ਪੁਰਖ ਦੇ ਦੇਵੇ ਨਾ ਕੋਈ ਵੀ ਦਾਤ, ਉਹ ਚਾਰਾ ਨਹੀਂ ਕਿਸੇ ਦਾ ਚੱਲਦਾ ਉਸ ਦੇ ਬਰਾਬਰ। ਦਾਤਾਂ ਬੜੀਆਂ ਨੇ ਅਕਾਲ ਪੁਰਖ ਦੇ ਘਰ 'ਚ, ਕਹਿੰਦੇ ਆ ਦੂਖ ਭੂਖ ਸਦ ਮਾਰੇ ਵੀ ਦਾਤ ਤੇਰੀ ਦਾਤਾਰ। ਸੋ ਇਸ ਗੱਲ ਨੂੰ ਵੇਖ ਕੇ ਥੋੜ੍ਹਾ ਜਿਹਾ ਦੁੱਖ ਹੋਇਆ ਸੀ ਭਈ ਇੱਕ ਦੋ ਬੱਚਿਆਂ ਨੂੰ ਸਿੱਖਣ ਵਾਸਤੇ ਲਾਇਆ, ਅਤੇ ਉਹਨਾਂ ਦੇ ਵੀ ਮੈਂ ਸਮਝਦਾ ਬਸ ਦੀ ਗੱਲ ਨਹੀਂ, ਉਹਨਾਂ ਦੇ ਮਨ ਥੋੜ੍ਹੇ ਜਿਹੇ ਇੱਧਰੋਂ ਸਾਧ ਸੰਗਤ ਵਾਲੇ ਪਾਸਿਓਂ ਦੂਜੇ ਪਾਸੇ ਨੂੰ ਚਲੇ ਗਏ, ਅਤੇ ਉਹਨਾਂ ਨੂੰ ਇਹ ਚੇਤਾ ਨਹੀਂ ਰਿਹਾ ਭਈ ਅਸੀਂ ਸਾਡੀ ਉਪਜ ਕਿੱਥੋਂ ਹੋਈ ਹੈ, ਅਸਾਂ ਉੱਥੇ ਦਾ ਕੁਛ ਦੇਣਾ ਹੈ ਜਾਂ ਨਹੀਂ ਦੇਣਾ। ਅਤੇ ਉਸ ਗੱਲ ਤੋਂ ਥੋੜ੍ਹਾ ਜਿਹਾ ਇਹ ਜਾਪਿਆ ਭਈ ਹੁਣ ਅਸੀਂ ਕਿਵੇਂ ਕਰਾਂਗੇ। ਮਨ ਦੀ ਅਵਸਥਾ ਹੈ, ਕਦੇ ਟੁੱਟਦਾ ਹੈ ਕਦੇ ਵੱਜਦਾ। ਇੱਕ ਵਾਰ ਕੋਈ 6000 ਰੁਪਇਆ ਦਿੱਲੀ 'ਚ ਇਕੱਠਾ ਕਰਕੇ ਅਤੇ ਇੱਕ ਸਕੂਲ ਬਣਾਉਣ ਦੀ ਕੋਸ਼ਿਸ਼ ਕੀਤੀ।
ਉਹ ਜਿਹੜੀ ਜਗ੍ਹਾ ਲੈਣ ਲੱਗੇ, ਜਿਸ ਆਦਮੀ ਨੂੰ ਉਹ ਪੈਸੇ ਦਿੱਤੇ, ਉਹ ਉਸ ਦੇ ਕੋਲੋਂ ਹੀ ਜਗ੍ਹਾ ਉਹ ਖੁੱਸ ਗਈ, ਅਤੇ ਨਾਲ ਸਾਡੇ ਪੈਸੇ ਜਿਹੜੇ ਸੀ ਉਹ ਵੀ ਉਹਦੇ ਕੋਲ ਚਲੇ ਗਏ। ਨਾ ਉਹ ਮੁੜ ਕੇ ਪੈਸਾ ਆਇਆ, ਨਾ ਉਹ ਜਗ੍ਹਾ ਸਾਨੂੰ ਮਿਲ ਸਕੀ, ਪ੍ਰਾਪਤ ਹੋ ਸਕੀ। ਇਹੋ ਜਿਹੀਆਂ ਚੀਜ਼ਾਂ ਨੂੰ ਵੇਖ ਕੇ ਥੋੜ੍ਹਾ ਜਿਹਾ ਦਿਲ ਟੁੱਟਦਾ ਵੀ ਸੀ। ਪਰ ਜੇ ਇੱਧਰ ਲੱਗੇ ਰਹੀਏ ਸਗੁਰਾਂ ਵਾਲੇ ਪਾਸੇ, ਅਤੇ ਫਿਰ ਇਹ ਜ਼ਰੂਰੀ ਹੈ ਕਿ ਸਗੁਰੂ ਕਿਰਪਾ ਕਰਦਾ ਹੈ ਅਤੇ ਸਾਨੂੰ ਕਿਸੇ ਨਾ ਕਿਸੇ ਦੇ ਰਾਹੀਂ ਮਦਦ ਮਿਲ ਕੇ ਸਾਥ ਮਿਲਦਾ ਹੈ। ਜਿਸ ਤਰ੍ਹਾਂ ਹੁਣ ਇਹ ਜੰਮੂ ਵਾਲੇ ਬੱਚਿਆਂ ਦੇ ਸਗੁਰਾਂ ਦੀ ਬੜੀ ਕਿਰਪਾ ਹੈ, ਅੰਮ੍ਰਿਤਸਰ ਵਾਲਿਆਂ ਦੇ ਉੱਤੇ ਕਹਿਣ ਦੀ ਗੱਲ ਹੀ ਕੋਈ ਨਹੀਂ। ਮੈਂ ਇਹ ਅਹਿਸਾਸ ਉਹਨੂੰ ਕਰਦਾ ਵੀ ਇਹ ਕਿਰਪਾ ਕਰਨ ਸਾਰੇ ਹੀ ਕਿ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰਿ ਹਰਿ ਸਦਾ ਭਜੋ ਜਗਦੀਸ਼। ਇਹਨਾਂ ਬੱਚਿਆਂ ਦਾ ਮੂੰਹ ਸਗੁਰਾਂ ਵਾਲੇ ਪਾਸੇ ਨੂੰ ਰਵੇ। ਜਿਵੇਂ ਡਰ ਲੱਗਦਾ ਇਸ ਗੱਲ ਤੋਂ ਜੇ ਬਹੁਤੀ ਤਾਰੀਫ ਕਰੀਏ ਅਤੇ ਉਹ ਮੁੜ ਕੇ ਐਸੀ ਗੱਲ ਨਾ ਹੋਵੇ, ਅਤੇ ਇਹ ਨਾਲ ਦੀ ਨਾਲ ਹੀ ਇਹ ਸਾਨੂੰ ਚਾਹੀਦਾ ਕਿ ਬੱਚੇ ਵੀ ਅਰਦਾਸ ਕਰਿਆ ਕਰਨ, ਆਪ ਵੀ ਸਾਧ ਸੰਗਤ ਵੀ ਕਿਰਪਾ ਕਰੇ ਇਹਨਾਂ 'ਤੇ। ਜਿਵੇਂ ਹੁਣ ਇਹਨਾਂ ਦਾ ਅਵਤਾਰ ਸਿੰਘ ਉਹਨਾਂ ਦਾ ਪਰਿਵਾਰ ਸਾਰੇ ਦਾ ਸਾਰਾ ਹੀ ਸਗੁਰਾਂ ਦੀ ਕਿਰਪਾ ਹੈ। ਮੈਂ ਉੱਥੇ ਇੱਕ ਦਿਨ ਅੰਮ੍ਰਿਤਸਰ ਗਿਆ ਅਤੇ ਮੈਂ ਕਿਹਾ ਅਵਤਾਰ ਆਇਆ ਨਹੀਂ, ਉਹ ਜੰਗਲ ਗਿਆ ਸੀ ਅਤੇ ਆਖਣ ਕਿ ਉਹ ਇਸ਼ਨਾਨ ਕਰਨ ਗਿਆ। ਉਹਨਾਂ ਨੂੰ ਦੱਸਿਆ ਵੀ ਜਿਸ ਵੇਲੇ ਇਹ ਸਾਰੇ ਟੱਬਰ 'ਚੋਂ ਕੋਈ ਵੀ ਬੰਦਾ, ਬੱਚਾ ਜਾਂ ਮਾਈ ਜਾਂ ਕੋਈ ਬੀਬੀ ਚਲੇ ਜਾਣ, ਜੰਗਲ ਜਾਣ, ਅਤੇ ਇਹ ਫਿਰ ਉਸੇ ਵੇਲੇ ਆ ਕੇ ਸਣੇ ਕਿਸੇ ਇਸ਼ਨਾਨ ਕਰਦੇ ਨੇ। ਇਹ ਮੈਨੂੰ ਉਸ ਦਿਨ ਪਤਾ ਲੱਗਾ ਅੰਮ੍ਰਿਤਸਰ। ਸਾਧ ਸੰਗਤ ਦੀ ਕਿਰਪਾ ਕਰੇ ਇਸੇ ਤਰ੍ਹਾਂ ਹੀ ਇਹਨਾਂ ਦਾ ਗੰਢ ਸਗੁਰਾਂ ਵਾਲੇ ਪਾਸੇ ਇਦੋਂ ਵੀ ਵੱਧ ਲੱਗੇ, ਇਹ ਮਰਜ਼ਾਦਾ ਵਾਲੇ ਪਾਸੇ ਤੁਰਨ, ਮਰਜ਼ਾਦਾ ਦੇ ਧਾਰਨੀ ਹੁੰਦੇ ਹੋਏ ਫਿਰ ਸਟੇਜ 'ਤੇ ਆਉਣ, ਸਾਡੀਆਂ ਆਸਥਾ ਦੀ ਵਾਰਾਂ ਵਿੱਚ, ਸਾਡੇ ਦੀਵਾਨਾਂ ਵਿੱਚ ਸਾਡੇ ਚੰਗੇ ਤੋਂ ਚੰਗੇ ਕਲਾਕਾਰ ਆਉਣ। ਇਹ ਨਾ ਹੋਵੇ ਵੀ ਅਸੀਂ ਕਲਾਕਾਰ ਬਣਾਈਏ ਤਾਂ ਉਹ ਆਖੇ ਵੀ ਜੀ ਇਹ ਜਿਹੜਾ ਦੀਵਾਨ ਜੇ ਮੈਂ ਵਜਾ ਲਿਆ ਅਤੇ ਮੇਰੇ ਹੱਥ 'ਚ ਮੁਸ਼ਾਹਦ ਆ ਜਾਣੀ, ਹੱਥ ਠੀਕ ਨਹੀਂ ਰਹਿਣਾ, ਇਸ ਦੀਵਾਨ 'ਚ ਨਹੀਂ ਇਹ ਵੱਜ ਸਕਦਾ। ਇਹ ਬੜੀ ਜਿਹੜੀ ਚੀਜ਼ ਲਈ ਤਿਆਰੀ ਕਰਨੀ ਹੈ ਉਹੀ ਨਾ ਕੁਛ ਹੋਵੇ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ। ਸੋ ਸਾਧ ਸੰਗਤ ਦੀ ਕਿਰਪਾ ਕਰੇ ਵੀ ਅਰਦਾਸਾਂ ਜਿਹੜੀਆਂ ਨੇ ਉਹ ਪਤਾ ਨਹੀਂ ਕਿਹਦੀ ਲੱਗ ਜਾਣੀ ਹੈ, ਉਹ ਅਰਦਾਸ ਕਰਕੇ ਇਹ ਕਿਰਪਾ ਕਰਨ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਵਾਲੇ ਪਾਸੇ ਇਹਨਾਂ ਦਾ ਧਿਆਨ ਹੋਵੇ। ਸਾਧ ਸੰਗਤ ਵਾਲੀ ਗੱਲ ਇਹਨਾਂ ਦੇ ਮਨ 'ਚ ਰਵੇ ਇਹਨਾਂ ਬੱਚਿਆਂ ਦੇ, ਅਤੇ ਇਹ ਹਰ ਆਏ ਦਿਨ ਦੂਣੀ ਰਾਤ ਚੌਗਣੀ ਇਹਨਾਂ ਨੂੰ ਤਰੱਕੀ ਮਿਲੇ, ਇਹ ਵਧਣ ਅਗਾਂਹ ਨੂੰ, ਅਤੇ ਨਾਲ ਦੀ ਨਾਲ ਹੀ ਇਹ ਰਹਿਣ ਵੀ ਜਿਵੇਂ ਚੰਗਾ ਫਲ ਕਿਸੇ ਦਰਖਤ ਨੂੰ ਲੱਗਾ ਹੋਵੇ ਓਨਾ ਹੀ ਉਹ ਜ਼ਿਆਦਾ ਝੁਕ ਜਾਂਦਾ ਹੈ। ਅੱਜ ਪੰਡਤ ਜੀ ਦੇ ਵਿਚਾਰ ਸੁਣੇ ਨੇ, ਹੋਰ ਵੀ ਜਥੇਦਾਰਾਂ ਨੇ ਸੰਤ ਦਰਸ਼ਨ ਸਿੰਘ ਹੋਰਾਂ ਬਾਰੇ ਬਹੁਤ ਕੁਝ ਦੱਸਿਆ। ਇਸ ਵੇਲੇ ਯੁੱਗ ਦੇ ਅਨੁਸਾਰ ਮਾਇਆ ਦੇ ਦਬਾਅ ਕਰਕੇ ਸਾਨੂੰ ਪਾਠ ਕਰਨਾ, ਕੀਰਤਨ ਕਰਨਾ, ਸਾਧ ਸੰਗਤ ਕਰਨੀ ਇਹ ਭੁੱਲਦੀ ਜਾਂਦੀ ਹੈ। ਅੱਜ ਤੇ ਭਾਅ ਬੜੇ ਤੇਜ਼ ਨੇ। ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਤਾ ਨਹੀਂ ਕਿੰਨੇ ਸਾਲ ਹੁਣ ਤੋਂ ਪਹਿਲਾਂ ਦੇ ਉਪਦੇਸ਼ ਰਿਕਾਰਡ ਕੀਤਾ, ਤੁਸੀਂ ਸੁਣਦੇ ਹੋ ਵੀ ਅਸਾਂ 18,000 ਰੁਪਈਆ ਲਾ ਦਿੱਤਾ ਇਹਨਾਂ 'ਤੇ। ਉਹਨਾਂ ਦਿਨਾਂ 'ਚ 18,000 ਰੁਪਈਆ ਬੜੀ ਕੀਮਤ ਸੀ, ਅਤੇ ਉਹ ਜਾ ਕੇ ਆਉਂਦੇ ਨੇ ਸਾਡਾ ਬਣਿਆ ਕੀ ਹੈ। ਇਹ ਉਹ ਵੀ ਇੱਥੇ ਵਿੱਚ ਹੀ ਸਾਡੇ ਸੱਜਣ ਹੁੰਦੇ ਨੇ, ਤੂੰ ਉੱਥੇ ਹੀ ਕਰਦਾ, ਤੇਰਾ ਉਹਨਾਂ ਨੇ ਬਣਾਇਆ ਕੀ ਹੈ। ਉਹ ਇਹ ਗੱਲ ਸਾਡੇ 'ਤੇ ਝਟਪਟ ਅਸਰ ਕਰ ਜਾਂਦੀ ਹੈ। ਅਤੇ ਜਿਹੜੀ ਇਹ ਗੱਲ ਸਗੁਰਾਂ ਦੇ ਜਿਸ ਤਰ੍ਹਾਂ ਹੁਕਮ ਦਿੱਤਾ ਹੈ ਕਿ ਸੇਠ ਤਰਲੋਕ ਸਿੰਘ ਹੋਰਾਂ ਬਾਰੇ ਅਤੇ ਉਹਨਾਂ ਦੇ ਭਰਾਵਾਂ ਬਾਰੇ ਇਹਨਾਂ ਦੀ ਕੋਈ ਬਰਕਤ ਨਹੀਂ। ਇਹ ਬਰਕਤ ਉਹਨਾਂ ਦੀ ਸੰਤ ਫੂਲਾ ਸਿੰਘ ਹੋਰਾਂ ਦੀ, ਜਿਹੜੇ ਸਾਡੇ ਨਾਲੋਂ ਉਮਰੋਂ ਵੱਡੇ ਨੇ, ਬਿਮਾਰ ਨੇ, ਪਰ ਸਾਥੋਂ ਪਹਿਲੋਂ ਆ ਕੇ ਆਸਥਾ ਦੀ ਵਾਰ 'ਚ ਬੈਠ ਕੇ ਇਸ਼ਨਾਨ ਕਰਕੇ ਆ ਕੇ ਉਹ ਬੈਠਦੇ ਨੇ, ਇਹ ਉਹਨਾਂ ਦੀ ਬਰਕਤ ਹੈ। ਇਹ ਗੱਲ ਸਾਡੇ 'ਤੇ ਬੜਾ ਘੱਟ ਅਸਰ ਕਰੇਗੀ। ਅਸਲ ਗੱਲ ਇਹੋ ਹੀ ਹੈ, ਬਾਣੀ ਵਿੱਚ ਵੀ ਸਗੁਰਾਂ ਨੇ ਲਿਖਿਆ ਕਿ ਪਹਿਲੀ ਰਾਤੀ ਫੁੱਲੜਾ ਫਲ ਵੀ ਪਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਜੇ ਤੇ ਜਿਨ੍ਹਾਂ ਨੂੰ ਫਲ ਦੀ ਇੱਛਾ ਹੈ ਉਹ ਤੇ ਜ਼ਰੂਰ ਹੀ ਤੜਕੇ ਉੱਠ ਕੇ ਭਜਨ ਬਾਣੀ ਕਰਨ, ਤੇ ਜਿਨ੍ਹਾਂ ਨੂੰ ਇਹ ਇੱਛਾ ਹੈ ਕਿ ਸਿਰਫ ਉਹ ਫੁੱਲ ਹੀ ਚਾਹੀਦਾ, ਫਲ ਆਵੇ ਨਾ ਆਵੇ, ਉਹਨਾਂ ਦੀ ਜੈਸੀ ਇੱਛਾ ਹੈ ਉਹ ਜਾਣਨ। ਮੈਂ ਉਹਨਾਂ ਵਾਸਤੇ ਕੁਛ ਨਹੀਂ ਆਉਂਦਾ। ਇਸ ਵੇਲੇ ਮਾਇਆ ਦੇ ਅਸਰ ਨਾਲ ਭਜਨ ਬਾਣੀ ਸਾਨੂੰ ਭੁੱਲਦਾ ਜਾਂਦਾ। ਜੇ ਸਗੁਰੂ ਕਿਰਪਾ ਕਰਦਾ ਹੀ ਹੈ, ਕਦੇ ਭਜਨ ਬਾਣੀ ਸਾਡੇ ਕੋਲ ਹੁੰਦਾ ਹੈ, ਕੋਈ ਦਾਨ ਪੁੰਨ ਹੋ ਜਾਂਦਾ, ਤੇ ਰਜਾ ਸਤਿਗੁਰੂ ਦੀ ਐਸੀ ਕਿ ਉਹਦੇ ਨਾਲ ਫਿਰ ਇਹ ਚੀਜ਼ ਆ ਜਾਂਦੀ ਹੈ ਜਿਹੜਾ ਗੁਰੂ ਤੇਗ ਬਹਾਦਰ ਨੇ ਲਿਖਿਆ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ,
ਨਾਨਕ ਨੇ ਫਲ ਜਾਤ ਦੇਹ ਜਿਉ ਕੁੰਚੇ ਇਸ਼ਨਾਨ। ਹਾਥੀ ਦਾ ਇਸ਼ਨਾਨ ਕੀ ਹੈ? ਇਸ ਤਰ੍ਹਾਂ ਨਹੀਂ ਸੁੱਕੇ ਪਿੰਡੇ ਉਹਨੇ ਸਵਾਹ ਪਾਉਣੀ ਉੱਤੇ, ਪਹਿਲੋਂ ਉਹ ਪਿੰਡੇ ਨਹਾ ਕੇ ਗਿੱਲਾ ਕਰਕੇ ਪਿੰਡੇ ਨੂੰ ਫਿਰ ਉਹਦੇ ਤੇ ਉਹ ਧੂੜ ਪਾਉਂਦਾ ਤਾਂ ਕਿ ਉਹ ਵਿੱਚੇ ਉੱਤੇ ਹੀ ਰਹਿ ਜਾਏ। ਇਹ ਇਸ ਤਰ੍ਹਾਂ ਦੀ ਸਾਡੀ ਹਾਲਤ ਹੁੰਦੀ ਜਿਸ ਵੇਲੇ ਅਸੀਂ ਕਦੇ ਪੁੰਨਦਾਨ ਵਾਲੇ ਪਾਸੇ ਕਰਕੇ ਤੇ ਅਸੀਂ ਉਹਦਾ ਮਾਣ ਆਪਣੇ ਦਿਲ ਵਿੱਚ ਲਿਆਉਂਦੇ ਹਾਂ। ਮੇਰਾ ਇਹ ਜੀ ਕਰਦਾ ਕੋਈ ਨਾਮਧਾਰੀ ਸਾਧ ਸੰਗਤ ਦੂਸਰੇ ਵੀ ਜਿਹੜੇ ਸਰੀਰ ਨੇ ਸਾਰੇ ਉਹ ਇਹ ਕਿਰਪਾ ਕਰਨ ਆਪਣੇ ਮੁੰਡਿਆਂ ਨੂੰ BA MA ਜੋ ਮਰਜ਼ੀ ਕਰਾਉਣ, ਪਰ ਉਹਨਾਂ ਨੂੰ ਬਾਣੀ ਕੰਠ ਕਰਾਉਣ ਤਾਂ ਕਿ ਉਹਨਾਂ ਦਾ ਜੀਵਨ ਸਫਲ ਹੋਵੇ। ਉਹਨਾਂ ਨੂੰ ਪਤਾ ਲੱਗੇ ਕਾਲ ਬਿਆਲ ਜੋ ਪਰਿਓ ਡੋਲਾ ਮੁਖ ਪਸਾਰਾ ਮੀਤ ਆਜ ਕਾਲ ਫੁਨ ਤੋਹ ਗ੍ਰਸ ਹੈ ਸਮਝ ਰਾਖੋ ਜੀਤ। ਜਦੋਂ ਸਾਨੂੰ ਮੌਤ ਚੇਤੇ ਆਉਂਦੀ ਹੈ ਸਭ ਕੁਝ ਭੁੱਲ ਜਾਂਦਾ ਉਸ ਵੇਲੇ ਫਿਰ ਇਹ ਯਾਦ ਹੁੰਦਾ ਵੀ ਜਿੱਥੇ ਅਸੀਂ ਜਾਣਾ ਹੈ ਉਹ ਕਿਰਪਾ ਹੋਵੇ ਤੇ ਸਾਨੂੰ ਥਾਂ ਚੰਗਾ ਮਿਲੇ। ਤੇ ਉਹ ਤਾਂ ਹੀ ਪਤਾ ਲੱਗੇਗਾ ਜੇ ਅਸੀਂ ਇਹੋ ਜਿਹੀ ਬਾਣੀ ਸੁਣਾਂਗੇ, ਪੜ੍ਹਾਂਗੇ, ਉਹਦੇ ਤੇ ਵਿਚਾਰ ਕਰਾਂਗੇ। ਬਾਣੀ ਪੜ੍ਹ ਕੇ ਪੈਸੇ ਵਾਸਤੇ ਬਾਣੀ ਪੜ੍ਹਨੀ ਹੈ ਤੇ ਫਿਰ ਵੀ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਪਰ ਜਿਹੜੇ ਪਰਉਪਕਾਰ ਵਾਸਤੇ ਪੜ੍ਹਦੇ ਨੇ, ਸਤਿਗੁਰਾਂ ਦੇ ਹੁਕਮ ਅੰਦਰ ਰਹਿ ਕੇ ਪੜ੍ਹਦੇ ਨੇ, ਉਹਨਾਂ ਦੀ ਕੀ ਤਾਰੀਫ ਕੀਤੀ ਜਾ ਸਕਦੀ ਹੈ। ਸੋਰਠ ਰਾਗ ਦੀ ਪੌੜੀ ਹੈ, ਧੰਨ ਧੰਨ ਭਾਗ ਤਿਨਾ ਸਾਧ ਜਨਾ ਗੁਰਬਾਣੀ ਗਾਏ ਗੁਣੀ ਜਨ ਬਣਤਿਆ। ਕੀਰਤਨ ਗਾਏ ਗੁਣੀ ਜਨ ਬਣਤਿਆ, ਕੋਈ ਇਸ ਤਰ੍ਹਾਂ ਪਾਠ ਮੈਨੂੰ ਯਾਦ ਨਹੀਂ ਰਿਹਾ। ਮੇਰਾ ਮਤਲਬ ਉਹ ਉਹਨਾਂ ਨੂੰ ਸਾਧ ਜਨ ਲਿਖਿਆ ਤੇ ਸਾਧਾਂ ਦੀ ਲਿਖਿਆ ਹੈ ਕਿ ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ। ਐਡੀ ਵੱਡੀ ਉਹਦੀ ਮਹਿਮਾ ਤੇ ਉਹ ਜਿਹਨੂੰ ਸਾਧ ਲਿਖ ਦਿੱਤਾ ਅਸੀਂ ਉਹਦੀ ਕਿਹੜੀ ਉਪਮਾ ਕਰ ਸਕਦੇ ਹਾਂ। ਉਸ ਆਦਮੀ ਵਰਗੇ ਆਦਮੀ ਸਾਰੇ ਹੁੰਦੇ ਨੇ, ਚੋਰ, ਠੱਗ, ਸਾਧੂ। ਜਿਸ ਭਾਂਡੇ ਦੇ ਵਿੱਚ ਕੋਈ ਚੀਜ਼ ਪਾਈ ਹੈ ਉਹਦੇ ਮੂੰਹ ਦੇ ਉੱਤੇ ਕੋਈ ਕੱਪੜਾ ਜਾਂ ਚੱਪਣੀ ਦਿੱਤੀ ਹੈ ਉਹਦਾ ਸਾਨੂੰ ਕੋਈ ਪਤਾ ਨਹੀਂ। ਜਿਸ ਵੇਲੇ ਅਸੀਂ ਉੱਤੇ ਚੱਪਣੀ ਲਾਵਾਂਗੇ ਉਸ ਵੇਲੇ ਪਤਾ ਲੱਗੇਗਾ ਇਸ ਭਾਂਡੇ ਵਿੱਚ ਕੀ ਹੈ। ਇਸੇ ਤਰ੍ਹਾਂ ਹੀ ਕੋਈ ਆਦਮੀ ਭਾਵੇਂ ਉਹ ਭਗਵੇ ਕੱਪੜੇ ਪਾਵੇ, ਭਾਵੇਂ ਉਹ ਸਾਦੇ ਕੱਪੜੇ ਪਾਵੇ, ਕਿਸੇ ਤਰ੍ਹਾਂ ਦੇ ਪਾਵੇ, ਪਰ ਜਿਸ ਵੇਲੇ ਉਹ ਬੋਲੇਗਾ ਉਸ ਭਾਂਡੇ ਵਿੱਚ ਕੀ ਹੈ ਉਹ ਉੱਥੋਂ ਪਤਾ ਲੱਗਣਾ ਸਾਨੂੰ। ਸੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਉਹ ਰਾਗ ਜਿਹਦੇ ਵਾਸਤੇ ਗੁਰਬਾਣੀ ਦੀ ਤੁਕ ਸੱਚੇ ਪਾਤਸ਼ਾਹ ਪੜ੍ਹ ਕੇ ਸੁਣਾਈ ਹੈ ਕਿ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਰਾਗਾ ਨਾਦਾ ਬਾਹਰਾ ਇੰਨੀ ਹੁਕਮ ਨਾ ਬੁਝਿਆ ਜਾਏ। ਤੁਸੀਂ ਜਿਨ੍ਹਾਂ ਨੂੰ ਪੁਰਾਣੇ ਸਰੀਰਾਂ ਨੂੰ ਪਤਾ ਹੈ ਕਿ ਜਦੋਂ ਸਾਨੂੰ ਦਰਸ਼ਨ ਸਿੰਘ ਹੋਰੀ, ਖਜ਼ਾਨ ਸਿੰਘ ਹੋਰੀ ਸਤਿਗੁਰਾਂ ਦੇ ਸਾਹਮਣੇ ਬੈਠ ਕੇ ਕੀਰਤਨ ਕਰਦੇ ਸਨ ਤੇ ਕਿੰਨੇ ਕਿੰਨੇ ਦੀਵਾਨ ਵਿੱਚ ਮਸਤਾਨੇ ਹੁੰਦੇ ਸਨ। ਉਹ ਕੀਰਤਨ ਸੀ, ਉਹ ਰੰਗ ਸੀ ਜਿਹੜਾ ਸਾਡੇ ਵਿੱਚੋਂ ਨਿਕਲਦਾ ਜਾਂਦਾ। ਧੰਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣ। ਗੁਣੀ ਬੜੇ ਨੇ, ਚੰਦਰਮਾ ਤੱਕ ਪਹੁੰਚ ਗਏ ਨੇ। ਇੱਕ ਤੇ ਸਾਨੂੰ ਇਹ ਬੜਾ ਭੁੱਲ ਜਾਂਦਾ ਵੀ ਜਿਹੜੇ ਅਸੀਂ ਇਹ ਪੜ੍ਹਦੇ ਹਾਂ ਨਾ, ਪਤਾਲਾ ਪਤਾਲ ਲੱਖ ਆਗਾਸ ਆਗਾਸ, ਉਹ ਜਪਜੀ ਸਾਹਿਬ ਪੜ੍ਹੀ ਜਾਵਾਂਗੇ, ਪਰ ਇਹਦੇ ਤੇ ਸਾਨੂੰ ਨਹੀਂ ਯਕੀਨ ਆਉਂਦਾ ਵੀ ਅਸੀਂ ਲੱਖਾਂ ਪਤਾਲਾਂ ਆਕਾਸ਼ਾਂ ਨੂੰ ਜਾਣਨ ਵਾਲੇ ਨੂੰ ਛੱਡ ਕੇ ਜਿਨ੍ਹਾਂ ਨੇ ਇੱਕ ਆਕਾਸ਼ ਦੀ ਖੋਜ ਅਜੇ ਨਹੀਂ ਕੀਤੀ, ਅਸੀਂ ਸਮਝਦੇ ਸਾਡੇ ਨਾਲੋਂ ਬੜੇ ਅੱਗੇ ਲੰਘ ਗਏ ਨੇ, ਜਿਹਦੇ ਚੰਦਰਮਾ ਤੱਕ ਤੇ ਤਾਰਿਆਂ ਤੱਕ ਪਹੁੰਚ ਗਏ। ਇਹ ਸਹੀ ਗੱਲ ਹੈ। ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਕੋਈ ਬਾਣੀ ਪੜ੍ਹਦੇ ਨੇ, ਉਹ ਪੜ੍ਹ ਕੇ ਬਾਣੀ ਵੀ ਇਹ ਵਿਚਾਰ ਨਹੀਂ ਕਰਦੇ ਵੀ ਅਸੀਂ ਬੜੇ ਅੱਗੇ ਹਾਂ, ਉਹ ਸਾਡੇ ਨਾਲੋਂ ਬੜੇ ਪਿੱਛੇ ਨੇ। ਪਰ ਇਸ ਪਾਸੇ ਲਿਖਿਆ ਹੈ ਕਿ ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰਾ। ਤੇ ਵੇਦਾਂ ਦੀ ਨਿੰਦਿਆ ਵਾਸਤੇ ਭਾਈ ਗੁਰਦਾਸ ਨੇ ਲਿਖ ਦਿੱਤਾ, ਨਿੰਦਿਆ ਚੱਲਾ ਵੇਦ ਕੀ ਉਹ ਕੌਣ ਨੇ ਸਮਝਣ ਨਹੀਂ ਅਗਿਆਨ ਗੁਬਾਰਾ। ਭਾਈ ਗੁਰਦਾਸ ਨੇ ਲਿਖਿਆ। ਸੋ ਜਿਹੜੀ ਚੀਜ਼ ਸਤਿਗੁਰਾਂ ਨੇ ਸਾਨੂੰ ਇਹ ਕੀਰਤਨ ਦੀ ਦਾਤ ਦਿੱਤੀ ਹੈ ਉਹ ਸਾਡੇ ਵਿੱਚੋਂ ਬਹੁਤ ਭੁੱਲਦੀ ਜਾਂਦੀ ਹੈ। ਇਹਦੇ ਵਾਸਤੇ ਸਾਨੂੰ ਬੜਾ ਜ਼ੋਰ ਲਾ ਕੇ ਥੋੜ੍ਹਾ ਜਿਹਾ ਕੁਛ ਨਾ ਕੁਛ ਕਰਨਾ ਪੈਂਦਾ ਤੇ ਉਹ ਬੜਾ ਥੋੜ੍ਹਾ ਹੁੰਦਾ। ਪਰ ਜੇ ਦੂਸਰਾ ਪਾਸਾ ਜਿਹੜਾ ਪੜ੍ਹਾਈ ਦਾ, ਉਹ ਤੇ ਕੋਈ ਅੰਬਾਰ ਲੱਗੇ ਨੇ, ਪਤਾ ਨਹੀਂ ਕਿੰਨੇ ਕਾਲਜ ਸਕੂਲ ਬਣੇ ਨੇ, ਉਹ ਬੜੇ ਬੱਚਿਆਂ ਨੂੰ ਵਿੱਦਿਆ ਦਿੰਦੇ ਨੇ ਤੇ ਬੜੇ ਪੈਸੇ ਕਮਾਉਂਦੇ ਨੇ, ਬੱਚਿਆਂ ਨੂੰ ਵਿੱਦਿਆ ਵੀ ਦਿੰਦੇ ਨੇ ਤੇ ਪੈਸੇ ਬੜੇ ਕਮਾਉਂਦੇ ਨੇ। ਸਾਨੂੰ ਤਾਂ ਉਹ ਜਾਚ ਨਹੀਂ ਆਉਂਦੀ ਉਸ ਤਰ੍ਹਾਂ ਦੀ ਕਰਨ ਦੀ। ਸੋ ਨਾਮਧਾਰੀ ਸਾਧ ਸੰਗਤ ਤੇ ਦੂਸਰੇ ਵੀ ਜਿਹੜੇ ਸਿੱਖ ਹੋਣ ਉਹਨਾਂ ਨੂੰ ਇਹ ਜ਼ਰੂਰ ਚਾਹੀਦਾ ਵੀ ਇਹ ਕੀਰਤਨ ਜਿਹੜਾ ਇਹਨੂੰ ਉਹ ਕੀਰਤਨ ਹੈ ਜਿਹੜਾ ਜਿਹਦੇ ਵਾਸਤੇ ਮੋਹਨ ਜੀ ਕੋਲੋਂ ਪੋਥੀਆਂ ਬੜੇ ਯਤਨਾਂ ਤੇ ਵੀ ਨਹੀਂ ਸਨ ਆਈਆਂ, ਪਰ ਜਦੋਂ ਗੁਰੂ ਅਰਜਨ ਸੱਚੇ ਪਾਤਸ਼ਾਹ ਤਾਨਪੂਰਾ ਲੈ ਕੇ ਤੇ ਥੱਲੇ ਜਾ ਕੇ ਉਹਨਾਂ ਦੇ ਘਰ ਦੇ
ਇਹ ਪੜ੍ਹਨਾ ਸ਼ੁਰੂ ਕਰਤਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਤੇ ਉਹ ਪੋਥੀਆਂ ਫੇਰ ਮਿਲੀਆਂ ਸਨ ਇਸ ਰਾਗ ਨੂੰ ਗਾ ਕੇ। ਰਾਗ ਸਿਨੇਮਿਆਂ 'ਚ ਵੀ ਨੇ, ਰਾਗ ਮਹਿਫਲਾਂ 'ਚ ਵੀ ਜਾ ਕੇ ਗਾਏ ਜਾਂਦੇ ਨੇ, ਗਜ਼ਲਾਂ ਗਾਈਆਂ ਜਾਂਦੀਆਂ ਨੇ। ਸਾਡੇ ਬੰਦਿਆਂ ਨੂੰ ਵੀ ਬੜੀਆਂ ਗਜ਼ਲਾਂ ਪਸੰਦ ਆਉਂਦੀਆਂ, ਪਰ ਅਸਲ ਚੀਜ਼ ਜਿਹੜੀ ਹੈ ਉਹ ਸਾਡੀ ਇਹੋ ਹੀ ਹੈ। ਗਾਜਰਾਂ ਮੂਲੀਆਂ ਦੀਆਂ ਬੜੀਆਂ ਦੁਕਾਨਾਂ ਹੁੰਦੀਆਂ ਨੇ, ਘਿਓ ਦੀ ਦੁਕਾਨ ਤੁਸੀਂ ਵੇਖੋਗੇ ਬੜੀਆਂ ਘੱਟ ਮਿਲਣਗੀਆਂ ਤੁਹਾਨੂੰ, ਪਰ ਅਸਲ ਚੀਜ਼ ਉਹੀ ਹੈ। ਗਾਜਰਾਂ ਮੂਲੀਆਂ ਖਾਣ ਨੂੰ ਬੜਾ ਜੀਅ ਕਰੇਗਾ, ਘਿਓ ਖਾਣ ਨੂੰ ਕਿੰਨਿਆਂ ਦਾ ਜੀਅ ਕਰਦਾ, ਪਰ ਉਸ ਦੇ ਬਿਨਾਂ ਜੀਵਨ ਨਹੀਂ ਹੈ। ਸੋ ਇਸ ਕਰਕੇ ਅੱਜ ਦੇ ਇਸ ਸਮੇਂ ਤੋਂ ਇੱਕ ਯੁੱਗ ਜਿਹਾ ਜਿਸ ਤਰ੍ਹਾਂ ਖਤਮ ਹੋ ਜਾਂਦਾ ਨਾ, ਦਰਸ਼ਨ ਸਿੰਘ ਉਹਨਾਂ ਦੇ ਨਾਮ ਨਾਲ ਰਾਗੀ ਸਾਡੇ ਨਾਮਧਾਰੀਆਂ ਵਿੱਚੋਂ ਉਹ ਇੱਕ ਚਲਾਣਾ ਕਰ ਗਏ ਨੇ। ਹੁਣ ਅੱਗੋਂ ਕੋਈ ਇਸ ਤਰ੍ਹਾਂ ਦਾ ਕੀਰਤਨ ਕਰੇਗਾ, ਬੜੀ ਕਿਰਪਾ ਸਤਿਗੁਰਾਂ ਦੀ। ਹਰਬੰਸ ਸਿੰਘ ਉਹਨਾਂ ਦਾ ਲੜਕਾ, ਉਹ ਕੀਰਤਨ ਕਰਦਾ, ਪਰ ਭਜਨ ਬਾਣੀ ਕਰਕੇ ਉਸ ਰੰਗ ਵਿੱਚ ਕੀਰਤਨ ਹੋਵੇ, ਕੀਰਤਨ ਦਾ ਸਵਾਦ ਇਸ ਗੱਲ ਨਾਲ, ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਤੇ ਜਿਸ ਵੇਲੇ ਜਿਸੇ ਸੰਤ ਦਰਸ਼ਨ ਸਿੰਘ ਜੀ ਗਏ ਨੇ, ਜਦੋਂ ਅਸੀਂ ਜਾਈਏ ਸਾਡੇ ਵਾਸਤੇ ਵਧੀਆ ਥਾਂ ਬਣਿਆ ਹੋਵੇ ਅੱਗੇ ਜਾਣ ਨੂੰ, ਸਾਨੂੰ ਕੋਈ ਚਿੰਤਾ ਨਾ ਹੋਵੇ, ਕੋਈ ਦੁੱਖ ਤਕਲੀਫ ਨਾ ਹੋਵੇ, ਤੇ ਸਤਿਗੁਰੂ ਦੇ ਦਰਬਾਰ ਵਿੱਚ ਸੁਰਖਰੂ ਹੋ ਕੇ ਹਾਜ਼ਰ ਹੋ ਸਕੀਏ। ਮੈਂ ਇਹੋ ਹੀ ਅਰਜ਼ ਕਰਕੇ ਆਪ ਤੋਂ ਅੱਗੇ ਲਵਾਂਗਾ। ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। आपने गुरबाणी का कीर्तन बच्चों तो सरवण किया है। जिहड़ियां गल्लां तुहानूं पंडित रजिंदर सिंह ने दसियां ने, ये गल्लां असीं इस करके ही करते हैं। साडे अमली जीवन विच ये गल्लां नहीं, पर बाबाणियां कहानियां पुत सपुत करेन, इन्हां ने वड्डियां दीयां कहानियां जिहड़ियां ने पुत्रां नूं सपुत्र बना दिंदियां ने। मैं पहलों बीबियां का सम्मेलन खत्म हो रहा, मेरा जी करदा जिहड़ियां गल्लां इत्थों लैके जाण वालियां ने, सतगुरां दे हुकम आदेश उपदेश, उन्हां नूं असीं धारण कर सकीए। मैं थोड़ियां जिहियां गल्लां आउंदियां भी मैनूं थोड़ियां जिहियां ने, मैं चाहुंदा भी हां कि थोड़ियां जिहियां गल्लां दसियां जाण जिहड़ियां याद रह जाण, जिन्हां ते मुड़ के छेती अमल कीता जा सके। बाणी सारी विच सिख ते गुरु का संबंध जिहड़ा ना, वो इस्त्री पति का दसिया। जिवें कई गल्लां कितों लिया के प्रमाण रूप विच लै आंदियां जांदियां ने, जिस तरह दमदमे साहिब नूं आख्या जांदा है गुरु की काशी। ते असीं हिंदुआं नूं तो नफरत करदे हां बड़ी, पर यह गल अजे भी साडे सिख आंदे ने गुरु की काशी। काशी तो आया एक शब्द, तो उत्थे पढ़ाई हुंदी, उत्थे बहुत उपदेश हुंदा, जां जो भी कुछ हुंदा, ਉਹਨੂੰ इस करके चंगा मन्निया गया, इस करके ਉਹਦਾ नाम गुरु की काशी आख्या गया। इसी तरह ही सिख गुरु का जिहड़ा संबंध है वो इस्त्री पति का दसिया गया। तो इस्त्री पति का संबंध यह है, इस्त्री रूप चेरी की न्याई। चेरी शब्द का भाव दासी जां इस तरह का कुछ समझ लो, मैं ਉਹਦਾ अर्थ वेख्या नहीं की है। इस्त्री रूप चेरी की न्याई, उसकी अद्धी तुख बाकी जी ने लिखा है, सोभ नहीं बिन परतारे। वो BA कर ले, IAS कर ले, D.Litt बन जाए, बिल्कुल उसकी शोभा नहीं जिन्ना चिर वो विआह नहीं कराउंदी, पति वाली नहीं बनती। अजकल के असर हेठां असीं नामधारी भी लड़कियां नूं इन्नियां पढ़ाउने आ भई वो किसी ते डिपेंड ना करन, किसी दे आसरे ना होण। पर साडे सतगुरां ने जां गुरबाणी दे अनुसार जो कुछ हुक्म दिते ने, वो तुहानूं मैं हुण दस्सिया कि इस्त्री रूप चेरी की न्याई सोभ नहीं बिन परतारे। इहदा ये मतलब नहीं भी लड़कियां पढ़न ना, पढ़न जिन्नियां मर्जी है, पर उन्हां दे उत्ते उस पढ़ाई दी सभ्यता दा असर नहीं होना चाहिए। बिल्कुल ਤੁਹਾਨੂੰ ਜਿਹੜਾ ਇਕੱਠਿਆ ਕੀਤਾ ਇੱਥੇ, ਇਹ ਇਸ ਵਾਸਤੇ ਕੀਤਾ ਵੀ ਅਸੀਂ ਸਾਡੇ ਆਪਣੇ ਪੈਰ ਕਿਹੜੇ ਨੇ ਜਿੱਥੇ ਅਸੀਂ ਖਲੋਣਾ ਹੈ, ਉਹ ਪੈਰ ਆਪਣੇ ਬਣਾਓ। ਉਹ ਪੈਰ ਨੇ ਗੁਰਮਤਿ ਦੇ, ਉਹਦੇ ਤੇ ਬਣਾਵਾਂਗੇ ਤੇ ਲੋਕੀ ਸਾਡੇ ਮਗਰ ਤੁਰਨਗੇ। ਇੰਨਾ ਵੱਡਾ ਇਤਿਹਾਸ ਹੈ ਭਾਰਤ ਦਾ, ਬੜਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ, ਬੜਾ ਕੁਝ ਕੀਤਾ ਹੈ। ਪਰ ਸਤਿਗੁਰੂ ਰਾਮ ਸਿੰਘ ਦਾ ਇਤਿਹਾਸ ਐਉਂ ਹੈ ਜਿਵੇਂ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵੇਲੇ
ਬਗਦਾਦ ਵੱਲ ਗਏ ਤੇ ਉੱਥੇ ਪੀਰਾਂ ਦਾ ਬਹੁਤ ਵੱਡਾ ਗੜ੍ਹ ਸੀ ਤੇ ਉਹਨਾਂ ਨੇ ਦੁੱਧ ਦਾ ਛੰਨਾ ਭਰ ਕੇ ਲਿਆ ਕੇ ਨਾ ਤੇ ਗੁਰੂ ਨਾਨਕ ਦੇ ਅੱਗੇ ਰੱਖ ਦਿੱਤਾ। ਉਹਦਾ ਮਤਲਬ ਇਹ ਸੀ ਕਿ ਮੁਲਤਾਨ ਉੱਥੇ ਮਸ਼ਹੂਰ ਗੱਲ ਹੈ ਕਿ ਪੀਰੀਪੁਰ ਮੁਲਤਾਨ, ਤੇ ਉਹ ਛੰਨਾ ਭਰ ਕੇ ਰੱਖ ਦਿੱਤਾ। ਗੁਰੂ ਸਾਹਿਬ ਸਮਝ ਗਏ, ਉਹਦੇ ਵੈਸੇ ਅੰਤਰਜਾਮੀ ਸਨ ਕਿ ਛੰਨਾ ਭਰਨ ਦਾ ਮਤਲਬ ਇਹ ਹੈ ਕਿ ਇੱਥੇ ਅੱਗੇ ਹੀ ਛੰਨਾ ਭਰਿਆ, ਉੱਥੇ ਤੂੰ ਕਿੱਥੇ ਬਹਿਣਾ, ਤੁਹਾਡੇ ਵਾਸਤੇ ਕੋਈ ਥਾਂ ਨਹੀਂ ਇੱਥੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਕਲੀ ਦਾ ਫੁੱਲ ਲਿਆ ਕੇ ਨਾ ਉਹਦੇ ਉੱਤੇ ਰੱਖ ਦਿੱਤਾ ਛੰਨੇ ਦੇ। ਉਹ ਸਮਝ ਗਏ ਵੀ ਇਹ ਸਾਥੋਂ ਉੱਤੇ ਨੇ। ਇਸੇ ਤਰ੍ਹਾਂ ਹੀ ਇਤਿਹਾਸ ਬਹੁਤ ਵੱਡਾ ਹੈ, ਪਰ ਸਤਿਗੁਰੂ ਰਾਮ ਸਿੰਘ ਨੇ ਉਸ ਇਤਿਹਾਸ ਦੇ ਉੱਤੇ ਜਿਹੜਾ ਕਲੀ ਦਾ ਫੁੱਲ ਰੱਖਿਆ ਨਾ ਉਹਨੂੰ ਕੋਈ ਨਹੀਂ ਚੁੱਕ ਸਕਦਾ। ਫਿਰ ਬਾਣੀ 'ਚ ਲਿਖਿਆ ਆਪਣੇ ਕੰਤ ਪਿਆਰੀ ਸਾਸ ਸੁਹਾਗਣ, ਜੇ ਵਿਆਹੀ ਨਹੀਂ ਤੇ ਉਹ ਪਿਆਰੀ ਕਿੱਥੋਂ ਹੋਣੀ ਹੈ? ਜਾਂ ਜੇ ਵਿਆਹੀ ਹੈ ਤੇ ਉਹ ਆਖੇਗੀ ਭਈ ਤੂੰ ਮੇਰੇ ਆਖੇ ਲਾ ਕੇ ਚੱਲ। ਫਿਰ ਜਿਹੜਾ ਸਿੱਖੀ ਤੇ ਖੁਰਿਆਈ ਦਾ ਜਿਹੜਾ ਲੱਛਣ ਸਤਿਗੁਰਾਂ ਨੇ ਜਿਸ ਤਰ੍ਹਾਂ ਲਿਖੇ ਨੇ, ਇਹਨਾਂ ਆਪਣੇ ਆਪ ਨੂੰ ਨੀਵਾਂ ਕਰਕੇ ਦੱਸਿਆ। ਏਕ ਨਾ ਭਰੀਆ ਗੁਣ ਕਰ ਧੋਵਾ, ਮੇਰਾ ਸਹੁ ਜਾਗਾ ਔਰ ਨਿਸਪਰਸ ਹੋਵਾ। ਉਹ ਮੋਹ ਦੀ ਨੀਂਦਰ ਸੁੱਤੇ ਨੇ। ਇਸਤਰੀ ਦਾ ਵੀ ਇਹੋ ਕੰਮ ਹੈ ਕਿ ਉਹ ਆਗਿਆਕਾਰ ਹੋਵੇ, ਆਪ ਉੱਠ ਕੇ ਇਸ਼ਨਾਨ ਕਰੇ, ਉਸ ਤੋਂ ਬਾਅਦ ਆਪਣੇ ਪਤੀ ਦਾ ਇਸ਼ਨਾਨ ਕਰਾਵੇ। ਕਿਉਂ ਕੰਤ ਪਿਆਰੀ ਹੋਵਾ, ਸਹੁ ਜਾਗਾ ਹੋ ਨਿਸਪਰਸ ਹੋਵਾ। ਹੁਣ ਮੈਂ ਇਹ ਤੁਹਾਨੂੰ ਜ਼ਰੂਰ ਆਖਣਾ ਕਿ ਬੀਬੀਆਂ ਨੂੰ ਜਿਹੜੀ ਮੈਂ ਗੱਲਾਂ ਆਖੀਆਂ ਨੇ ਇਹਨਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਤੇ ਆਪਣੀਆਂ ਭੈਣਾਂ ਨੂੰ, ਭਰਜਾਈਆਂ ਨੂੰ ਇਸ ਪਾਸੇ ਲਾਉਣ ਵੀ ਅਸਲ ਗੁਰਮਤਿ ਸਾਡੀ, ਸਾਡੇ ਪੈਰ ਇਹ ਨੇ, ਅਸੀਂ ਆਪਣੇ ਪੈਰਾਂ ਨੂੰ ਤੁਰਾਂਗੇ ਤੇ ਬਹੁਤ ਚੰਗੇ ਰਵਾਂਗੇ। ਤੁਹਾਨੂੰ ਪੰਡਿਤ ਰਜਿੰਦਰ ਸਿੰਘ ਹੋਰਾਂ ਨੇ ਬੜਾ ਕੁਝ ਦੱਸਿਆ, ਕੁਝ ਗੱਲਾਂ ਦੀ ਇਹ ਬੜੇ ਖੋਜੀ ਨੇ, ਮੈਨੂੰ ਸਮਝ ਨਹੀਂ ਆਈ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਇਹਨੇ ਬੰਦੇ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਆਖਿਆ ਤੂੰ ਵਿਆਹ ਨਾ ਕਰਾਈ, ਇਹ ਕਿਸੇ ਇਤਿਹਾਸ ਵਿੱਚੋਂ ਮੈਂ ਪੜ੍ਹਦਾ ਵੀ ਨਹੀਂ ਬਹੁਤਾ, ਪਰ ਮੈਂ ਕਿਸੇ ਕੋਲ ਸੁਣਿਆ ਨਹੀਂ ਹੈ ਬੰਦੇ ਬਹਾਦਰ ਨੂੰ ਆਖਿਆ ਵਿਆਹ ਨਾ ਕਰਾਈ। ਇੱਕ ਇਸ ਤਰ੍ਹਾਂ ਹੁੰਦਾ ਹੈ, ਅੱਜ ਅਖਬਾਰ ਵਿੱਚ ਇੱਕ ਚੀਜ਼ ਲਿਖ ਦਿੰਦੇ ਨੇ, ਕੱਲ ਨੂੰ ਉਸ ਅਖਬਾਰ ਤੋਂ ਦੂਸਰਾ ਅਖਬਾਰ ਵਾਲਾ ਲਿਖ ਦਿੰਦਾ, ਫਿਰ ਉਸ ਤੋਂ ਇਤਿਹਾਸਕਾਰ ਲਿਖਦੇ ਨੇ ਫਲਾਣੇ ਅਖਬਾਰ 'ਚ ਲਿਖ। ਇਸ ਤਰ੍ਹਾਂ ਇਤਿਹਾਸ ਵੀ ਬਣਦੇ ਨੇ ਅੱਜ ਕੱਲ੍ਹ। ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਇਹ ਲਿਖਿਆ ਕਿ ਕਹੂੰ ਗ੍ਰਸਥ ਧਰਮ ਅਪਾਰ, ਉਹ ਕਿਸ ਤਰ੍ਹਾਂ ਬੰਦੇ ਬਹਾਦਰ ਨੂੰ ਆਖ ਸਕਦੇ ਵੀ ਵਿਆਹ ਨਾ ਕਰਾਈ। ਗੁਰੂ ਬੰਦੇ ਬਹਾਦਰ ਵਾਸਤੇ ਇਹ ਵੀ ਸੁਣਿਆ ਕਿ ਲਿਖਦੇ ਨੇ ਜਾਂ ਆਂਦੇ ਨੇ ਕਿ ਬੰਦੇ ਬਹਾਦਰ ਨੇ ਅੰਮ੍ਰਿਤ ਛਕਿਆ ਸੀ, ਪਰ ਕਿਸੇ ਇਤਿਹਾਸ ਵਿੱਚੋਂ ਇਹ ਗੱਲ ਪ੍ਰਗਟ ਨਹੀਂ ਹੁੰਦੀ। ਫਿਰ ਉਹਦਾ ਨਾਂ ਬੰਦਾ ਸਿੰਘ ਆਂਦੇ ਨੇ। ਤੁਸੀਂ ਕਦੇ ਸੁਣਿਆ ਕਿਸੇ ਨੂੰ ਜਨਾਨੀ ਕੌਰ ਵੀ ਆਂਦਿਆਂ ਸੁਣਿਆ? ਪਰ ਇਹ ਜਿਹੜੀਆਂ ਗੱਲਾਂ ਸਭ ਕਲਯੁਗ ਦੇ ਸਮੇਂ ਵਿੱਚ ਵਿਸਾਖ ਜੇਠ ਹਾੜ ਵਿੱਚ ਜਾ ਕੇ ਜਵਾਂ ਆਦਿ ਕੰਡਿਆਰੀਆਂ ਬੂਟੀਆਂ ਬਹੁਤ ਹੋ ਜਾਂਦੀਆਂ ਨੇ ਬਗੈਰ ਪਾਣੀ ਦੇਣ ਤੋਂ, ਬਗੈਰ ਸਾਂਭਣ ਤੋਂ। ਮੈਂ ਜਿਸ ਤਰ੍ਹਾਂ ਇਹਨਾਂ ਨੂੰ ਦੱਸਿਆ ਸੀ, ਰਜਨੀਸ਼ ਜੀ ਦੀ ਕਿਤਾਬ ਲਿਖੀ ਹੈ, ਮੈਂ ਉਹ ਪੜ੍ਹੀ ਨਹੀਂ ਪਰ ਮੈਂ ਉਹ ਕਿਤਾਬ ਵੇਖੀ ਹੈ। ਉਹਦਾ ਇਤਿਹਾਸ, ਉਹਦਾ ਜਿਹੜਾ ਹੈਡਿੰਗ ਹੈ ਨਾ ਉਹ ਲਿਖਿਆ ਹੈ ਸੰਭੋਗ ਸੇ ਸਮਾਧੀ ਕੀ ओर। ਇਹਨਾਂ ਜਿਹੜੀ ਪੜ੍ਹੀ ਉਹ ਇਸ ਤਰ੍ਹਾਂ ਹੀ ਹੋਏਗੀ, ਪਰ ਮੈਂ ਜਿਹੜੀ ਪੜ੍ਹੀ ਉਹ ਇਸ ਤਰ੍ਹਾਂ, ਉਹ ਵੀ ਪੜ੍ਹਨ ਵਾਲੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਇੱਧਰ ਨੂੰ ਆਉਣਾ ਚੰਗਾ। ਮੇਰਾ ਜੀ ਕਰਦਾ ਜਦੋਂ ਕੋਈ ਗੱਲ ਆਖਣੀ ਹੋਵੇ ਨਾ, ਤੁਲਸੀਦਾਸ ਜੀ ਦੀ ਚੌਪਾਈ ਦੀਆਂ ਉਹ ਦੋਹਾਂ ਯਾਦ ਕਰ ਲੈਣੀ ਚਾਹੀਦੀਆਂ ਨੇ। ਸਤ ਬਚਨ ਹਰ ਪਿਆਰੋ ਜੋਈ, ਬੁੱਧੀਮਾਨ ਜਨ ਭਾਗਤ ਸੋਈ। ਪੰਡਿਤ ਜੀ ਨੇ ਆਖਿਆ ਸੀ ਵੀ ਜਿਹੜੇ ਵਿਆਹ ਤੋਂ ਬਿਨਾਂ ਔਲਾਦ ਹੁੰਦੀ ਹੈ ਨਾ, ਉਹ ਜਿਹੜੇ ਸ਼ਬਦ ਇਹਨਾਂ ਨੇ ਵਰਤੇ ਸੀ ਉਹ ਮੈਂ ਇਹ ਦੂਜੀ ਵਾਰ ਵਰਤ ਨਹੀਂ ਸਕਦਾ। ਉਹ ਇਹ ਆਖ ਦਿੱਤਾ ਜਾਂਦਾ ਨਾ ਵੀ ਵਿਆਹ ਤੋਂ ਬਿਨਾਂ ਵੀ ਔਲਾਦ ਜਿਹੜੀ ਕਰਦੇ ਨੇ ਉਹ ਬੜੀ ਸਮਝਦੇ ਨੇ, ਠੀਕ ਹੈ, ਇਸ ਤਰ੍ਹਾਂ ਹੀ ਆਖਿਆ ਜਾਂਦਾ। ਮਤਲਬ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਆਪਣੀ ਜ਼ੁਬਾਨ ਨੂੰ, ਆਪਣੇ ਦਿਮਾਗ ਨੂੰ ਸੰਤੁਲਨ ਵਿੱਚ ਰੱਖਣ ਵਾਸਤੇ, ਜਿਸ ਤਰ੍ਹਾਂ ਇੱਕ ਪੰਜਾਬੀ ਦੀ ਕਹਾਵਤ ਹੈ, ਕੋਈ ਆਦਮੀ ਖੋਤੀਆਂ ਲਈ ਜਾਂਦਾ ਸੀ ਤੇ ਉਹ ਆਂਦਾ ਸੀ ਚੱਲ ਬੀਬੀ ਚੱਲ ਪੈਣਾ, ਚੱਲ ਬੀਬੀ ਚੱਲ ਪੈਣਾ। ਉਹਨੇ ਆਖਿਆ ਤੂੰ ਇਸ ਤਰ੍ਹਾਂ ਕਰਦਾ? ਆਂਦਾ ਮੈਂ ਜਾਣਾ ਹੈ ਲੋਕਾਂ ਦੇ ਘਰਾਂ ਵਿੱਚ ਤੇ ਉੱਥੇ ਜਾ ਕੇ ਮੈਨੂੰ ਇਹ ਆਦਤ ਪਵੇ, ਇਹ ਆਦਤ ਮੇਰੀ ਪੱਕੀ ਰਵੇ। ਹੁਣ ਮੈਂ ਤੁਹਾਨੂੰ ਜਿਸ ਤਰ੍ਹਾਂ ਪੰਡਿਤ ਜੀ ਨੇ ਦੱਸਿਆ ਸੀ ਨਾ, ਇੱਕ ਅਮਰੀਕਨ ਲੜਕੀ ਤੇ ਪੰਜਾਬੀ ਜਾਂ ਹਿੰਦੁਸਤਾਨੀ ਮੁੰਡੇ ਦੀ ਗੱਲ,
ਉਹਦੇ ਬਹੁਤ ਦੂਰ ਦੀਆਂ ਗੱਲਾਂ ਨੇ। ਸਾਡੇ ਸਮਾਜ ਵਿੱਚ ਬੜਾ ਕੁਛ ਹੈ ਇਸ ਤਰ੍ਹਾਂ ਦਾ। ਬੜੇ ਵੱਡੇ ਵੱਡੇ ਪਹਿਲਵਾਨ ਹੋਏ ਨੇ ਜਿਨ੍ਹਾਂ ਨੇ ਇਹਨਾਂ ਤੁਕਾਂ ਨੂੰ ਸਫਲ ਕੀਤਾ। ਨਿੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਇੱਕ ਦੀਵਾਨ ਵਿੱਚ ਸ਼ਬਦ ਪੜ੍ਹਿਆ ਜਾ ਰਿਹਾ ਸੀ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰਹੇ। ਅੱਜ ਜਗਤਾਰ ਸਿੰਘ ਹੋਰੀ ਭਨਿਆਰੀ ਵਾਲੇ ਜਿਹੜੇ ਇਹਨਾਂ ਦੇ ਉਹ ਮੇਰੇ ਖਿਆਲ ਪੜਦਾਦੇ ਲੱਗਦੇ ਸਨ, ਸੰਤ ਜੀਵਨ ਸਿੰਘ ਹੋਰੀ, ਤੇ ਉਹ ਗ੍ਰੰਥ ਸਾਹਿਬ ਦੇ ਉੱਤੇ ਬਹਿ ਕੇ ਆਖਿਆ ਮੈਂ ਆ ਉਹ ਬਲੀ ਜਿਹਨੇ ਪੰਜਾਂ ਨੂੰ ਸਾਜਿਆ, ਆਖੋ ਕੋਈ ਮੇਰੇ ਤੋਂ ਕੰਨ ਕੱਢ ਸਕੇ। ਇਸ ਤਰ੍ਹਾਂ ਥਾਪੀ ਮਾਰੀ। ਉਹਨਾਂ ਨੂੰ ਫਿਰ ਜਾਣਨ ਲੱਗਾ ਸੀ, ਸਾਥ ਜੋ ਕੱਢਿਆ ਗਿਆ ਸੀ। ਫਿਰ ਵਿਸਾਖੀ ਦੀ ਗੱਲ ਹੈ, ਵਿਸਾਖੀ ਤੇ ਕੱਢਿਆ ਗਿਆ ਸੀ ਤੇ ਹੋਲੇ ਤੇ ਕੱਢਿਆ ਸੀ, ਤੇ ਵਿਸਾਖੀ ਤੇ ਆ ਕੇ ਫਿਰ ਸੰਤ ਠਾਕਰ ਮਾਵੇ ਵਾਲਿਆਂ ਨੇ ਉਹਨਾਂ ਨੂੰ ਬਖਸ਼ਾਇਆ ਸੀ ਸਗਰਾਂ ਦੇ ਕੋਲ। ਔਰ ਸੱਚੇ ਪਾਤਸ਼ਾਹ ਦੇ ਆਪਣੇ ਸ਼ਬਦ ਨੇ ਬਈ ਬਹੁਤ ਵੱਡੇ ਮਹਾਂਪੁਰਖ ਸਨ, ਤੇ ਉਹ ਆ ਕੇ ਉਹਨਾਂ ਨੂੰ ਕਦਰ ਸੀ ਇਸ ਗੱਲ ਦੀ ਵੀ ਜਿਹੜਾ ਵਿੱਚੋਂ ਨਿਕਲ ਜਾਂਦਾ ਸਾਧ ਸੰਗਤ ਦਿਓ ਉਹਦਾ ਕੀ ਹਾਲ ਹੁੰਦਾ। ਤੇ ਉਹ ਆ ਕੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨਾਲ ਦੱਸਿਆ ਕਿ 67 ਪਾਠ ਜਪ ਸਾਹਿਬ ਦੇ ਫਿਰ ਕਿੰਨੇ ਕਰਦੇ ਸਨ ਰੋਜ਼, ਇੰਨੇ ਹੀ ਨਿਤਨੇਮ ਕਰਨ ਵਾਲੇ। ਉਹ ਆ ਕੇ ਮੇਰੇ ਅੱਗੇ ਖਲੋ ਕੇ ਸਗਰਾਂ ਦੇ ਸ਼ਬਦ ਨੇ, ਆਂਦੇ ਨੇ ਪਾਤਸ਼ਾਹ ਬਖਸ਼। ਉਹ ਸਾਡੇ ਇਹਦੇ ਜਿਹੜੇ ਵਿਦਵਾਨ ਤੇ ਪਹਿਲਵਾਨ ਹੋਏ ਨੇ ਉਹਨਾਂ ਦਾ ਇਤਿਹਾਸ ਸਾਡੇ ਸਾਹਮਣੇ ਆਉਣਾ ਚਾਹੀਦਾ। ਸਾਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ। ਪੜ੍ਹਿਆ ਲਿਖਿਆ ਲੜਕਿਆਂ ਤੇ ਲੜਕੀਆਂ ਦਾ ਕੰਮ ਹੈ ਕਿ ਉਹ ਇਸ ਪਾਸੇ ਧਿਆਨ ਨਾਲ ਕੰਮ ਕਰਨ। ਇੱਕ ਗਿੱਲਾਂ ਦੇ ਮੱਲਾ ਸਿੰਘ ਜੀ ਹੋਏ ਨੇ, ਉਹਨਾਂ ਨੇ ਵਿਆਹ ਤੋਂ ਬਾਅਦ ਆਪਣੀ ਘਰਵਾਲੀ ਨੂੰ ਆਖਿਆ ਜਾ ਕੇ ਭੈਣ ਜੀ ਆਹ ਚੀਜ਼ ਦਿਓ ਮੈਨੂੰ, ਕੋਈ ਚੀਜ਼ ਆਖਿਆ। ਉਹਨਾਂ ਆਖਿਆ ਇਹ ਕੀ ਗੱਲ। ਉਹਨਾਂ ਨੇ ਫਿਰ ਆਖਿਆ ਵੀ ਮੈਂ ਤੇ ਹੁਣ ਇਹ ਕੰਮ ਛੱਡ ਦਿੱਤਾ। ਉਹ ਜਿਹੜੀ ਗੱਲਾਂ ਦੇ ਸਨ ਦੁਪਹਿਰੇ ਦਿੰਦੇ ਸਨ। ਫਿਰ ਉਹ ਉਹਨਾਂ ਦੇ ਕਿਸੇ ਭਰਾ ਵੱਲ ਕਿਸੇ ਦੇ ਵੱਲ ਉਹ ਬਿਠਾ ਦਿੱਤੀ ਗਈ ਸੀ। ਉਹਨਾਂ ਨੇ ਨਹੀਂ ਇਸ ਪਾਸੇ ਧਿਆਨ ਦਿੱਤਾ। ਮੁੜ ਕੇ ਸੰਬੋਲੀ ਵਾਲੇ ਖੂਹਾਂ ਦੇ ਲਾਹੌਰ ਦੇ ਜ਼ਿਲ੍ਹੇ 'ਚ ਮੰਗੇ ਵਾਲੇ ਸੰਤ ਸਮਾ ਸਿੰਘ ਰਹਿੰਦੇ ਸਨ। ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਕੋਈ ਗ੍ਰਿਸਤ ਦੀ ਗੱਲ ਦੱਸ। ਉਹਨਾਂ ਆਖਿਆ ਸਾਰੀ ਉਮਰ 'ਚ ਮੈਨੂੰ ਇੰਨਾ ਹੀ ਪਤਾ ਹੈ ਕਿ ਮੈਂ ਸੁੱਤਾ ਪਿਆ ਸਾਂ ਤੇ ਕੋਈ ਮੇਰੇ ਨਾਲ ਆ ਕੇ ਪੈ ਗਿਆ ਤੇ ਮੈਂ ਵੇਖਿਆ ਤੇ ਮੈਨੂੰ ਜਾਪਿਆ ਵੀ ਜਨਾਨਾ ਸਰੀਰ ਹੈ, ਕੋਈ ਔਰਤ ਹੈ ਕੋਈ, ਤੇ ਮੇਰੇ ਇੰਨੀ ਵੇਖਦਿਆਂ ਨੂੰ ਉੱਠ ਕੇ ਤੁਰ ਗਈ। ਇਹ ਤੋਂ ਵੱਧ ਮੈਨੂੰ ਨਹੀਂ ਪਤਾ। ਸੰਤ ਸੂਬਾ ਸਾਹਿਬ ਸਿੰਘ ਜੀ ਬੰਗਾਲੀਪੁਰ ਵਾਲੇ, ਜਿਹਨਾਂ ਦਾ ਹੁਣੇ 10 ਜੂਨ ਨੂੰ ਦਿਨ ਦਿਹਾੜਾ ਲੰਘਿਆ, ਉਹ ਮੰਗੇ ਹੋਏ ਸਨ ਕਿਤੇ। ਜਿੱਥੇ ਉਹ ਮੰਗੇ ਸਨ ਨਾ, ਉਹਨਾਂ ਦੇ ਵਿਆਹ ਦੀ ਕੋਈ ਤਾਰੀਖ ਨਿਯਤ ਕਰਨੀ ਸੀ ਜਾਂ ਉਹਨਾਂ ਨੂੰ ਸ਼ਾਦੀ ਹੋ ਗਈ ਸੀ। ਉਹਨਾਂ ਦੀ ਮਲਕਪੁਰ ਪਿੰਡ 'ਚ ਸ਼ਾਦੀ ਉਹਨਾਂ ਦੀ ਹੋਈ ਸੀ। ਤੇ ਉਹਨਾਂ ਨੇ ਘਰਵਾਲੀ ਨੂੰ ਉਹਨਾਂ ਨੇ ਆਖਿਆ ਆਪਣੇ ਸਹੁਰੇ ਨੂੰ ਭਈ ਮੈਂ ਤੇ ਭਜਨ ਬਾਣੀ ਕਰਨਾ ਤੇ ਸਤਿਗੁਰੂ ਰਾਮ ਸਿੰਘ ਦੇ ਲੜ ਲਾ ਕੇ ਆਪਣੀ ਜੀਵਨ ਸਫਲ ਕਰਨਾ। ਇਸ ਨੂੰ ਜਿੱਥੇ ਹੋਰ ਤੁਹਾਡੀ ਮਰਜ਼ੀ ਵਿਆਹ ਦਿਓ। ਬੀਬੀ ਨੂੰ ਵੀ ਸੱਦ ਕੇ ਆਖਿਆ ਵੀ ਤੂੰ ਜਿੱਥੇ ਤੇਰੀ ਮਰਜ਼ੀ ਵਿਆਹ ਕਰਾ ਲੈ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਇਹ ਕੰਮ ਨਹੀਂ ਕਰਨਾ। ਤੁਹਾਨੂੰ ਸੂਬਾ ਜੀ ਸਨ ਸਾਹਿਬ ਸਿੰਘ ਹੋਰੀ ਤੇ ਤੁਹਾਨੂੰ ਬੀਬੀ ਸੀ ਜਿਹਨੇ ਆਖਿਆ ਆਪਣਾ ਗਹਿਣਾ ਗੱਟਾ ਸਾਰਾ ਲਿਆ ਕੇ ਸਾਧ ਸੰਗਤ ਨੂੰ ਦੇ ਕੇ ਫਿਰ ਉਹ ਭੈਣੀ ਸਾਹਿਬ ਆ ਕੇ ਉਹਨਾਂ ਦੇ ਪਿੰਡ ਦਾ ਇੱਕ ਬੰਦਾ ਸੀ ਉਹਨੂੰ ਨਾਲ ਲਿਆਈ। ਫਿਰ ਅੰਮ੍ਰਿਤ ਛਕਿਆ। ਸੋਹਣ ਸਿੰਘ ਘਲ ਉਹਨਾਂ ਨੂੰ ਲਿਆ ਕੇ ਅੰਮ੍ਰਿਤ ਛਕਿਆ ਤੇ ਉਹਨੇ ਆਖਿਆ ਮੈਂ ਵੀ ਹੁਣ ਇਹੋ ਹੀ ਕਰਨਾ ਹੈ ਭਜਨ ਬਾਣੀ, ਮੈਨੂੰ ਵੀ ਇਸ ਚੀਜ਼ ਦੀ ਲੋੜ ਨਹੀਂ। ਤੁਹਾਨੂੰ ਹੁਣੇ ਹੀ ਸਮਾਂ ਮਿਲਿਆ ਗੁਰੂ ਨਾਨਕ ਦੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਨ ਦਾ, ਤੇ ਇਹ ਹਵਨ ਜਿਹੜਾ ਤੁਸੀਂ ਵੇਖਿਆ ਇਹ ਕੋਈ ਸਿਰਫ ਅੱਜ ਦੀ ਗੱਲ ਨਹੀਂ। ਇਸ ਵੇਲੇ ਕਲਯੁਗ ਦੇ ਸਮੇਂ ਦੇ ਅਨੁਸਾਰ ਚੰਗੀਆਂ ਗੱਲਾਂ ਨੂੰ ਮੌਕਾ ਨਹੀਂ ਮਿਲਦਾ ਅੱਗੇ ਆਉਣ ਦਾ, ਮਾੜੀਆਂ ਨੂੰ ਬਹੁਤਾ ਮਿਲਦਾ ਹੈ। ਕਲਯੁਗ ਇਸੇ ਤਰ੍ਹਾਂ ਹੀ ਆ ਸਕਦਾ, ਐਵੇਂ ਕਲਯੁਗ ਆ ਨਹੀਂ ਸਕਦਾ। ਤੇ ਮਾੜੀਆਂ ਗੱਲਾਂ ਦਾ ਪਤਾ ਵੀ ਤਾਂ ਹੀ ਲੱਗ ਸਕਦਾ ਜੇ ਚੰਗੀਆਂ ਗੱਲਾਂ ਕੋਲ ਰਹਿਣ ਤੇ। ਉਹ ਵੀ ਨਹੀਂ ਮਰਦੀਆਂ। ਉਹ ਇਸ ਵੇਲੇ ਇਤਿਹਾਸ ਨੂੰ ਗਲਤ ਕੀਤਾ ਜਾ ਰਿਹਾ ਤੇ ਮੈਨੂੰ ਐਂ ਲੱਗਦਾ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਭਈ ਬਹੁਤ ਸਾਰੇ ਬੰਦੇ ਇਕੱਠੇ ਹੋ ਕੇ ਇੱਥੇ ਡਾਂਗਾ ਫੜ ਕੇ ਆ ਜਾਣ ਤੇ ਆਖਣ ਤੁਸੀਂ ਆਖੋ ਆਪਣੇ ਮੂੰਹੋਂ ਵੀ ਅਸੀਂ ਜਾਮਣਾਂ ਦੇ ਦਰਖਤਾਂ ਥੱਲੇ ਨਹੀਂ ਬੈਠੇ। ਇਸ ਤਰ੍ਹਾਂ ਦੀ ਹਾਲਤ ਪੈਦਾ ਇਸ ਵੇਲੇ ਹੋ ਰਹੀ ਹੈ। ਬੇਸ਼ੱਕ ਉਹਨਾਂ ਤੋਂ ਅਖਵਾ ਵੀ ਲਿਆ ਜਾਵੇ, ਲੇਕਿਨ ਸੱਚਾਈ ਇਹੋ ਹੀ ਵੀ ਇੱਥੇ ਬੈਠੇ ਹਾਂ ਅਸੀਂ। ਇਹ ਅੱਜ ਨਹੀਂ ਤੇ ਕੱਲ੍ਹ ਨੂੰ ਇਸ ਦਾ ਪਤਾ ਲੱਗੇਗਾ। ਜੋ ਅੱਜ ਹੁੰਦਾ ਹੈ ਉਸ ਦਾ ਪਤਾ ਅਗਲੇ ਦਿਨ ਲੱਗਦਾ। ਅੱਜ ਤੁਸੀਂ ਰੋਟੀ ਖਾ ਲੈਂਦੇ ਹੋ, ਤੁਹਾਨੂੰ ਕੁਝ ਘੰਟਿਆਂ ਬਾਅਦ ਉਹਦਾ ਅਸਰ ਹੋਣਾ ਹੈ ਮਾੜਾ ਜਾਂ ਚੰਗਾ।
ਸੋ ਇਸੇ ਤਰ੍ਹਾਂ ਹੀ ਇਸ ਵੇਲੇ ਬਹੁਤ ਭਿਆਨਕ ਸਮੇਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਜਿਹੜੇ ਅਸੀਂ ਧਰਮ ਨੂੰ ਮੰਨਣ ਵਾਲੇ ਹਾਂ, ਸਾਡੇ ਰੋਜ਼ ਤੁਸੀਂ ਬਿਆਨ ਅਖਬਾਰਾਂ 'ਚ ਪੜ੍ਹੋ, ਉਹ ਕੀ ਹੁੰਦੇ ਨੇ, ਅਗਲੇ ਦਿਨ ਕੀ ਬਦਲ ਜਾਂਦਾ, ਕੋਈ ਪੁੱਛਣ ਗਿੱਛਣ ਨਹੀਂ ਕਿਸੇ ਨੂੰ। ਭਜਨ ਬਾਣੀ ਦਾ ਜਿਹੜਾ ਉਹ ਜਿਸ ਤਰ੍ਹਾਂ ਸਤਿਗੁਰਾਂ ਨੇ, ਗੁਰੂ ਨਾਨਕ ਨੇ ਲਿਖਿਆ, ਸੱਚ ਕਾਲ ਕੂੜ ਵਰਤਿਆ। ਸੱਚ ਦਾ ਕਾਲ ਪੈ ਗਿਆ, ਲੱਭਦਾ ਨਹੀਂ ਕਿਤੇ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹ ਚੜਿਆ। ਸੋ ਇਸ ਤਰ੍ਹਾਂ ਇਤਿਹਾਸਾਂ ਨੂੰ ਗਲਤ ਕੀਤਾ ਜਾ ਰਿਹਾ। ਪਰ ਜਿਹੜੇ ਨੇਕ ਨੀਅਤੀ ਨਾਲ ਪੜ੍ਹਨ, ਤੁਸੀਂ ਇੱਥੇ ਬੈਠੇ ਹੋ, ਕੈਮਰੇ ਨਾਲ ਫੋਟੋ ਲਾ ਦਿੱਤੀ ਹੈ, ਤੁਹਾਨੂੰ ਕੋਈ ਹੱਕ ਨਹੀਂ ਕਿ ਵਿੱਚੋਂ ਫਲਾਣੇ ਬੰਦੇ ਦੀ ਤਸਵੀਰ ਕੱਢ ਦਿਓ। ਉਹ ਤੁਹਾਨੂੰ ਤੁਹਾਡਾ ਵਿਖਾਉਣਾ ਕੰਮ ਬਣਦਾ ਕੈਮਰੇ ਦਾ, ਕਿ ਇਹ ਉਸ ਵੇਲੇ ਸਾਰਾ ਕੁਝ ਹੋਇਆ ਸੀ, ਇਹ ਬੰਦੇ ਉੱਥੇ ਬੈਠੇ ਸਨ। ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਆਖਿਆ। ਉਹ ਕਹਿੰਦੇ ਨੇ, ਇਹ ਹਵਨ ਕਰਨਾ ਜਿਹੜਾ ਨਾ, ਇਹ ਤੋਂ ਧਰਮ ਹਮਾਰੋ ਸਾਰ, ਕਰਤ ਰਹੇ ਨਿਰਪ ਮੋਨ ਅਵਤਾਰ, ਸੋ ਤੋਂ ਹਮ ਵੀ ਕਰਨਾ ਚਾਹੇ ਜਾਤੇ, ਇਕੱਲੇ ਸਿੱਖ ਨਹੀਂ, ਹਿੰਦੂ ਨਹੀਂ, ਮੁਸਲਮਾਨ ਨਹੀਂ, ਹਿੰਦੁਸਤਾਨ ਨਹੀਂ, ਏਸ਼ੀਆ ਨਹੀਂ, ਜਾਤੇ ਸਭ ਸ੍ਰਿਸ਼ਟੀ ਸੁਖ ਪੈ ਹੈ। ਇੱਕ ਤੋਂ ਹੈ ਦੁਰਭੇਖਤ ਭਾਰੀ, ਹੈ ਪੜ ਰਹੋ ਨ ਬਰਸਤ ਬਾਰੀ, ਦੁਤੀਏ ਭਾਰਤ ਵਰਸ ਮਝਾਰੇ, ਮਹਾਮਰੀ ਪੜ ਰਹੀ ਹੈ ਭਾਰੇ, ਤ੍ਰਿਤੀਏ ਜੋ ਨਰ ਨਾਰੀ ਆਰਜ, ਹੋਏ ਰਹੇ ਨਿਜ ਧਰਮੋਂ ਖਾਰਜ। ਬਹੁਤ ਲੰਬਾ ਕੁਝ ਲਿਖਿਆ ਉਹਨਾਂ ਨੇ ਵੀ ਇਹਦੇ ਕਾਰਨ ਕੀ ਨੇ ਹਵਨ ਕਰਨ ਦੇ, ਅਤੇ ਉਹਦਾ ਫਾਇਦਾ ਕੀ ਹੈ। ਫਿਰ ਸੱਚੇ ਪਾਤਸ਼ਾਹ ਨੇ ਲਿਖਿਆ ਕਿ ਜੇ ਅਸੀਂ ਇਹ ਹਵਨ ਕਰਾਂਗੇ ਤਾਂ ਜਿਹੜੇ ਸਾਡੇ ਅੰਦਰੋਂ ਮਾੜੇ ਗੁਣ ਨੇ ਸਾਰੇ ਉਹ ਨਿਕਲ ਜਾਣਗੇ, ਚੰਗੇ ਸਾਡੇ ਵਿੱਚ ਪ੍ਰਾਪਤ ਹੋਣਗੇ, ਬਾਲਕ ਭਾਗਵਾਨ ਜਿਹੜੇ ਨੇ ਉਹ ਹੋਣਗੇ। ਜੇ ਬਾਲਕ ਭਾਗਵਾਨ ਹੋਵੇ ਤਾਂ ਫਿਰ ਉਹਦੇ ਵਾਸਤੇ ਜ਼ਮੀਨ ਖਰੀਦਣ ਦੀ ਅਤੇ ਨੌਕਰੀ ਲਵਾਉਣ ਦੀ ਲੋੜ ਨਹੀਂ ਰਹਿੰਦੀ। ਜਦੋਂ ਪ੍ਰਗਟ ਹੀ ਭਾਗਵਾਨ ਬਾਲਕ ਹੋ ਗਿਆ ਤਾਂ ਉਹਦੇ ਵਾਸਤੇ ਨੌਕਰੀਆਂ ਵਾਸਤੇ ਭੱਜੇ ਫਿਰਨ ਦੀ ਲੋੜ ਨਹੀਂ ਰਹਿੰਦੀ। 10-15 ਸਾਲ ਪਹਿਲਾਂ ਦੀ ਗੱਲ ਹੈ, ਪੰਡਿਤ ਜੀ ਇੱਕ ਵਾਰ ਚੁਗਾਵੇਂ ਅੰਮ੍ਰਿਤਸਰ ਦੇ ਕੋਲ ਉੱਥੇ ਗਏ ਦੀਵਾਨ, ਅਤੇ ਉੱਥੇ ਕਿਸੇ ਨੇ ਇਹਨਾਂ ਨੂੰ ਆਖਿਆ, ਇੰਨਾ ਘਿਓ ਉੱਥੇ ਨੈਸ਼ਟ ਕੀਤਾ ਗਿਆ, ਇੰਨਾ ਘਿਓ ਤੇ ਰੇਲ ਦੇ ਬੰਬੇ 'ਚ ਪਾ ਦਈਏ ਅਤੇ ਦਿੱਲੀ ਤੱਕ ਰੇਲ ਪਹੁੰਚਾ ਦਿੰਦਾ। ਮਤਲਬ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ, ਇਹ ਸਾਡੇ ਕਰਨ ਵਿੱਚ ਨੁਕਸ ਰਹਿ ਜਾਏ, ਇਹ ਗੱਲ ਵੱਖਰੀ ਹੈ। ਇੱਥੇ ਸਾਡੇ ਪਿੰਡ ਦੇ ਲੋਕ ਜਿਹੜੇ ਨੇ, ਇੱਕ ਵਾਰ ਅੱਗੇ ਪ੍ਰਯੋਗ ਦੇ ਦਿਨ ਜਿਹੜਾ ਇਸ ਤੋਂ ਪਹਿਲਾਂ ਹੁੰਦੇ ਸਨ, ਮੈਂ ਜਿਹੜਾ ਲੇਟ ਆਇਆ, ਵਲੈਤ ਚਲਾ ਗਿਆ ਸਾਂ, ਅਤੇ ਇਹਨਾਂ ਨੇ ਆਖਿਆ ਵੀ ਸਾਡੀਆਂ ਤਾਂ ਮੂੰਗਫਲੀਆਂ ਬੀਜੀਆਂ ਨੇ ਅਤੇ ਉਹਨਾਂ ਨੂੰ ਖਾਦ ਪਾਈ, ਉਹ ਸੜੀ ਜਾਂਦੀਆਂ ਨੇ, ਤੁਸੀਂ ਲੇਟ ਕਿਉਂ ਹੋ ਗਏ? ਮੈਂ ਕਿਹਾ ਮੇਰਾ ਲੇਟ ਹੋਣਾ ਮੂੰਗਫਲੀਆਂ ਦਾ ਕੀ ਮਤਲਬ ਹੈ? ਅਨੇ ਤੁਸੀਂ ਇੱਥੇ ਆ ਕੇ ਨਿਤਨੇਮ ਸ਼ੁਰੂ ਕਰਨਾ ਹੈ, ਆਰੰਭ ਕਰਨਾ ਹੈ, ਹਵਨ ਕਰਨਾ ਹੈ, ਫਿਰ ਮੀਂਹ ਪੈਣਾ ਅਤੇ ਸਾਡੀਆਂ ਮੂੰਗਫਲੀਆਂ ਤਾਂ ਹੋਣੀਆਂ ਨੇ। ਇਹ ਉਹਨਾਂ ਲੋਕਾਂ ਨੂੰ ਨਹੀਂ ਪਤਾ ਵੀ ਉਹ ਰੇਲ ਨੇ, ਉਹ ਲੈਣ ਦੇ ਰੇਲ ਦੀ ਲਾਈਨ ਦੇ ਉੱਤੇ ਜੇ ਫਰਜ਼ ਕਰੋ ਘਿਓ ਪਾ ਕੇ ਲਿਜਾਣ ਤਾਂ ਦਿੱਲੀ ਤੱਕ ਜਾਣਾ, ਅਤੇ ਇਹਨੇ ਕਿੱਥੋਂ ਸਾਰੇ ਧਰਤੀ ਦੇ ਉੱਤੇ ਜਾਣਾ। ਫਿਰ ਸਿਰਫ ਧਰਤੀ 'ਤੇ ਨਹੀਂ ਜਾਣਾ, ਲੋਕਾਂ ਦੇ ਮਨਾਂ 'ਚ ਇਹਦਾ ਚੰਗਾ ਅਸਰ ਹੋਣਾ। ਕਿੱਥੇ ਸਿਗਰਟਾਂ ਦੀ ਬੋ ਅਤੇ ਸਾਡੀਆਂ ਗਲਤ ਗੱਲਾਂ ਦੀ ਬੋ ਜਿਹੜੀ ਫੈਲ ਰਹੀ ਹੈ, ਉਸ ਨੂੰ ਹਟਾਉਣ ਵਾਸਤੇ ਹੋਰ ਤਾਂ ਕੋਈ ਚੀਜ਼ ਨਹੀਂ, ਇਹੋ ਹੀ ਚੀਜ਼ ਹੈ। ਜਿਸ ਤਰ੍ਹਾਂ ਪਾਣੀ ਨਾਲ ਹੱਥ ਧੋਣੇ, ਸਾਬਣ ਨਾਲ, ਸੱਚੇ ਪਾਤਸ਼ਾਹ ਨੇ ਲਿਖਿਆ, ਭਰੀਆ ਹੱਥ ਪੈਰ ਤਾਂ ਦੇਹ, ਪਾਣੀ ਧੋਤਾ ਹੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ, ਭਰੀਆ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵਾ ਕੈ ਰੰਗ। ਹਰ ਇੱਕ ਚੀਜ਼ ਨਾਲ ਉਹਦਾ ਸੰਬੰਧ ਹੈ ਕਿ ਫਲਾਣੀ ਚੀਜ਼ ਨਾਲ ਫਲਾਣੀ ਚੀਜ਼ ਠੀਕ ਹੋਣੀ ਹੈ। ਤੋ ਇਹ ਬੜੇ ਜ਼ੋਰ ਨਾਲ ਖੰਡਨ ਕੀਤਾ ਜਾ ਰਿਹਾ। ਮੈਂ ਕਈ ਵਾਰ ਗੁਰਪ੍ਰਤਾਪ ਸੂਰਜ ਦੇ ਵਿੱਚ ਭਾਈ ਵੀਰ ਸਿੰਘ ਹੋਰਾਂ ਨੇ ਬੜੇ ਜ਼ੋਰ ਨਾਲ ਖੰਡਨ ਕੀਤਾ ਇਸ ਗੱਲ ਦਾ ਕਿ ਇਹ ਬ੍ਰਾਹਮਣੀ ਮੱਤ ਹੈ, ਇਹ ਪੌਰਾਣਿਕ ਮੱਤ ਹੈ। ਅਤੇ ਜੇ ਨੇਕ ਨੀਤੀ ਨਾਲ ਵੇਖੋ, ਜੇ ਪੁਰਾਣ ਦੀ ਗੱਲ ਨੂੰ ਕੱਢ ਦਈਏ ਵਿੱਚੋਂ, ਤਾਂ ਗ੍ਰੰਥ ਸਾਹਿਬ ਦੇ ਵਿੱਚ ਕੋਈ ਚੀਜ਼ ਨਹੀਂ ਰਹਿ ਜਾਂਦੀ। ਜੇ ਇਹ ਲਿਖਿਆ ਕਿ ਜਿਉ ਜਨ ਚੰਦਰ ਹਾਸ ਦੁਖਿਆ, ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾ ਰਹੇ, ਅਤੇ ਉਹ ਚੰਦਰਹਾਸ ਕਿੱਥੋਂ ਲੱਭਣਾ? ਉਹ ਚੰਦਰਹਾਸ ਗ੍ਰੰਥ ਸਾਹਿਬ ਦੇ ਵਿੱਚ ਇਦੋਂ ਬਿਨਾਂ ਹੋਰ ਕਿਤੇ ਥਾਂ ਨਹੀਂ। ਉਹ ਪੁਰਾਣ ਦੇ ਵਿੱਚੋਂ ਲੱਭੇਗਾ ਕਿ ਚੰਦਰਹਾਸ ਕੌਣ ਸੀ, ਕਿਸ ਤਰ੍ਹਾਂ, ਕੌਣ ਤ੍ਰਿਸ਼ਟ ਬੁੱਧੀ ਸੀ, ਕੀ ਉਹਨਾਂ ਦੀ ਕਹਾਣੀ ਬਣੀ। ਹੋਰ ਅਨੇਕਾਂ ਕਥਾ ਨੇ ਇਸ ਤਰ੍ਹਾਂ ਦੀਆਂ, ਪ੍ਰਹਿਲਾਦ ਦੀਆਂ, ਧਰੂ ਦੀਆਂ। ਸੋ ਇਸ ਗੱਲ ਨੂੰ ਅੰਗਰੇਜ਼ ਦੀ ਦਿੱਤੀ ਹੋਈ ਸਿੱਖਿਆ ਨੇ ਇੰਨਾ ਅਸਰ ਕੀਤਾ ਹੈ। ਉਹ ਜਿਸ ਤਰ੍ਹਾਂ ਆਉਂਦੇ ਹਨ, ਉਹ ਬੰਬ ਮਾਰ ਦਿੰਦੇ ਨੇ ਨਾ, ਬੜੇ ਜਿਹੜੇ ਭੈੜੇ ਜਿਹੇ ਬੰਬ ਨੇ, ਅਤੇ ਉਹ ਕਈ ਸਾਲ ਆਪਣਾ ਅਸਰ ਉੱਥੇ ਜ਼ਮੀਨ 'ਤੇ ਬੰਦਿਆਂ 'ਤੇ ਕਰੀ ਜਾਂਦੇ ਨੇ। ਅੱਗੋਂ ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਨੇ, ਕਾਣੇ ਗੰਜੇ ਪੈਦਾ ਹੁੰਦੇ ਨੇ,
ਉਹ ਇਸ ਤਰ੍ਹਾਂ ਹੀ ਅੰਗਰੇਜ਼ ਦਾ ਅਸਰ ਐਸਾ ਹੋਇਆ ਵੀ ਹੁਣ ਉਦੋਂ ਵੀ ਵਧੀ ਜਾ ਰਿਹਾ, ਇਸ ਵੇਲੇ ਵੀ ਕੋਈ ਅਸਰ ਨਹੀਂ ਹੋ ਰਿਹਾ ਸਾਡੇ ਹਿੰਦੁਸਤਾਨ ਦੀ ਚੰਗੀ ਗੱਲ ਦਾ। ਸੋ ਅਸੀਂ ਇਹ ਥੋੜ੍ਹਾ ਜਿਹਾ ਜੋ ਕੁਝ ਕੀਤਾ ਸਿਰਫ ਇਸ ਵਾਸਤੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਇੱਕ ਉਪਦੇਸ਼ 'ਚ ਰਿਕਾਰਡ ਹੋਇਆ ਕਿ ਤੁਸੀਂ ਇੱਕ ਬੀ ਮਾਤਰ ਰਹਿ ਗਏ ਹੋ ਹਿੰਦੁਸਤਾਨ ਦੀ ਸਭਿਅਤਾ, ਉਹਨੂੰ ਸਾਂਭਣ ਦੀ ਕੋਸ਼ਿਸ਼ ਕਰਨੀ ਹੈ, ਜੇ ਸਤਿਗੁਰਾਂ ਦੀ ਕਿਰਪਾ ਨਾਲ ਸਾਂਭੀ ਜਾਵੇ। ਅਤੇ ਹੁਣ ਇੱਥੇ ਤੁਹਾਡੇ ਹਾਕੀ ਵਾਲੇ ਬੱਚੇ ਨੇ, ਤੁਸੀਂ ਅਖਬਾਰਾਂ ਵਿੱਚ ਪੜ੍ਹ ਲਿਆ ਹੋਣਾ ਉਹਨਾਂ ਦੇ ਵਾਸਤੇ ਕਿ ਕਿਸ ਤਰ੍ਹਾਂ ਉਹਨਾਂ ਨੇ ਖੇਡਿਆ ਜਾ ਕੇ, ਅਤੇ ਉਹਨਾਂ ਨੇ ਕਸ਼ਹਿਰਿਆਂ ਅਤੇ ਪੱਗਾਂ ਨਾਲ ਖੇਡਿਆ। ਸਾਨੂੰ ਹਾਕੀ ਦਾ ਬਹੁਤਾ ਚਾਅ ਨਹੀਂ, ਸਾਨੂੰ ਇਹ ਚਾਅ ਜ਼ਰੂਰ ਹੈ ਵੀ ਅਸੀਂ ਹਿੰਦੁਸਤਾਨੀ ਸੱਭਿਅਤਾ ਜਿਹੜੀ ਉਹ ਹਰ ਥਾਂ, ਹਰ ਸੈਕਟਰ ਦੇ ਵਿੱਚ, ਹਰ ਥਾਂ ਦੇ ਵਿੱਚ ਉਹਨੂੰ ਪਹੁੰਚਾਇਆ ਜਾਵੇ, ਲੋਕਾਂ ਨੂੰ ਪਤਾ ਲੱਗੇ ਕਿ ਇਹ ਕਸ਼ਹਿਰੇ ਪਾ ਕੇ ਅਤੇ ਪੱਗਾਂ ਬੰਨ੍ਹ ਕੇ ਵੀ ਖੇਡ ਸਕਦੇ ਨੇ। ਸਿੱਖਾਂ ਦੇ ਥਾਂ ਪਟਿਆਲੇ ਜਾ ਕੇ ਟ੍ਰੇਨਿੰਗ ਵਾਸਤੇ ਮੁੰਡੇ 4 ਘੱਲੇ, ਆਖਣ ਨਿੱਕਰਾਂ ਪਾਓ, ਕੱਛਾਂ ਨਾ ਦੱਸਣ ਤੁਹਾਡੀਆਂ, ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਅਤੇ ਕੱਛਾਂ ਵਾਲਿਆਂ ਦੇ ਦੁਆਲੇ ਆਣ ਕੇ ਹੋਣਗੇ। ਸੋ ਇਹ ਥੋੜ੍ਹਾ ਜਿਹਾ ਸਾਨੂੰ ਧਿਆਨ ਕਰਨਾ ਚਾਹੀਦਾ। ਜੋ ਵੀ ਆਪਣੇ ਗੁਰੂ ਤੋਂ ਕਿਸੇ ਨੇ ਪੁੱਛਿਆ ਨਾਮ ਸਿਮਰਨ ਵਾਸਤੇ, ਬਾਣੀ ਜਿੰਨੀ ਮਰਜ਼ੀ ਪੜ੍ਹੀ ਜਾਓ, ਸੁਖਮਣੀ ਪੜ੍ਹੀ ਜਾਓ, ਆਸਾਰੀ ਵਾਰ ਪੜ੍ਹੀ ਜਾਓ, ਜਪਜੀ ਸਾਹਿਬ ਪੜ੍ਹੀ ਜਾਓ, ਪਰ ਜੇ ਉਹਦੇ 'ਚ ਲਿਖਿਆ ਕਿ ਪ੍ਰਭ ਕਾ ਸਿਮਰਨ ਗਰਭ ਨਾ ਬਸੈ, ਸਿਮਰਨ ਨਹੀਂ ਕੀਤਾ, ਉਹ ਕੰਮ ਇੱਕ ਲਿਖਿਆ ਫੱਟੇ 'ਤੇ ਲਿਖਿਆ ਕਿ ਇਹ ਰਸਤਾ ਲੁਧਿਆਣੇ ਨੂੰ ਜਾਂਦਾ, ਉਹਨੂੰ ਪੜ੍ਹੀ ਜਾਓ, ਰਸਤਾ ਲੁਧਿਆਣੇ ਨੂੰ ਜਾਂਦਾ, ਰਸਤਾ ਲੁਧਿਆਣੇ ਨੂੰ ਜਾਂਦਾ। ਬੱਸ ਚੜ੍ਹ ਕੇ ਜਾਏਗਾ ਨਾ ਤੇ ਪਹੁੰਚੇਗਾ ਕਿਸ ਤਰ੍ਹਾਂ ਲੁਧਿਆਣੇ ਤੋਂ। ਅਤੇ ਨਾਮ ਨਹੀਂ ਜਪਣਾ ਅਤੇ ਬਾਣੀ ਪੜ੍ਹਨ ਦਾ ਕੀ ਫਾਇਦਾ? ਬਾਣੀ ਪੜ੍ਹਨ ਦਾ ਸਿਰਫ ਇਹ ਫਾਇਦਾ ਹੈ ਵੀ ਇੱਥੇ ਇੱਕ ਅਖਬਾਰ 'ਚ ਪੜ੍ਹਿਆ ਸੀ, ਮੈਨੂੰ ਯਾਦ ਨਹੀਂ, ਅਜੀਤ ਜਾਂ ਅਕਾਲੀ ਪੱਤਰਕਾਰ 'ਚ ਉਹਨਾਂ ਨੇ ਲਿਖਿਆ ਜਲੰਧਰ ਦੇ ਵਿੱਚ ਫਲਾਣੇ ਬਾਜ਼ਾਰ ਵਿੱਚ ਇੰਨੇ ਦੂਰ 'ਤੇ ਨੇੜੇ ਗੁਰਦੁਆਰੇ ਨੇ, ਉਹ ਇੰਨਾ ਜ਼ੋਰ ਨਾਲ ਸਪੀਕਰ ਲਾਉਂਦੇ ਨੇ, ਨਾ ਤਾਂ ਉੱਥੇ ਸੌਣ ਵਾਲਿਆਂ ਨੂੰ ਪਤਾ ਲੱਗਦਾ ਵੀ ਕਿਸ ਤਰ੍ਹਾਂ ਸੌਣਾ ਹੈ, ਨਾ ਪੜ੍ਹਨ ਵਾਲਿਆਂ ਵਾਸਤੇ ਬੜੀ ਮੁਸ਼ਕਿਲ ਹੈ, ਬਿਮਾਰ ਆਦਮੀਆਂ ਦਾ ਤੁਹਾਨੂੰ ਪਤਾ ਵੀ ਉਹਨਾਂ ਨੂੰ ਉਂਝ ਹੀ ਬੜਾ ਮੁਸ਼ਕਿਲ ਨੀਂਦਰ ਆਉਂਦੀ ਹੈ, ਅਤੇ ਉਹਨਾਂ ਦੀ ਆਪਸ ਵਿੱਚ ਜਿਹੜੀ ਬਾਣੀ ਹੈ ਇੱਕ ਦੂਜੇ ਨੂੰ ਕੋਈ ਪਤਾ ਨਹੀਂ ਕੀ ਪੜ੍ਹਦਾ ਕੀ ਨਹੀਂ ਪੜ੍ਹਦਾ। ਇਸ ਵੇਲੇ ਇਸ਼ਤਿਹਾਰਬਾਜ਼ੀ 'ਤੇ ਜਿੰਨਾ ਜ਼ੋਰ ਹੈ, ਆਪਣੇ ਅੰਦਰ ਵਾਸਤੇ ਕਰਨ ਵਾਸਤੇ ਇੰਨਾ ਚਾਰਾ ਨਹੀਂ ਅਸੀਂ ਕਰਦੇ। ਸੋ ਜਿਹੜੇ ਸਰੀਰ ਤੁਸੀਂ ਇੱਥੇ ਆਏ ਹੋ, ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣਾ ਸਮਾਂ ਇੱਥੇ ਦਿੱਤਾ ਸਾਰਿਆਂ ਨੇ। ਅਸੀਂ ਸਾਰੇ ਭਾਰਤ ਦੇ ਵਾਸੀ ਹਾਂ ਅਤੇ ਇਸ ਨੂੰ ਬੜਾ ਚੰਗਾ ਬਣਾਉਣਾ। ਇਹ ਤਾਂ ਬੜਾ ਜ਼ੋਰ ਲਾਇਆ ਜਾ ਰਿਹਾ ਕਿ ਇਹਦੇ 'ਚ ਹਰੀ ਉੱਨਤੀ ਲਿਆਓ, ਕਣਕ ਅਤੇ ਹੋਰ ਚੀਜ਼ਾਂ ਬਹੁਤ ਸਾਰੀਆਂ ਹੋਣ, ਇਹਦੇ 'ਚ ਚਿੱਟੀ ਉੱਨਤੀ ਲਿਆਓ ਜਿਹਦੇ ਨਾਲ ਦੁੱਧ ਵਗੈਰਾ ਬਹੁਤਾ ਪੈਦਾ ਕੀਤਾ ਜਾਵੇ। ਪਰ ਉਹ ਗਾਈਆਂ ਬਾਹਰ ਦੀਆਂ ਲਿਆ ਕੇ ਇੰਨੀ ਨਸਲ ਇੱਥੇ ਕਰ ਲਈ ਹੈ ਕਿ ਹੁਣ ਆਪ ਜਿਹੜੇ ਮਹਿਕਮੇ ਵਾਲੇ ਨੂੰ ਪਛਤਾਉਂਦੇ ਨੇ। ਕੱਲ੍ਹ ਹੀ ਪਤਾ ਲੱਗਾ ਹੈ ਕੇਰ ਸਿੰਘ ਜਿਹੜੇ ਡਾਇਰੈਕਟਰ ਐਨੀਮਲ ਹਸਬੈਂਡਰੀ ਦੇ, ਉਹਨਾਂ ਨੇ ਦੱਸਿਆ ਕਿ ਹੁਣ ਇਹ ਫੈਸਲਾ ਕਰ ਲਿਆ ਸਰਕਾਰ ਨੇ ਕਿ ਅਸਾਂ ਆਪਣੀ ਨਸਲ ਜਿਹੜੀ ਹੈ ਇਹਨੂੰ ਉੱਨਤ ਕਰਨਾ ਹੈ, ਸਾਹੀਵਾਲ ਬਰੀਡ ਵਗੈਰਾ ਨੂੰ। ਕਿਉਂ ਕਰ ਲਿਆ? ਕਿ ਉਹਨਾਂ ਨੂੰ ਬੜਾ ਪਛਤਾਵਾ ਲੱਗਾ ਕਿ ਆਪਣੀ ਨਸਲ ਗਵਾ ਬੈਠੇ ਹਾਂ ਅਸੀਂ, ਆਪਣੀ ਨਸਲ ਨੂੰ 50% ਬਾਹਰਲੀਆਂ ਗਾਈਆਂ ਲਿਆ ਕੇ ਅਤੇ ਉਹਨਾਂ ਨੂੰ ਮਿਲਾ ਕੇ ਅਤੇ ਆਪਣੀ ਨਸਲ ਖਰਾਬ ਕੀਤੀ ਹੈ। ਕੇਰਲਾ ਵਾਲੇ ਇੱਥੇ ਆਏ ਸਨ, ਉਹਨਾਂ ਨੂੰ ਕਿਤੋਂ ਸਾਹੀਵਾਲ ਨਸਲ ਲੱਭਦੀ ਨਹੀਂ ਸੀ, ਸਾਡੇ ਕੋਲੋਂ ਗਾਈਆਂ ਲੈ ਕੇ ਗਏ ਨੇ ਇੱਥੋਂ। ਇਸੇ ਤਰ੍ਹਾਂ ਹੀ ਕੁਝ ਸਾਲ ਹੋਏ ਨੇ ਇੰਡੋ ਜਰਮਨ ਐਗਰੀਕਲਚਰਲ ਪ੍ਰੋਜੈਕਟ ਮੰਡੀ ਦੇ ਵਿੱਚ ਚੱਲਦਾ ਹੈ। ਮੈਂ ਉੱਥੇ ਉਹਨਾਂ ਕੋਲ ਗਿਆ ਅਤੇ ਉਹਨਾਂ ਨੂੰ ਪੁੱਛਿਆ, ਉਹਨਾਂ ਦੀ ਜਿਹੜੀ ਸਭ ਤੋਂ ਚੰਗੀ ਦੁੱਧ ਦੇਣ ਵਾਲੀ ਵਹਿੜੀ ਸੀ ਨਾ, ਤੀਸਰੇ ਸੂਏ ਉਹਨੇ 28 ਕਿਲੋ ਕੀਤਾ। ਮੈਂ ਤੁਸੀਂ ਇੰਨੇ ਮਾਰਕ ਖਰਚ ਕਰਕੇ ਲਿਆਂਦੀ ਹੈ, ਮੇਰੇ ਕੋਲ ਹਰਿਆਣੇ ਦੀ ਵਹਿੜੀ ਜਿਹੜੀ ਉਹਨੇ 28 ਕਿਲੋਗ੍ਰਾਮ ਕਰਕੇ ਅਤੇ ਭਾਰਤ ਦਾ ਬਹੁਤੇ ਦੁੱਧ ਦਾ ਇਨਾਮ ਜਿੱਤਿਆ। ਪਰ ਲੇਕਿਨ ਇਹ ਹੈ ਵੀ ਉਹ ਸਾਡੀ ਹੈ, ਸਾਡਾ ਮੂੰਹ ਬੜੇ ਗਲਤ ਪਾਸੇ ਹੋ ਗਿਆ। ਸੋ ਥੋੜ੍ਹਾ ਜਿਹਾ ਇਸ ਪਾਸੇ ਧਿਆਨ ਦਿਓ। ਜਿਹੜੇ ਨੇ ਕਿਸੇ ਨੇ ਆਪਣੇ ਗੁਰੂ ਤੋਂ ਜੋ ਉਪਦੇਸ਼ ਸੁਣਿਆ ਉਸ ਦੇ ਅਨੁਸਾਰ ਸਵੇਰੇ ਤੜਕੇ ਉੱਠ ਕੇ ਇਸ਼ਨਾਨ ਕਰਿਆ ਕਰੋ, ਆਪਣੇ ਮਾਤਾ ਪਿਤਾ ਦੇ ਪੈਰੀਂ ਹੱਥ ਲਾਇਆ ਕਰੋ। ਵੱਡੇ ਅਤੇ ਛੋਟੇ ਦਾ ਅਦਬ ਸਤਿਕਾਰ ਉਹਦੇ ਹਿਸਾਬ ਨਾਲ ਕਰਨਾ ਸਾਡਾ ਬੜਾ ਫਰਜ਼ ਬਣਦਾ। ਹੱਥ ਮਿਲਾਉਣਾ ਸਾਡਾ ਬਿਲਕੁਲ ਕੰਮ ਨਹੀਂ, ਜਿਹੜਾ ਇਸ ਵੇਲੇ ਸਾਡੇ ਵਿੱਚ ਆਦਤ ਪੈ ਗਈ ਹੈ। ਜੇ ਤੁਸੀਂ ਪੈਰੀਂ ਹੱਥ ਨਹੀਂ ਲਾਉਣਾ ਤਾਂ ਇੱਕ ਦੂਜੇ ਨੂੰ ਦੂਰੋਂ ਹੱਥ ਜੋੜ ਕੇ ਫਤਿਹ ਬੁਲਾ ਦਿਓ। ਜੇ ਸਾਰੇ ਹੀ ਜ਼ੋਰ ਲਾਉਣਗੇ ਨਾ ਅਤੇ ਗੋਡਿਆਂ ਤੱਕ ਮਸਾਂ ਹੀ ਪਹੁੰਚਣਗੇ। ਅਤੇ ਇਹ ਆਦਤ ਕਿਉਂ ਹੈ? ਪੱਛਮੀ ਸੱਭਿਅਤਾ ਨੇ ਸਾਡਾ ਸੱਤਿਆਨਾਸ਼ ਕੀਤਾ। ਪੈਰੀਂ ਹੱਥ ਲਾਉਣਾ ਜਿਹੜਾ, ਮੈਂ ਇਸ ਤਰ੍ਹਾਂ ਸੁਣਿਆ, ਮੈਨੂੰ ਪੱਕਾ ਨਹੀਂ ਪਤਾ, ਹਜ਼ੂਰ ਸਾਹਿਬ ਗੁਰਦੁਆਰੇ ਜਾਂ ਪਤਾ ਨਹੀਂ ਕਿਹੜੇ ਗੁਰਦੁਆਰੇ ਲਿਖਿਆ ਕਿ ਇੱਥੇ ਪੈਰੀਂ ਹੱਥ ਨਾ ਲਾਵੇ ਕੋਈ ਇੱਕ ਦੂਜੇ ਦੇ। ਉਹ ਥਾਵਾਂ ਨੇ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਰਿਕਾਰਡ ਹੋਇਆ ਕਿ ਸੱਚੇ ਪਾਤਸ਼ਾਹ ਉੱਥੇ ਗਏ ਸਨ, ਰਹਿ ਰਾਸ ਤੋਂ ਵਿੱਚੋਂ ਹਰ ਸਿੱਖ ਇੱਕ ਦੂਜੇ ਦੇ ਪੈਰੀਂ ਹੱਥ ਲਾਉਂਦਾ ਸੀ। ਅਤੇ ਸੰਤ ਜੋਗਿੰਦਰ ਸਿੰਘ ਹੋਰੀ ਮੋਨੀ, ਹੁਣ ਉਹਨਾਂ ਨੇ ਬੜਾ ਕਾਫੀ ਚਿਰ ਤੋਂ ਕੋਸ਼ਿਸ਼ ਕਰਕੇ ਅਤੇ ਉਹਨਾਂ ਨੂੰ ਕੱਢ ਦਿੱਤਾ ਉੱਥੋਂ। ਉਹ ਮਾਸ ਸ਼ਰਾਬ ਨਹੀਂ ਖਾਂਦੇ ਪੀਂਦੇ, ਅਤੇ ਉਹ ਮਾਸ ਸ਼ਰਾਬ ਖਾਣ ਪੀਣ ਵਾਲੇ ਦੇ ਹੱਥ ਦਾ ਵੀ ਨਹੀਂ ਖਾਂਦੇ ਪੀਂਦੇ। ਅਤੇ ਉਹਨਾਂ ਨੂੰ ਕੋਈ ਪੈਰੀਂ ਹੱਥ ਲਾਉਂਦਾ ਸੀ ਅਤੇ ਬੜਾ ਇਹਨਾਂ ਨੂੰ ਇਤਰਾਜ਼ ਹੋਇਆ ਵੀ ਕਿਉਂ ਇਹਨਾਂ ਨੂੰ ਪੈਰੀਂ ਹੱਥ ਲਾਉਂਦਾ। ਅਤੇ ਜਿਹੜੇ ਇਤਰਾਜ਼ ਕਰਦੇ ਨੇ ਉਹ ਆਪ ਲਵਾਉਂਦੇ ਨੇ ਲਾਂਭੇ ਹੋ ਕੇ। ਮੈਂ
ਸਿਰਫ ਤੁਹਾਨੂੰ ਇਹ ਅਰਜ਼ ਕਰਨੀ ਵੀ ਅਸੀਂ ਆਪਣੇ ਮਨ ਨੂੰ ਠੀਕ ਕਰਨ ਵਾਸਤੇ ਭਜਨ ਬਾਣੀ ਕਰਕੇ ਆਪਣੇ ਹਿੰਦੁਸਤਾਨ ਦਾ, ਆਪਣੇ ਪੰਜਾਬ ਦਾ, ਆਪਣੇ ਜ਼ਿਲ੍ਹਿਆਂ ਦਾ ਵਾਤਾਵਰਣ ਇਸ ਨੂੰ ਠੀਕ ਕੀਤਾ ਜਾਵੇ, ਤਾਂ ਹੀ ਠੀਕ ਹੋ ਸਕਦਾ। ਜੇ ਅਸੀਂ ਠੀਕ ਹੋਵਾਂਗੇ ਤੇ ਆਤਮਕ ਉਚਾਈ ਹੋਵੇ ਤੇ ਸਭ ਗੱਲ ਛੇਤੀ ਤੋਂ ਛੇਤੀ ਠੀਕ ਹੋ ਜਾਏ। ਤੁਹਾਨੂੰ ਪਤਾ ਜਿਹੜੇ ਆ ਸੈਟੇਲਾਈਟ ਸਟੇਸ਼ਨ ਜਿੱਥੇ ਹੁੰਦੇ ਨੇ ਉੱਥੇ ਟੈਲੀਫੋਨ ਛੇਤੀ ਸੁਣਿਆ ਜਾਂਦਾ, ਤੇ ਇਹ ਉਦੋਂ ਉੱਚੀ ਗੱਲ ਹੈ ਆਤਮਕ ਉਚਾਈ ਦੀ। ਜੇ ਸਤਿਗੁਰੂ ਕਿਰਪਾ ਕਰੇ ਇਹ ਤਾਂ ਹੀ ਹੋ ਸਕਦੀ ਜੇ ਅਸੀਂ ਆਪਣੇ ਆਪਣੇ ਬਜ਼ੁਰਗਾਂ ਦੇ ਦੱਸਿਆ ਹੋਇਆਂ ਰਾਹਾਂ ਦੇ ਉੱਤੇ, ਧਾਰਮਿਕ ਉਸਤਾਦਾਂ ਦੇ ਦੱਸਿਆ ਹੋਇਆਂ ਰਾਹਾਂ ਦੇ ਉੱਤੇ ਚੱਲ ਕੇ ਸਵੇਰੇ ਤੜਕੇ ਉੱਠਾਂਗੇ, ਆਪਣੇ ਮੰਦਰਾਂ 'ਚ, ਮਸੀਤਾਂ 'ਚ, ਗੁਰਦੁਆਰਿਆਂ ਵਿੱਚ ਜਾ ਕੇ, ਤਾਂ ਹੀ ਇਹ ਸਾਰਾ ਕੁਝ ਹੋ ਸਕਦਾ। ਸੋ ਮੈਂ ਇੰਨੀ ਅਰਜ਼ ਕਰਕੇ ਇਹ ਸਿਰਫ ਹਮਨ ਵਾਸਤੇ ਤੁਹਾਨੂੰ ਦੱਸਣਾ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਉਹਦੇ ਮੁਤਾਬਕ ਅਸੀਂ ਕਰਦੇ ਹਾਂ। ਆਹ ਚੰਡੀ ਦੀ ਵਾਰ ਜਿਹੜੀ ਹੈ ਇਹ ਵੀ ਪੁਰਾਣਿਕ ਹੈ, ਸਾਰੀ ਦੀ ਸਾਰੀ ਪੁਰਾਣਿਕ ਹੈ। ਅਤੇ ਇਹ ਪਤਾ ਕਦੋਂ ਲੱਗਾ? ਜਦੋਂ ਸਾਡੇ ਹਿੰਦੁਸਤਾਨ ਦੇ ਵਿੱਚ 1966 ਵਿੱਚ ਜੰਗ ਲੱਗੀ ਸੀ ਮੇਰਾ ਖਿਆਲ, ਉਦੋਂ ਇਹਨਾਂ ਨੂੰ ਚੰਡੀ ਦੀ ਵਾਰ ਦਾ ਚੇਤਾ ਆਇਆ। ਚੰਡੀ ਦੀ ਵਾਰ ਬੜੀ ਅਜੀਬ ਗੱਲ ਹੈ। ਫਿਰ ਉਦੋਂ ਰੇਡੀਓ 'ਤੇ ਸ਼ੁਰੂ ਕੀਤੀ ਪੜ੍ਹਨੀ। ਇੱਕ ਬਹੁਤ ਪੁਰਾਣੀ ਗੱਲ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਦੀ। ਗੋਸਵਾਮੀ ਗਣੇਸ਼ ਦਾਸ ਜੀ ਦੇ ਡੇਰੇ ਸ਼ੀਸ਼ ਮਹਿਲ ਰੋਡ ਲਾਹੌਰ ਦੇ ਵਿੱਚ ਉੱਥੇ ਬੈਠੇ ਸਨ ਸੱਚੇ ਪਾਤਸ਼ਾਹ, ਨਾਲ ਹੋਰ ਬੜੇ ਸਿਆਣੇ ਆਦਮੀ ਬੈਠੇ ਸਨ। ਗੋਸਵਾਮੀ ਗਣੇਸ਼ ਦਾਸ ਜੀ ਬੈਠੇ ਸਨ, ਅਤੇ ਉੱਥੇ ਇੱਕ ਸਿੱਖ ਲੀਡਰ ਨੇ ਆਖਿਆ ਵੀ ਜਿਹੜੀ ਚੰਡੀ ਦੀ ਵਾਰ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਦੀ ਰਚੀ ਨਹੀਂ। ਸਤਿਗੁਰਾਂ ਨੇ ਹੁਕਮ ਦਿੱਤਾ ਵੀ ਜੇ ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਦੀ ਰਚੀ ਨਹੀਂ ਤੇ ਅਰਦਾਸ ਕਿੱਥੋਂ ਕਰਦੇ ਹੋ? ਉਹ ਪਾਸ ਹੀ 10 ਆਖ ਕੇ ਕਰਦੇ ਨੇ, ਅਸੀਂ 12 ਆਖ ਕੇ ਕਰਦੇ ਹਾਂ, ਅਤੇ ਅਰਦਾਸ ਕਿੱਥੋਂ ਕਰਨੀ ਹੈ ਜੇ ਉਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ? ਉਹ ਕਿਹੜੇ ਕਵੀ ਦੀ ਰਚਨਾ? ਫਿਰ ਆਖਣਗੇ ਹਾਂ ਉਹ ਇੱਕ ਪੌੜੀ। ਤੇ ਇਹ ਜਿਹੜਾ ਤੁਹਾਡੇ ਧਿਆਨ ਨਾਲ ਸੁਣਨ ਵਾਲੀ ਗੱਲਾਂ ਨੇ ਵੀ ਅਸੀਂ ਕੀ ਗੱਲਾਂ ਕਰਦੇ ਹਾਂ ਲੀਡਰ ਹੋ ਕੇ। ਅਤੇ ਉਹਨਾਂ ਆਖਿਆ ਹਾਂ ਇਹ ਇੱਕ ਪੌੜੀ ਜਿਹੜੀ ਹੈ ਇਹ ਤਾਂ ਠੀਕ ਹੈ। ਫਿਰ ਸੱਚ ਪਾਤਸ਼ਾਹ ਆਖਿਆ ਜਿਹੜੀ ਅਗਲੀ ਪੌੜੀ ਹੈ ਜਿਹਦੇ 'ਚ ਲਿਖਿਆ ਕਿ ਤਹਿ ਦੁਰਗਾ ਸਾਜ ਕੇ ਦਾਤਾ ਨਾਲ ਰਾਸ ਕਰਾਇਆ, ਅਤੇ ਇੱਥੋਂ ਹੀ ਬਲਰਾਮ ਲੈ ਨਾਲ ਬਾਣਾ ਦਾ ਸਿਰਕਾਇਆ, ਇਹਨੂੰ ਕੀ ਮੰਨਦੇ ਹੋ? ਆਂਦੇ ਨੇ ਹਾਂ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਹੈ। ਯਾਨੀ ਇਸ ਤਰ੍ਹਾਂ ਮੰਨਣਾ ਸ਼ੁਰੂ ਕੀਤਾ। 55 ਪੌੜੀਆਂ ਨੇ, ਉਹ ਵੀ ਗੁਰੂ ਗੋਬਿੰਦ ਸਿੰਘ ਦੀ ਹੈ, ਲੇਕਿਨ ਉਹਨੂੰ ਮੈਂ ਗੁਰਬਾਣੀ ਨਹੀਂ ਮੰਨਦਾ। ਆਂਦੇ ਨੇ ਅਤੇ ਗੁਰਬਾਣੀ ਮੈਂ ਆਪਣੇ ਮਰਜ਼ੀ ਮੁਤਾਬਕ ਮੰਨਣੀ ਹੈ, ਉਸ ਦੂਸਰੇ ਨੇ ਆਪਣੀ ਮਰਜ਼ੀ ਮੁਤਾਬਕ ਮੰਨਣੀ ਹੈ, ਗੁਰੂ ਦੀ ਮਰਜ਼ੀ ਮੁਤਾਬਕ ਨਹੀਂ ਮੰਨਣੀ। ਗੁਰੂ ਸਾਡੀ ਮਰਜ਼ੀ ਦਾ ਹੋਣਾ ਚਾਹੀਦਾ, ਅਸੀਂ ਗੁਰੂ ਦੀ ਮਰਜ਼ੀ ਦੇ ਹੋਈਏ, ਇਹ ਗੱਲ ਨਹੀਂ ਚਾਹੀਦੀ। ਸੋ ਇਹ ਜਿੰਨਾ ਚਿਰ ਸਾਡੇ ਵਿੱਚੋਂ ਨਾ ਨਿਕਲੇਗੀ ਅਸੀਂ ਪਰਮ ਪਦ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ। ਮੈਂ ਫਿਰ ਆਖਾਂਗਾ ਭਈ ਹਰ ਇੱਕ ਪੰਜਾਬੀ ਦੇ, ਹਿੰਦੁਸਤਾਨੀ ਦੇ ਘਰ ਵਿੱਚ ਗਊ ਹੋਣੀ ਚਾਹੀਦੀ ਹੈ। ਤੁਸੀਂ ਹੁਣੇ ਸੁਣਿਆ ਸੀ ਰਾਮ ਜੀ ਅਰਦਾਸ ਕਰਦੇ ਸਨ ਤਾਂ ਉਹਨਾਂ ਨੇ ਆਖਿਆ ਸੀ ਗਊ ਘਾਤ ਕਾ ਦੋਖ ਜਗ ਸਿਓ ਮਿਟਾਊਂ, ਨਾ ਛਾਡੋ ਕਹੂੰ ਦੁਸ਼ਟ ਅਸਰ ਨਿਸ਼ਾਨੀ, ਚਲਾ ਸਭ ਜਗਤ ਮੈਂ ਧਰਮ ਕੀ ਨਿਸ਼ਾਨੀ। ਸੋ ਇੱਕ ਉਹਨਾਂ ਨੇ ਇਹ ਲਿਖਿਆ ਕਿ ਯਹੀ ਬੇਨਤੀ ਖਾਸ ਅਮਰੀ ਸੁਣੀਜੈ। ਇਹ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੈ, ਸਿੱਖ ਹੋਵੇ ਕੋਈ ਹਿੰਦੂ ਹੋਵੇ। ਯਹੀ ਬੇਨਤੀ ਖਾਸ ਅਮਰੀ ਸੁਣੀਜੈ, ਅਸੁਰ ਮਾਰ ਕਰ ਰਛ ਗਊਨ ਕਰੀਜੈ। ਜਿਹੜੇ ਗਊਆਂ ਨੂੰ ਮਾਰਦੇ ਨੇ, ਖਾਂਦੇ ਨੇ, ਉਹ ਅਸੁਰ ਨਹੀਂ ਇਹਨਾਂ ਤੁਖਾਂ ਮੁਤਾਬਕ। ਇਹ ਉਹਨਾਂ ਨੂੰ ਸੋਚਣਾ ਚਾਹੀਦਾ। ਸੋ ਉਹ ਸਾਡੇ 'ਤੇ ਜਿਹੜਾ ਪੱਛਮ ਦਾ ਗਲਬਾ ਉਹ ਲਾ ਕੇ ਸਿੱਖੀ ਦਾ ਅਸਰ ਸਾਡੇ ਉੱਤੇ ਹੋਵੇ, ਅਤੇ ਤਾਂ ਅਸੀਂ ਸਦਗਤੀ ਨੂੰ ਪ੍ਰਾਪਤ ਕਰ ਸਕਦੇ ਹਾਂ। ਸੋ ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਇਹ ਹਵਨ ਹੈ, ਅਤੇ ਉਹਨਾਂ ਦੀ ਬਾਣੀ ਦਾ ਹੀ ਇਹ ਪਾਠ ਕੀਤਾ ਗਿਆ, ਜਿਹਨੂੰ ਦੁਰਗਾ ਸਪਤਸ਼ਤੀ ਵੀ ਕਹਿੰਦੇ ਨੇ। ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੰਜਾਬੀ ਦੀ ਰਚਨਾ ਵਿੱਚ ਚੰਡੀ ਦੀ ਵਾਰ ਦੇ ਵਿੱਚ ਲਿਖੀ ਹੋਈ ਹੈ। ਅਤੇ ਸਾਡੀ ਸਾਂਝ ਹੈ, ਕੜੀ ਹੈ ਸਾਡੀ। ਉਹ ਸਪਤਸ਼ਤੀ ਪੜ੍ਹਦੇ ਨੇ, ਅਸੀਂ ਚੰਡੀ ਦੀ ਵਾਰ ਪੜ੍ਹਦੇ ਹਾਂ। ਉਹ ਹਿੰਦੂ ਨੇ, ਅਸੀਂ ਸਿੱਖ ਹਾਂ। ਇੱਕ ਭਰਾ ਹਿੰਦੂ ਹੈ, ਇੱਕ ਸਿੱਖ ਹੈ। ਇੱਕ ਪਿਓ ਦੇ 2 ਪੁੱਤਰ ਨੇ, ਉਹਨਾਂ 'ਚੋਂ ਹਿੰਦੂ ਹੈ, ਇੱਕ ਸਿੱਖ ਹੈ। ਸਾਲਾ ਭਣੋਈਆ ਸਿੱਖ ਅਤੇ ਹਿੰਦੂ ਨੇ। ਇਹ ਕਿਸ ਤਰ੍ਹਾਂ ਹੀ ਵੱਖਰੇ ਕਰ ਸਕਦੇ ਹਾਂ ਇਹਨਾਂ ਨੂੰ? ਬੜੇ ਮੁਸ਼ਕਿਲ ਕੰਮ ਹੈ। ਲੇਕਿਨ ਇਸ ਵੇਲੇ ਦੇ ਅਸਰ ਜਿਹੜੇ ਨੇ ਉਹ ਇਹ ਚੱਲ ਰਹੇ ਨੇ ਕਿ ਸਿੱਖ ਅਤੇ ਹਿੰਦੂ ਵੱਖੋ ਵੱਖਰੇ ਨੇ। ਇੱਕ ਉਹਨਾਂ ਬੜੀ ਪੁਰਾਣੀ ਗੱਲ ਹੈ, ਇੱਕ ਬੜੇ ਤਗੜੇ ਵਿਦਵਾਨ ਜਿਹੜੇ ਨੇ ਉਹਨਾਂ ਨੇ ਲਿਖਿਆ ਸੀ ਕਿ ਹਮ ਹਿੰਦੂ ਨਹੀਂ ਹੈ। ਉਰਦੂ ਦਾ ਇੱਕ ਟਰੈਕਟ ਲਿਖਵਾਇਆ ਗਿਆ ਸੀ ਉਹਨਾਂ ਕੋਲੋਂ। ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਹਿੰਦੂ ਨੇ ਇਹ ਕੀ ਆ ਫਿਰ? ਇਹਦੇ ਵਾਸਤੇ ਵੀ ਮੈਂ ਥੋੜ੍ਹਾ ਜਿਹਾ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਦਾ ਇਹ ਹੁਕਮ ਹੈ, ਸਕਲ ਜਗਤ ਮੋ ਖਾਲਸਾ ਪੰਥ ਗਾਜੈ। ਕਿਹੜਾ? ਇਹ ਤੁਹਾਡੇ ਧਿਆਨ ਨਾਲ ਸੁਣਨ ਵਾਲਿਆਂ ਸਾਰਿਆਂ ਦੇ। ਸਕਲ ਜਗਤ ਮੋ ਖਾਲਸਾ ਪੰਥ ਗਾਜੈ, ਜਗੈ ਧਰਮ ਹਿੰਦੁਕ ਤੁਰਕ ਦੁੰਦ ਭਾਜੈ। ਇਹ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ। ਪਰ ਜਦੋਂ ਸਾਡਾ ਨਾਮ ਮੰਨਣ ਨੂੰ ਜੀ ਕਰੇ ਆਖਾਂਗੇ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ। ਬਾਣੀ ਨੇ ਤਾਂ ਬੋਲਣਾ ਨਹੀਂ, ਉਹਦੇ 'ਚ 4 ਪੱਤਰੇ ਕੱਢ ਦਿਓ, 4 ਪਾ ਦਿਓ। ਸੋ ਤੁਸੀਂ ਆਪਣੇ ਇਸ਼ਟ ਅਨੁਸਾਰ ਸਵੇਰੇ ਉੱਠ ਕੇ ਪੂਜਾ ਪਾਠ ਕਰਨਾ, ਭਜਨ ਕਰਨਾ, ਯਤਨ ਕਰਨਾ ਇਸ ਗੱਲ ਦਾ ਕਿ ਮੈਂ ਜਿਸ ਵੇਲੇ ਭਜਨ ਕਰਨ ਲੱਗਾ ਅਤੇ ਮੈਂ ਉਸ ਵੇਲੇ ਘਰ ਦੇ ਕੰਮਾਂ 'ਚ ਨਾ ਫਸਿਆ ਰਹਾਂ।
ਮੇਰਾ ਧਿਆਨ ਉਸ ਵੇਲੇ ਕਿਸੇ ਪਾਸੇ ਬਾਹਰ ਨਾ ਹੋਵੇ। ਧਿਆਨ ਦਾ ਕੰਮ ਹੈ, ਉਹ ਭੱਜਦਾ ਹੈ, ਨਿਕਲਦਾ, ਉੱਥੇ ਇਸੇ ਕੰਮ ਲਈ ਜਾਣਾ ਹੈ ਵੀ ਇਹਨੂੰ ਕੁਛ ਨਾ ਕੁਛ ਯਤਨ ਕਰਨਾ ਹੈ, ਕਾਬੂ ਕੀਤਾ ਜਾ ਸਕੇ। ਮੈਂ ਇਹੋ ਹੀ ਅਰਜ਼ ਕਰਕੇ ਆਪ ਤੋਂ ਆਗਿਆ ਲਵਾਂਗਾ।